ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਆਪਾਂ ਨੇ ਤੁਹਾਨੂੰ ਵਾਅਦਾ ਕਰਿਆ ਸੀ ਕਿ 8 ਵਜੇ ਤੁਹਾਨੂੰ ਕਲਾਸ ਮਿਲ ਜੂਗੀ ਹੈ ਨਾ ਅੱਜ ਤੋਂ, ਬਟ ਕਲਾਸ ਥੋੜੀ ਜੀ ਲੇਟ ਤੁਹਾਡੇ ਕੋਲ ਪਹੁੰਚੇਗੀ ਕਿਉਂਕਿ ਪਹਿਲਾਂ ਵਾਲੀ ਕਲਾਸ ਹੈ ਜਿਹੜੀ ਮੈਂ ਦੁਬਾਰੇ ਰਿਕਾਰਡ ਕਰ ਰਿਹਾ। ਪਹਿਲੇ ਵਾਲੀ ਕਲਾਸ ਹੈ ਜਿਹੜੀ ਉਹਦੇ 'ਚ ਸਾਊਂਡ ਪ੍ਰੋਬਲਮ ਸੀ, ਮੌਕੇ ਤੇ ਜਾ ਕੇ ਸਾਨੂੰ ਪਤਾ ਲੱਗਿਆ ਹੈ ਨਾ, ਤਾਂ ਦੁਬਾਰੇ ਰਿਕਾਰਡ ਕਰ ਰਹੇ ਹਾਂ ਤੇ ਮੇਬੀ 8 ਤੋਂ ਬਾਅਦ ਹੀ ਤੁਹਾਡੇ ਕੋਲੇ ਵੀਡੀਓ ਪਹੁੰਚੇ। ਚਲੋ ਕੋਈ ਚੱਕਰ ਨਹੀਂ ਬਾਈ, ਠੀਕ ਹੈ, ਵੀਡੀਓ ਪਹੁੰਚ ਜੂਗੀ ਪਰ ਅੱਜ ਦੀ ਡੇਟ 'ਚ ਕੁੱਲ ਮਿਲਾ ਕੇ ਗੱਲ ਇਹ ਹੈ। ਤਾਂ ਬਾਈ ਮੇਨ ਗੱਲ ਕੀ ਹੈ, ਮੇਨ ਗੱਲ ਇਹ ਹੈ ਕਿ 14, 15 ਤੇ 16 ਨੂੰ ਪੰਜਾਬ ਪੁਲਿਸ ਦੇ ਜਿਹੜੇ ਕਾਂਸਟੇਬਲ ਦੇ ਹੈੱਡ ਕਾਂਸਟੇਬਲ ਤੇ ਸਬ ਇੰਸਪੈਕਟਰ ਦੇ ਐਗਜ਼ਾਮ ਹੈ ਆ ਚੁੱਕੇ ਹੈ। ਠੀਕ ਹੈ, ਬਿਲਕੁਲ ਉਹ ਜਿਹੜੀ ਵਾਇਰਲ ਹੋ ਰਹੀ ਹੈ ਨਿਊਜ਼ ਉਹ ਬਿਲਕੁਲ ਐਕੂਰੇਟ ਹੈ, ਹੋਣੇ ਆ ਉਹ ਐਗਜ਼ਾਮ। ਠੀਕ ਹੈ, ਤੇ ਉਹਨੂੰ ਦੇਖਦੇ ਹੋਏ ਹੀ ਆਪਾਂ ਨੇ ਇਹ ਸੀਰੀਜ਼ ਹੈ ਜਿਹੜੀ ਸ਼ੁਰੂ ਕਰੀ ਹੈ। ਹੁਣ ਤੁਹਾਨੂੰ ਲਗਾਤਾਰ ਜਦੋਂ ਤੱਕ ਇਹ ਐਗਜ਼ਾਮ ਨਹੀਂ ਹੁੰਦੇ ਉਦੋਂ ਤੱਕ ਤੁਹਾਨੂੰ ਹਰ ਇੱਕ ਸਬਜੈਕਟ ਦੇ ਬੈਸਟ 300 ਜਾਂ ਬੈਸਟ 400 500 ਕੁਐਸਚਨ ਹੈ ਜਿਹੜੇ ਮਿਲਣਗੇ, ਡੇਲੀ ਤੁਹਾਨੂੰ ਕਲਾਸਾਂ ਮਿਲਣਗੀਆਂ। ਠੀਕ ਹੈ, ਪਹਿਲਾਂ ਆਪਾਂ ਲਾਈਵ ਸੋਚ ਰਹੇ ਸੀ ਬਟ ਲਾਈਵ ਦੇ ਵਿੱਚ ਕੀ ਹੈ, ਸਟੂਡੈਂਟਸ ਦਾ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ ਹੈ। ਠੀਕ ਹੈ, ਬਹੁਤ ਸਾਰੇ ਚੈਨਲ ਲਾਈਵ ਕਰਾ ਰਹੇ ਬਟ ਮੈਂ ਸਰ ਨੂੰ ਆਪਣੇ ਮਤਲਬ ਸਲਾਹ ਬਣਾਈ ਹੈ ਕਿ ਨਹੀਂ, ਆਪਾਂ ਨੇ ਲਾਈਵ ਨਹੀਂ ਕਰਾਉਣਾ ਬਿਲਕੁਲ ਵੀ, ਕਿਉਂਕਿ ਬੱਚੇ ਕੋਲ ਇੰਨਾ ਟਾਈਮ ਨਹੀਂ ਹੈਗਾ। ਸਿੱਧੀ ਜੀ ਗੱਲ ਹੈ, ਤੁਸੀਂ ਵੀਡੀਓ ਨੂੰ ਫਾਸਟ ਕਰੋ। ਮੈਂ ਨਹੀਂ ਕਹਿੰਦਾ ਕਿ ਮੇਰੇ ਵਾਲੀ ਵੀਡੀਓ ਤੁਸੀਂ ਆਰਾਮ ਨਾਲ ਦੇਖੋ, ਕੋਈ ਚੱਕਰ ਨਹੀਂ। ਤੇ ਤੁਸੀਂ ਪੂਰਾ ਸਿਲੇਬਸ ਕਰਿਆ ਹੋਇਆ, ਪੋਲਿਟੀ ਤੁਸੀਂ ਵਧੀਆ ਤਰੀਕੇ ਨਾਲ ਪੜ੍ਹੀ ਹੋਈ ਹੈ ਨਾ, ਵੀਡੀਓ ਨੂੰ ਸਪੀਡ 'ਚ ਕਰੋ ਤੇ ਕੁਇਕ ਰਿਵੀਜ਼ਨ ਕਰੋ, ਫਟਾਫਟ MCQ ਹੈ ਜਿਹੜੇ ਅਟੈਂਪਟ ਕਰੋ, ਦੇਖੋ। ਠੀਕ ਹੈ, ਨਾਲੇ ਇਹ ਚੈੱਕ ਕਰੋ ਕਿ ਤੁਹਾਡੇ ਕਿੰਨੇ MCQ ਗਲਤ ਹੋਏ ਆ, ਕਿਹੜੇ ਟੌਪਿਕ ਤੁਹਾਡੇ ਵੀਕ ਹੈਗੇ ਆ ਪੋਲਿਟੀ ਦੇ, ਜਿਹੜੇ ਕੁਐਸਚਨ ਗਲਤ ਹੋਏ ਆ ਹੈ ਨਾ, ਉਹਨਾਂ ਨੂੰ ਦੁਬਾਰਾ ਪੜ੍ਹੋ। ਤੇ ਬਾਕੀ ਜਿਹੜੇ ਸਟੂਡੈਂਟ ਨਏ ਹੈਗੇ ਆ ਬਈ ਹਾਲੇ ਤਿਆਰੀ ਦੇ ਵਿੱਚ ਲੱਗੇ ਹੋਏ ਆ, ਉਹ ਵੀਡੀਓ ਨੂੰ ਧਿਆਨ ਨਾਲ ਦੇਖਣ ਕਿਉਂਕਿ ਕੁਐਸਚਨ ਦੇ ਵਿੱਚ ਐਕਸਟਰਾ ਇਨਫੋਰਮੇਸ਼ਨ ਵੀ ਬਹੁਤ ਹੁੰਦੀ ਹੈ। ਠੀਕ ਹੈ, ਤਾਂ ਆਪਾਂ ਫालतू ਟਾਈਮ ਨਾ ਵੇਸਟ ਕਰਦੇ, ਫਟਾਫਟ ਵੀਡੀਓ ਸ਼ੁਰੂ ਕਰਦੇ ਹਾਂ ਬਾਈ। ਠੀਕ ਹੈ, ਬਾਕੀ ਕੋਈ ਕੁਐਰੀ ਕੁਛ ਵੀ ਡਾਊਟ ਹੈਗਾ, ਇਹ ਥੱਲੇ ਪੱਟੀ ਜੀ ਚੱਲਦੀ ਹੈ ਪੀਲੀ ਜੀ ਹੈ ਨਾ, ਉਹਦੇ 'ਚ ਨੰਬਰ 2 ਲਿਖੇ ਹੋਏ ਆ, ਜਿਹੜੇ ਮਰਜ਼ੀ ਤੇ ਕਾਲ ਕਰ ਲਿਓ। ਠੀਕ ਹੈ, ਮੈਸੇਜ ਕਰ ਲਿਓ। ਬਾਕੀ YouTube ਦੇ ਉੱਤੇ ਬਹੁਤ ਫ੍ਰੀ ਸਟੱਡੀ ਮਟੀਰੀਅਲ ਪੜਿਆ ਵੀ ਸਾਡੇ ਚੈਨਲ ਦੇ ਉੱਤੇ, ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਕ ਵਾਰ ਚੈਨਲ ਦੇ ਨਾਲ ਗੋ ਥਰੂ ਹੋ ਲਿਓ, ਸਾਰਾ ਕੁਝ ਦੇਖ ਲਓ। ਠੀਕ ਹੈ, ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਜਾਓ, ਉੱਥੇ ਬਹੁਤ ਸਾਰੀ ਪਲੇਲਿਸਟਾਂ ਦੇ ਲਿੰਕ ਹੈਗੇ ਆ, ਜੋ ਤੁਸੀਂ ਪੜ੍ਹਨਾ ਸਾਰਾ ਕੁਝ ਪਿਆ, ਟੈਨਸ਼ਨ ਫ੍ਰੀ ਰਹੋ। ਠੀਕ ਹੈ, ਹਾਂਜੀ ਆਪਾਂ ਪੋਲਿਟੀ ਦੇ ਦੇਖੋ, ਇਹ ਵੀਡੀਓ ਕਿਹੜੀ ਹੈ, ਪੋਲਿਟੀ ਦੀ ਹੈਗੀ ਹੈ। ਠੀਕ ਹੈ, ਬੈਸਟ ਮੈਂ ਤੁਹਾਨੂੰ 300 ਕੁਐਸਚਨ ਕਰਾਊਂਗਾ, ਇਹ ਸਾਰੇ ਕੁਐਸਚਨ ਪ੍ਰੀਵੀਅਸ ਈਅਰ ਹੋਣਗੇ। ਦੂਜੀ ਗੱਲ, ਜਿਹੜਾ ਬੱਚਾ ਕਾਂਸਟੇਬਲ ਵਾਸਤੇ ਹੈ, ਹੈੱਡ ਕਾਂਸਟੇਬਲ ਵਾਸਤੇ ਜਾਂ ਸਬ ਇੰਸਪੈਕਟਰ, ਤਿੰਨਾਂ ਵਾਸਤੇ ਇਹ ਵੀਡੀਓ ਹੋਊਗੀ, ਬਟ ਇਹ ਵੀਡੀਓ ਚੱਲੂਗੀ ਬਿਲਕੁਲ ਫਲੋ ਦੇ ਵਿੱਚ। ਪਹਿਲਾਂ ਮੈਂ ਬੇਸਿਕ ਤੋਂ ਸਟਾਰਟ ਕਰਾਂਗਾ। ਠੀਕ ਹੈ, ਬੇਸਿਕ ਕੁਐਸਚਨ ਹੋਣਗੇ, ਫਿਰ ਥੋੜੇ ਮੋਡਰੇਟ ਕੁਐਸਚਨ ਹੋਣਗੇ, ਤੇ ਜਿਹੜੀ ਫਿਰ ਐਂਡ ਵਾਲੇ ਕੁਐਸਚਨ ਹੋਣਗੇ ਨਾ, ਉਹ ਫਿਰ ਨੈਕਸਟ ਲੈਵਲ ਹੀ ਹੋਣਗੇ ਸਿਰੇ ਦੇ। ਠੀਕ ਹੈ, ਉਹ ਸਬ ਇੰਸਪੈਕਟਰ ਵਾਲੇ, ਬਟ ਮੈਂ ਸਟਾਰਟਿੰਗ ਹਾਇਰ ਲੈਵਲ ਤੋਂ ਨਹੀਂ ਕਰ ਰਿਹਾ ਕਿਉਂਕਿ ਬੱਚੇ ਨੇ ਕਈਆਂ ਦਾ ਬੇਸ ਵੀ ਕਲੀਅਰ ਨਹੀਂ ਹੈਗਾ, ਤਾਂ ਬਿਲਕੁਲ ਬੇਸਿਕ ਤੋਂ ਚੱਲਾਂਗੇ। ਤੇ ਇਹ ਜਦੋਂ ਆਪਾਂ 300 ਕੁਐਸਚਨ ਕਰਾਂਗੇ, ਇਹ ਫਿਰ ਤੁਹਾਡੇ ਸਬ ਇੰਸਪੈਕਟਰ ਲੈਵਲ ਤੱਕ ਵੀ ਕਵਰ ਹੋ ਜਾਏਗਾ ਸਾਰਾ ਦਾ ਸਾਰਾ, ਬਿਲਕੁਲ ਮਤਲਬ 0 ਤੋਂ ਹਾਇਰ ਲੈਵਲ ਤੱਕ ਆਪਾਂ ਚੱਲਾਂਗੇ। ਠੀਕ ਹੈ, ਚਲੋ ਫਿਰ ਫਟਾਫਟ ਸਟਾਰਟ ਕਰਦੇ ਹਾਂ ਬਾਈ। ਬਾਕੀ ਇਹ ਟੈਗਲਾਈਨ ਬਿਲਕੁਲ ਸਹੀ ਹੈ, ਰੱਟ ਲਿਓ ਇਹਨਾਂ ਨੂੰ, ਇਸ ਤੋਂ ਬਾਹਰ ਨਹੀਂ ਮਿਲਣਗੇ। ਜਿਹੜੇ ਪੋਲਿਟੀ ਦੇ ਕੁਐਸਚਨ ਕਰਾਵਾਂਗਾ ਨਾ, ਬਸ ਉਹਨੇ ਕਰ ਲਿਓ, ਉਸ ਤੋਂ ਬਾਅਦ ਪੇਪਰ ਦੇ ਵਿੱਚ ਕੁਐਸਚਨ ਨਹੀਂ ਆਊਗਾ ਬਾਈ। ਓਕੇ, ਹਾਂਜੀ, ਪਹਿਲਾ ਪ੍ਰਸ਼ਨ ਕੀ ਹੈ? ਪਹਿਲਾ ਪ੍ਰਸ਼ਨ ਹੈ ਵੀ ਹੇਠ ਲਿਖਿਆਂ ਵਿੱਚੋਂ ਕਿਸ ਨੇ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਸਭ ਤੋਂ ਡੂੰਘਾ ਪ੍ਰਭਾਵ ਪਾਇਆ? ਠੀਕ ਹੈ, ਤਾਂ ਇਸ ਕੁਐਸਚਨ ਨੂੰ ਆਪਾਂ ਥੋੜਾ ਜਿਹਾ ਐਕਸਪਲੇਨ ਕਰਕੇ ਪੜ੍ਹਦੇ ਹਾਂ। ਬਾਕੀ ਜੇ ਤੁਹਾਨੂੰ ਵਧੀਆ ਤਰੀਕੇ ਨਾਲ ਆਉਂਦੇ ਆ ਤਾਂ ਤੁਸੀਂ ਵੀਡੀਓ ਨੂੰ ਫਾਸਟ ਕਰਕੇ ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ। ਓਕੇ, ਆਪਣਾ ਫਟਾਫਟ ਹੈ ਜਿਹੜੇ ਕੁਐਸਚਨ ਕਰਾਏ ਆ ਮੈਂ, ਫਟਾਫਟ ਦੇਖ ਲਓ। ਹਾਂਜੀ, ਇਹਦਾ ਪਹਿਲਾ ਆਨਸਰ ਦੇਖ ਲਓ ਬਾਈ, ਇਹਦਾ ਆਨਸਰ ਹੈਗਾ ਆ ਸੀ, ਭਾਰਤ ਸਰਕਾਰ ਐਕਟ ਜਾਂ ਗਵਰਨਮੈਂਟ ਆਫ ਇੰਡੀਆ ਐਕਟ 1935। ਹੁੰਦਾ ਕੀ ਹੈ, ਜਦੋਂ ਅੰਗਰੇਜ਼ ਆਏ ਆ, ਠੀਕ ਹੈ, ਅੰਗਰੇਜ਼ ਪਹਿਲਾਂ ਤਾਂ ਕੰਪਨੀ ਬਣਾ ਕੇ ਆਏ ਆ ਵਪਾਰ ਕਰਨ ਵਾਸਤੇ, ਹੌਲੀ ਹੌਲੀ ਉਹਨਾਂ ਨੇ ਰਾਜ ਕਰਨਾ ਸ਼ੁਰੂ ਕਰਿਆ। ਰਾਜ ਕਰਨ ਤੋਂ ਬਾਅਦ ਜਿੱਦਾਂ ਉਹ ਆਪਣੇ ਦੇਸ਼ ਦੇ ਵਿੱਚ ਰਾਜ ਕਰਦੇ ਸੀ, ਐਕਟ ਵਗੈਰਾ ਕਾਨੂੰਨ ਵਗੈਰਾ ਬਣਾ ਕੇ, ਉਦਾਂ ਹੀ ਇਹਨਾਂ ਨੇ ਇੱਥੇ ਕਰਨਾ ਸਟਾਰਟ ਕਰਿਆ। ਤਾਂ 1773 ਦੇ ਵਿੱਚ ਉਹ ਪਹਿਲੀ ਵਾਰ ਐਕਟ ਲੈ ਕੇ ਆਏ ਸੀ, ਇੱਕ ਰੈਗੂਲੇਟਿੰਗ ਐਕਟ ਇਹਨੂੰ ਕਿਹਾ ਜਾਂਦਾ 1773 ਦਾ। ਉਸ ਤੋਂ ਬਾਅਦ 1947 ਤੱਕ, ਜਦੋਂ ਤੱਕ ਆਪਣਾ ਦੇਸ਼ ਆਜ਼ਾਦ ਨਾ ਹੋ ਗਿਆ ਹੋਏ, ਉਸ ਟਾਈਮ ਤੱਕ ਇਹ ਐਕਟ ਲੈ ਕੇ ਆਉਂਦੇ ਰਹੇ ਆ ਕਾਨੂੰਨ, ਕਦੇ 20 ਸਾਲ ਬਾਅਦ, ਕਦੇ 30 ਸਾਲ ਬਾਅਦ, ਜਦੋਂ ਇਹਨਾਂ ਦਾ ਮਨ ਕਰਦਾ ਸੀ ਉਦੋਂ ਇਹ ਕੁਛ ਨਾ ਕੁਛ ਐਕਟ ਲੈ ਕੇ ਆਉਂਦੇ ਸੀ। ਤੇ ਉਸ ਐਕਟ ਦੇ ਵਿੱਚ ਕੁਛ ਨਾ ਕੁਛ ਹੈ ਜਿਹੜਾ ਇੰਡੀਆ ਵਾਸਤੇ ਹੁੰਦੇ ਸੀ, ਕਿਸੇ ਵਿੱਚ ਹਾਈ ਕੋਰਟ ਆ ਗਈ, ਕਿਸੇ ਵਿੱਚ ਸੁਪਰੀਮ ਕੋਰਟ, ਕਿਸੇ ਦੇ ਵਿੱਚ ਕਿਸ ਤਰ੍ਹਾਂ ਦਾ ਕਾਨੂੰਨ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਨੂੰਨ ਆ ਜਾਂਦਾ ਸੀ। ਕੁਛ ਵੀ ਇਹਨਾਂ ਨੇ ਇੰਡੀਆ ਦੇ ਵਿੱਚ ਬਦਲਾਵ ਕਰਨਾ, ਇਹ ਲੈ ਕੇ ਆਉਂਦੇ ਰਹੇ ਆ ਬਈ। ਠੀਕ ਹੈ, ਜਦੋਂ ਆਪਣਾ ਸੰਵਿਧਾਨ ਬਣਿਆ, ਆਪਣੇ ਸੰਵਿਧਾਨ ਦੇ ਉੱਤੇ ਬਹੁਤ ਸਾਰਾ ਪ੍ਰਭਾਵ ਇਹਨਾਂ ਦੇ ਕਾਨੂੰਨਾਂ ਦਾ ਰਿਹਾ। ਠੀਕ ਹੈ, ਜੋ ਵੀ ਇਹਨਾਂ ਨੇ ਕਾਨੂੰਨ ਬਣਾਏ ਆ ਜਾਂ ਜੋ ਵੀ ਇਹਨਾਂ ਨੇ ਇੰਡੀਆ ਦੇ ਵਿੱਚ ਲਾਗੂ ਕਰਿਆ, ਵੋਟਾਂ ਦਾ ਸਿਸਟਮ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਜੋ ਵੀ ਇਹਨਾਂ ਨੇ ਬਣਾਇਆ, ਉਹ ਕहीं ਨਾ ਕहीं ਆਪਣੇ ਸੰਵਿਧਾਨ ਦੇ ਵਿੱਚ ਵੇਖਣ ਨੂੰ ਮਿਲਦਾ ਹੈ। ਸਭ ਤੋਂ ਜ਼ਿਆਦਾ ਜਿੰਨੇ ਵੀ ਐਕਟ ਲੈ ਕੇ ਆਏ ਨਾ 1773 ਤੋਂ ਲੈ ਕੇ 1947 ਤੱਕ, ਸਭ ਤੋਂ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1935 ਦਾ, ਜਿਹੜਾ ਕਿ 1935 ਦੇ ਵਿੱਚ ਇਹ ਐਕਟ ਲੈ ਕੇ ਆਏ ਸੀ। ਇਹਨੂੰ ਕਿਹਾ ਜਾਂਦਾ ਗਵਰਨਮੈਂਟ ਆਫ ਇੰਡੀਆ ਐਕਟ 1935। ਜਿੰਨੇ ਵੀ ਐਕਟ ਅੰਗਰੇਜ਼ ਲੈ ਕੇ ਆਏ ਆ, ਸਾਰਿਆਂ ਤੋਂ ਜ਼ਿਆਦਾ ਪ੍ਰਭਾਵ ਵੀ ਇਸੇ ਦਾ, ਤੇ ਸਭ ਤੋਂ ਵੱਡਾ ਐਕਟ ਵੀ ਇਹੀ ਸੀਗਾ। ਗਵਰਨਮੈਂਟ ਆਫ
ਇੰਡੀਆ ਐਕਟ 1935 ਸਭ ਤੋਂ ਵੱਡਾ ਐਕਟ ਸੀ ਅੰਗਰੇਜ਼ਾਂ ਦੁਆਰਾ ਲਿਆਇਆ ਗਿਆ। ਠੀਕ ਹੈ, ਯਾਦ ਰੱਖਣਾ ਇਸ ਨੂੰ। ਠੀਕ ਹੈ, ਇਹਦਾ ਹੀ ਸਭ ਤੋਂ ਜ਼ਿਆਦਾ ਪ੍ਰਭਾਵ ਹੈਗਾ ਆ। ਤੇ ਜੇ ਤੁਹਾਨੂੰ ਕੁਐਸਚਨ ਇਦਾਂ ਦਾ ਆ ਜਾਏ ਕਿ ਬਲੂ ਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ ਕਿਸ ਨੂੰ ਕਿਹਾ ਜਾਂਦਾ ਹੈ, ਵੀ ਬਲੂ ਪ੍ਰਿੰਟ ਭਾਰਤ ਦੇ ਸੰਵਿਧਾਨ ਦਾ ਬਲੂ ਪ੍ਰਿੰਟ ਕਿਹਨੂੰ ਕਿਹਾ ਜਾਂਦਾ ਹੈ, ਤਾਂ ਵੀ ਆਨਸਰ ਇਹੀ ਹੋਊਗਾ ਗਵਰਨਮੈਂਟ ਆਫ ਇੰਡੀਆ ਐਕਟ 1935। ਬਲੂ ਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ ਭਾਰਤ ਦੇ ਸੰਵਿਧਾਨ ਦਾ ਬਲੂ ਪ੍ਰਿੰਟ ਕਿਹਨੂੰ ਕਿਹਾ ਜਾਂਦਾ ਹੈ, ਇਹਨੂੰ ਕਿਹਾ ਜਾਂਦਾ ਹੈ ਬਈ। ਠੀਕ ਹੈ, ਬਾਕੀ ਹੋਰ ਬਹੁਤ ਹੈ ਇਹਦੇ ਬਾਰੇ, ਕਰਾਂਗੇ ਆਪਾਂ ਹੌਲੀ ਹੌਲੀ ਇਸ ਨੂੰ। ਠੀਕ ਹੈ, ਅੱਗੇ ਵੀ ਕਿਸੇ ਨਾ ਕਿਸੇ ਕੁਐਸਚਨ ਦੇ ਵਿੱਚ ਇਹਦਾ ਜ਼ਿਕਰ ਆਇਆ ਤਾਂ ਕੁਝ ਹੋਰ ਪੁਆਇੰਟ ਮੈਂ ਤੁਹਾਨੂੰ ਇਹਦੇ ਬਾਰੇ ਦੱਸੂ। ਠੀਕ ਹੈ, ਆਰਬੀਆਈ ਦੀ ਸਥਾਪਨਾ ਇਸੇ ਕਰਕੇ ਹੈ। ਠੀਕ ਹੈ, ਰਿਜ਼ਰਵ ਬੈਂਕ ਆਫ ਇੰਡੀਆ ਦੀ ਮੈਂ ਗੱਲ ਕਰ ਰਿਹਾ। ਠੀਕ ਹੈ ਜੀ, ਉਸ ਤੋਂ ਬਾਅਦ ਬਈ ਕਿਸ ਐਕਟ ਦੇ ਕਾਰਨ ਭਾਰਤ ਵਿੱਚ ਡਿਆਰਕੀ ਦੀ ਸ਼ੁਰੂਆਤ ਹੋਈ ਹੈ। ਡਿਆਰਕੀ ਦਵੀ ਸ਼ਾਸਨ ਜਿਹਨੂੰ ਕਿਹਾ ਜਾਂਦਾ ਹੈ, ਜਾਂ ਡਿਆਰਕੀ ਵਰਡ ਯਾਦ ਰੱਖੋ, ਕਿਉਂਕਿ ਪੰਜਾਬ ਦੇ ਪੇਪਰਾਂ ਦੇ ਵਿੱਚ ਮੈਂ ਦੇਖਿਆ ਇਹਨੂੰ ਡਿਆਰਕੀ ਹੀ ਲਿਖ ਦਿੰਦੇ ਆ ਪੰਜਾਬੀ ਦੇ ਵਿੱਚ ਵੀ। ਇਹਦੀ ਸ਼ੁਰੂਆਤ ਕਦੋਂ ਹੋਈ ਹੈ, ਤਾਂ ਡਿਆਰਕੀ ਦੀ ਸ਼ੁਰੂਆਤ, ਵੈਸੇ ਇਹ ਕੁਐਸਚਨ ਦੋ ਤਰੀਕੇ ਨਾਲ ਬਣਦਾ, ਬਟ ਮੈਂ ਪਹਿਲਾਂ ਤੁਹਾਨੂੰ ਇਹਦਾ ਆਨਸਰ ਦੱਸਦਾ। ਡਿਆਰਕੀ ਦੀ ਜਿਹੜੀ ਸ਼ੁਰੂਆਤ ਹੈ ਉਹ 1919 ਵਾਲੇ ਐਕਟ ਤੋਂ ਹੋਈ ਹੈ। ਠੀਕ ਹੈ, ਇੰਡੀਆ ਦੇ ਵਿੱਚ ਇਹਨਾਂ ਨੇ ਪੁੱਛਿਆ, ਬਟ ਇਸ ਕੁਐਸਚਨ ਨੂੰ ਥੋੜਾ ਜਿਹਾ ਘੁਮਾ ਦਿੰਦੇ ਆ। ਉਹ ਕਹਿ ਦਿੰਦੇ ਆ ਡਿਆਰਕੀ ਦੀ ਸ਼ੁਰੂਆਤ। ਅੱਛਾ, ਪਹਿਲਾਂ ਡਿਆਰਕੀ ਹੀ ਦੇਖ ਲਓ ਕੀ ਹੈ ਨਾ। ਡਿਆਰਕੀ ਜਿਹੜਾ ਸੈਂਟਰ ਹੁੰਦਾ ਹੈ ਨਾ, ਦੇਖੋ ਡਿਆਰਕੀ ਇੱਕ ਤਾਂ ਸੈਂਟਰ ਹੁੰਦਾ ਹੈ ਆਪਣਾ, ਜਿਵੇਂ ਸੈਂਟਰ ਗਵਰਨਮੈਂਟ ਹੋ ਗਈ, ਇੱਕ ਸਟੇਟ ਗਵਰਨਮੈਂਟ ਹੋ ਗਈ, ਹੈ ਨਾ। ਇਹਨਾਂ ਦੇ ਵਿੱਚ ਕੁਝ ਸ਼ਕਤੀਆਂ ਇਹਨਾਂ ਕੋਲ ਹੈਗੀਆਂ, ਸੈਂਟਰ ਕੋਲ ਕੁਝ ਪਾਵਰ ਹੈਗੀਆਂ, ਉਹਨਾਂ ਦੇ ਸੰਬੰਧ ਵਿੱਚ ਕਾਨੂੰਨ ਸਿਰਫ ਸੈਂਟਰ ਹੀ ਬਣਾ ਸਕਦਾ ਹੈ। ਜਿਵੇਂ ਰੇਲਵੇ ਹੋ ਗਈ, ਪੋਸਟ ਹੋ ਗਿਆ, ਡਿਫੈਂਸ ਹੋ ਗਿਆ, ਸੈਂਟਰ ਹੀ ਕਾਨੂੰਨ ਬਣਾ ਸਕਦਾ, ਸਟੇਟ ਨਹੀਂ ਬਣਾ ਸਕਦਾ। ਠੀਕ ਹੈ, ਕੁਝ ਪਾਵਰ ਸਟੇਟ ਕੋਲ ਹੈਗੀਆਂ ਬਈ, ਸਿਰਫ ਸਟੇਟ ਹੀ ਕਾਨੂੰਨ ਬਣਾ ਸਕਦਾ ਹੈ। ਠੀਕ ਹੈ, ਉਹ ਯਾਦ ਰੱਖਣਾ ਹੈ। ਤਾਂ ਡਿਆਰਕੀ ਬੇਸਿਕਲੀ ਜਿਹੜੀ ਸ਼ਕਤੀਆਂ ਸੀ ਉਹਨਾਂ ਦਾ ਬਟਵਾਰਾ ਸੀ ਕਰਿਆ ਹੋਇਆ। ਠੀਕ ਹੈ, ਬਟਵਾਰਾ ਕਰਿਆ ਹੋਇਆ ਸੀਗਾ। ਡਿਆਰਕੀ ਵਾਲਾ ਸਿਸਟਮ ਹੈ ਜਿਹੜਾ ਸਭ ਤੋਂ ਪਹਿਲਾਂ ਸਟੇਟਾਂ ਦੇ ਵਿੱਚ ਸ਼ੁਰੂ ਕਰਿਆ ਗਿਆ ਸੀ। ਸਟੇਟ ਜਦੋਂ ਅੰਗਰੇਜ਼ ਰਾਜ ਕਰਦੇ ਸੀ ਉਸ ਟਾਈਮ ਸਟੇਟ ਨਹੀਂ ਵਰਡ ਯੂਜ਼ ਹੁੰਦਾ ਸੀ, ਉਸ ਟਾਈਮ ਯੂਜ਼ ਹੁੰਦਾ ਸੀ ਵਰਡ ਪ੍ਰੋਵਿੰਸ। ਤਾਂ ਸਭ ਤੋਂ ਪਹਿਲਾਂ ਇਹ ਪ੍ਰੋਵਿੰਸ ਦੇ ਵਿੱਚ ਸਟਾਰਟ ਕਰਿਆ ਗਿਆ ਸੀਗਾ, ਪ੍ਰੋਵਿੰਸਿਸ ਦੇ ਵਿੱਚ, ਯਾਨੀ ਸਟੇਟਾਂ ਦੇ ਵਿੱਚ। ਅੱਜ ਆਪਾਂ ਸਟੇਟਾਂ ਬੋਲ ਦਿੰਦੇ ਆ, ਰਾਜ ਬੋਲ ਦਿੰਦੇ ਆ, ਪਰ ਪਹਿਲਾਂ ਪ੍ਰਾਂਤ ਜਾਂ ਫਿਰ ਪ੍ਰੋਵਿੰਸ ਵਰਡ ਯੂਜ਼ ਹੁੰਦਾ ਸੀ। ਤਾਂ ਡਿਆਰਕੀ ਬੇਸਿਕਲੀ ਸਭ ਤੋਂ ਪਹਿਲਾਂ ਇੱਥੇ ਸਟਾਰਟ ਕਰੀ ਗਈ ਸੀਗੀ, ਸਟੇਟਾਂ ਦੇ ਵਿੱਚ, ਪ੍ਰੋਵਿੰਸਿਸ ਦੇ ਵਿੱਚ, 1919 ਦੇ ਵਿੱਚ। ਠੀਕ ਹੈ, ਬਟ ਜੇ ਤੁਹਾਨੂੰ ਕੁਐਸਚਨ ਆ ਦੇ ਕਿ ਸੈਂਟਰ ਲੈਵਲ ਦੇ ਉੱਤੇ ਡਿਆਰਕੀ ਕਦੋਂ ਸ਼ੁਰੂ ਕਰੀ ਗਈ ਹੈ, ਸੈਂਟਰ ਲੈਵਲ ਦੇ ਉੱਤੇ ਡਿਆਰਕੀ ਬਈ ਸ਼ੁਰੂ ਕਰੀ ਗਈ ਹੈ 1935 ਦੇ ਵਿੱਚ। ਦੋਹਾਂ ਕੁਐਸਚਨਾਂ ਦੇ ਵਿੱਚ ਫਰਕ ਹੈ। ਜੇ ਤੁਹਾਨੂੰ ਡਿਆਰਕੀ ਪੁੱਛਣ ਕਦੋਂ ਸ਼ੁਰੂ ਕਰੀ ਗਈ ਹੈ ਤਾਂ ਆਨਸਰ ਹੋ ਜਾਏਗਾ 1919। ਜੇ ਪੁੱਛੇ ਜਾਵੇ ਕਿ ਸੈਂਟਰ ਦੇ ਲੈਵਲ ਦੇ ਉੱਤੇ ਡਿਆਰਕੀ ਹੈ ਜਿਹੜੀ ਉਹ ਸ਼ੁਰੂ ਕਰੀ ਗਈ ਹੈ 1935 ਦੇ ਐਕਟ ਦੇ ਵਿੱਚ। ਠੀਕ ਹੈ, ਇੱਥੋਂ ਤੱਕ ਕਲੀਅਰ ਹੈ, ਬਸ ਇੰਨਾ ਯਾਦ ਰੱਖਣਾ ਹੈ ਫਿਲਹਾਲ। ਉਸ ਤੋਂ ਬਾਅਦ ਨਿਮਨ ਲਿਖਿਤ ਵਿੱਚੋਂ ਕਿਸ ਐਕਟ ਨੇ ਭਾਰਤ ਵਿੱਚ ਕਮਿਊਨਲ ਇਲੈਕਟੋਰੇਟ ਨੂੰ ਪੇਸ਼ ਕੀਤਾ। ਕਮਿਊਨਲ ਇਲੈਕਟੋਰੇਟ, ਠੀਕ ਹੈ, ਕਮਿਊਨਲ ਇਲੈਕਟੋਰੇਟ ਮਤਲਬ ਧਰਮ ਦੇ ਆਧਾਰ ਤੇ ਇਲੈਕਟੋਰੇਟ ਪੇਸ਼ ਕਰਨਾ, ਮਤਲਬ ਵੋਟ ਪਾਉਣ ਦਾ ਇੱਕ ਅਲੱਗ ਤੋਂ ਹੱਕ ਦੇਣਾ। ਠੀਕ ਹੈ, ਇਹ ਕੀ ਚੀਜ਼ ਹੈ, ਦੇਖੋ ਆਪਣੇ ਦੇਸ਼ ਦੇ ਵਿੱਚ ਕੀ ਹੈ ਐਟ ਪ੍ਰੈਜ਼ੈਂਟ, ਜਿਵੇਂ ਇਲੈਕਸ਼ਨ ਵਗੈਰਾ ਹੁੰਦੇ ਆ ਨਾ ਵਾਰਡ ਵਗੈਰਾ ਦੇ ਜਾਂ ਸੀਟਾਂ ਵਗੈਰਾ ਦੇ, ਤਾਂ ਕੁਝ ਸੀਟਾਂ ਜਿਹੜੀ ਹੈਗੀਆਂ ਰਿਜ਼ਰਵ ਕਰੀ ਹੁੰਦੀਆਂ ਐਸਸੀ ਕੈਂਡੀਡੇਟ ਵਾਸਤੇ ਜਾਂ ਬੀਸੀ ਕੈਂਡੀਡੇਟ ਵਾਸਤੇ ਜਾਂ ਵੂਮੈਨ ਵਾਸਤੇ ਸੀਟਾਂ ਕੁਝ ਰਿਜ਼ਰਵ ਕਰੀ ਹੁੰਦੀਆਂ ਹੈ ਨਾ। ਤਾਂ ਉਹ ਤਾਂ ਹੋ ਗਿਆ ਸੀਟਾਂ ਦੀ ਰਿਜ਼ਰਵੇਸ਼ਨ। ਮਤਲਬ ਕੀ ਹੈ ਉਹਦਾ ਕਿ ਜੋ ਵੀ ਬੰਦਾ ਇਲੈਕਸ਼ਨ ਲੜੇਗਾ ਉਹ ਉਸ ਕੈਟਾਗਰੀ ਤੋਂ ਹੋਊਗਾ ਜਿਹਦੀ ਵਾਸਤੇ ਉਹ ਸੀਟ ਰਿਜ਼ਰਵ ਹੈ। ਮੰਨ ਲਓ ਕੋਈ ਸੀਟ ਐਸਸੀ ਵਾਸਤੇ ਰਿਜ਼ਰਵ ਹੈ ਤਾਂ ਉੱਥੇ ਸਿਰਫ ਐਸਸੀ ਕੈਂਡੀਡੇਟ ਹੀ ਖੜ ਸਕਦਾ ਹੈ, ਬਟ ਵੋਟ ਕੌਣ ਪਾਏਗਾ, ਵੋਟ ਤਾਂ ਸਾਰੇ ਪਾ ਸਕਦੇ ਆ ਨਾ। ਠੀਕ ਹੈ, ਉਹ ਇੱਕ ਤਰ੍ਹਾਂ ਦਾ ਰਿਜ਼ਰਵੇਸ਼ਨ ਹੋ ਗਿਆ। ਬਟ ਸੈਪਰੇਟ ਇਲੈਕਟੋਰੇਟ ਕੀ ਸੀਗਾ, ਸੈਪਰੇਟ ਇਲੈਕਟੋਰੇਟ ਹੁੰਦਾ ਹੈ ਕਿ ਜਿਹੜੀ ਕੈਟਾਗਰੀ ਵਾਸਤੇ ਉਹ ਸੀਟ ਰਿਜ਼ਰਵ ਕਰੀ ਹੈ ਉਹ ਇਲੈਕਸ਼ਨ ਵੀ ਉਹੀ ਲੜ ਸਕਦਾ ਹੈ ਤੇ ਵੋਟ ਵੀ ਸਿਰਫ ਉਸੇ ਕੈਟਾਗਰੀ ਦੇ ਪਾਣਗੇ, ਬਾਕੀ ਨੂੰ ਵੋਟ ਪਾਉਣ ਦਾ ਵੀ ਹੱਕ ਉੱਥੇ ਨਹੀਂ ਹੁੰਦਾ। ਤਾਂ ਉਹ ਸੈਪਰੇਟ ਇਲੈਕਟੋਰੇਟ ਹੈ, ਉਹ ਅੰਗਰੇਜ਼ਾਂ ਨੇ ਸ਼ੁਰੂ ਕਰਿਆ ਸੀਗਾ ਜਦੋਂ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਪਣਾਈ ਹੈ ਨਾ, ਬਾਟੋ ਤੇ ਰਾਜ ਕਰੋ, ਤਾਂ ਉਹ ਉਹਨਾਂ ਨੇ ਸ਼ੁਰੂ ਕਰਿਆ ਸੀ। ਤਾਂ ਇਹ ਕਦੋਂ ਸ਼ੁਰੂ ਕਰਿਆ ਇਹਨਾਂ ਨੇ, ਕਮਿਊਨਲ ਇਲੈਕਟੋਰੇਟ ਜਿਹੜਾ ਸ਼ੁਰੂ ਕਰਿਆ ਸੀਗਾ ਬਈ ਉਹ ਇੰਡੀਅਨ ਕਾਉਂਸਿਲ ਐਕਟ 1909, ਠੀਕ ਹੈ, ਜਾਂ ਇਹਨੂੰ ਮੋਰਲੇ ਮਿੰਟੋ ਰਿਫਾਰਮਸ ਕਿਹਾ ਜਾਂਦਾ ਹੈ, ਮੋਰਲੇ ਮਿੰਟੋ ਰਿਫਾਰਮਸ ਕਿਹਾ ਜਾਂਦਾ ਹੈ ਇਹਨੂੰ ਬਈ, ਮੋਰਲੇ ਮਿੰਟੋ ਰਿਫਾਰਮਸ। ਆਪਸ਼ਨ ਦੇ ਵਿੱਚ ਤੁਹਾਨੂੰ ਇਹ ਦੋਹਾਂ ਵਿੱਚੋਂ ਕੋਈ ਵੀ ਮਿਲੇਗਾ। ਇੰਡੀਅਨ ਕਾਉਂਸਿਲ ਐਕਟ, ਸਰਕਾਰ ਨੇ ਇੱਥੇ ਕਾਉਂਸਿਲ ਕਰ ਲਿਓ, ਇੰਡੀਅਨ ਕਾਉਂਸਿਲ ਐਕਟ 1909 ਵਾਲਾ ਜਾਂ ਫਿਰ ਮੋਰਲੇ ਮਿੰਟੋ ਰਿਫਾਰਮਸ, ਇਹਦਾ ਹੀ ਨਾਂ ਹੈਗਾ ਆ। ਇੰਡੀਅਨ ਕਾਉਂਸਿਲ ਐਕਟ 1909 ਨੂੰ ਹੀ ਮੋਰਲੇ ਮਿੰਟੋ ਰਿਫਾਰਮਸ ਕਿਹਾ ਜਾਂਦਾ ਸੀ। ਠੀਕ ਹੈ, ਯਾਦ ਰੱਖਣਾ ਇਹਦੇ ਬਾਰੇ। ਤੇ ਇਹ ਪਹਿਲੀ ਵਾਰ ਕਿਹਨੂੰ ਮਿਲਿਆ ਸੀ, ਇਹ ਪਹਿਲੀ ਵਾਰ ਮਿਲਿਆ ਸੀ ਮੁਸਲਿਮਸ ਨੂੰ। ਸਭ ਤੋਂ ਪਹਿਲਾਂ ਮੁਸਲਿਮਸ ਦੇ ਲਈ ਹੀ ਇਹ ਇਹਨਾਂ ਨੇ ਕਰਿਆ ਸੀਗਾ। ਠੀਕ ਹੈ, ਯਾਦ ਰੱਖਣਾ ਬਈ, ਇੰਪੋਰਟੈਂਟ ਹੈ। ਉਸ ਤੋਂ ਬਾਅਦ
ਮੋਨੋਪੋਲੀ ਓਵਰ ਇੰਡੀਅਨ ਟ੍ਰੇਡ ਆਫ ਈਸਟ ਇੰਡੀਆ ਕੰਪਨੀ ਵਾਜ਼ ਅਬੋਲਿਸ਼ਡ ਬਾਈ ਵਿਚ ਐਕਟ। ਠੀਕ ਹੈ ਜੀ, ਕਿਸ ਐਕਟ ਦੁਆਰਾ ਭਾਰਤੀ ਵਪਾਰ ਉੱਤੇ ਈਸਟ ਇੰਡੀਆ ਕੰਪਨੀ ਦਾ ਏਕਾਧਿਕਾਰ ਖਤਮ ਕਰਿਆ ਗਿਆ। ਏਕਾਧਿਕਾਰ ਯਾਨੀ ਮੋਨੋਪੋਲੀ ਹੁੰਦੀ ਕੀ ਹੈ? ਮੋਨੋਪੋਲੀ ਜਾਂ ਏਕਾਧਿਕਾਰ ਹੁੰਦਾ ਹੈ ਵੀ ਕਿਸੇ ਫੀਲਡ ਦੇ ਵਿੱਚ ਸਿਰਫ ਇੱਕ ਹੀ ਬੰਦਾ ਹੋਵੇ ਕੰਮ ਕਰਨ ਵਾਲਾ, ਜਾਂ ਮਤਲਬ ਕੋਈ ਉਹਦਾ ਕੰਪੀਟੀਸ਼ਨ ਦੇ ਵਿੱਚ ਕੋਈ ਹੋਰ ਨਾ ਹੋਵੇ। ਠੀਕ ਹੈ, ਉਹ ਇੱਕ ਤਰ੍ਹਾਂ ਦੀ ਮੋਨੋਪੋਲੀ ਹੋ ਜਾਂਦੀ ਹੈ ਵੀ ਕੋਈ ਕੰਮ ਕਰਨਾ ਸਿਰਫ ਉਹ ਬੰਦਾ ਹੀ ਕਰੇਗਾ, ਹੋਰ ਕੋਈ ਬੰਦਾ ਹੈਗਾ ਹੀ ਨਹੀਂ ਕੰਮ ਕਰਨ ਵਾਲਾ। ਠੀਕ ਹੈ, ਜਾਂ ਕਿਸੇ ਹੋਰ ਬੰਦੇ ਨੂੰ ਹੱਕ ਹੈ ਹੀ ਨਹੀਂ ਉਹ ਕੰਮ ਕਰਨ ਦਾ, ਉਹ ਮੋਨੋਪੋਲੀ ਹੁੰਦੀ ਹੈ। ਫੋਰ ਐਗਜ਼ਾਮਪਲ ਤੁਸੀਂ ਅੱਜ ਕੱਲ੍ਹ ਸਿਮ ਵਗੈਰਾ ਯੂਜ਼ ਕਰਦੇ ਹੋ ਹੈ ਨਾ, ਤਾਂ ਤੁਹਾਡੇ ਕੋਲ ਗਿਣੇ ਚੁਣੇ ਆਪਸ਼ਨ ਰਹਿ ਗਏ, ਜਾਂ ਤੁਸੀਂ ਜੀਓ ਦੀ ਸਿਮ ਲੈ ਸਕਦੇ ਹੋ, ਏਅਰਟੈਲ ਲੈ ਲਓ, ਜਾਂ ਵੋਡਾਫੋਨ ਆਈਡੀਆ ਦੀ ਸਿਮ ਹੈਗੀ ਆ ਉਹ ਲੈ ਲਓ। ਠੀਕ ਹੈ, ਜਾਂ ਚਲੋ BSNL ਲੈ ਲਓ। ਇਹ 4 ਆਪਸ਼ਨ ਤੁਹਾਡੇ ਕੋਲ ਹੈਗੇ ਆ। ਠੀਕ ਹੈ, ਕੱਲ ਨੂੰ ਕੰਪੀਟੀਸ਼ਨ ਹੋਰ ਵਧੇ ਹੈ ਨਾ, ਕਿਉਂਕਿ ਤੁਹਾਨੂੰ ਪਤਾ 2-3 ਕੰਪਨੀਆਂ ਤਾਂ ਲੋਸ ਦੇ ਵਿੱਚ ਹੈਗੀਆਂ। ਕੱਲ ਨੂੰ ਸਿਰਫ ਸਾਰੀ ਕੰਪਨੀਆਂ ਬੰਦ ਹੋ ਜਾਣ, ਇੱਕ ਕੰਪਨੀ ਬਚੇ, ਜਾਂ ਏਅਰਟੈਲ ਬਚ ਗਈ ਜਾਂ ਬਚੀ ਹੈ ਜੀਓ। ਠੀਕ ਹੈ, ਚਲੋ ਏਅਰਟੈਲ ਵੀ ਖਤਮ ਹੋ ਗਈ, ਬਸ ਜੀਓ ਬਚੀ ਹੈ। ਹੁਣ ਤੁਹਾਡੇ ਕੋਲ ਕੋਈ ਆਪਸ਼ਨ ਹੈ, ਤੁਹਾਨੂੰ ਸਿਮ ਸਿਰਫ ਜੀਓ ਦੀ ਹੀ ਲੈਣੀ ਪਊਗੀ, ਤਾਂ ਉਹ ਹੋਗੀ ਜੀਓ ਦੀ ਮੋਨੋਪੋਲੀ। ਬਾਕੀ ਸਾਰੇ ਖਤਮ ਹੋ ਗਏ। ਹੁਣ ਸਿਮ ਵੇਚਣ ਦਾ ਕੰਮ ਸਿਰਫ ਔਰ ਸਿਰਫ ਇੱਕ ਕੰਪਨੀ ਦਾ ਰਹਿ ਗਿਆ, ਜੀਓ ਦਾ। ਹੁਣ ਭਾਵੇਂ ਉਹ ਤੁਹਾਨੂੰ ਨੈਟ ਪੈਕ ਜਿਹੜਾ ਹੈਗਾ ਫ੍ਰੀ ਦੇਵੇ, ਭਾਵੇਂ 10,000 ਚ ਦੇਵੇ, ਭਾਵੇਂ 5,000 ਚ ਦੇਵੇ, ਤੁਹਾਨੂੰ ਲੈਣਾ ਹੀ ਪੈਣਾ ਹੈ। ਤਾਂ ਉਹ ਹੋ ਗਈ ਉਹਦੀ ਮੋਨੋਪੋਲੀ। ਤਾਂ ਈਸਟ ਇੰਡੀਆ ਕੰਪਨੀ ਜਦੋਂ ਆਈ ਸੀ ਹੈ ਨਾ ਇੰਗਲੈਂਡ ਤੋਂ, ਤਾਂ ਹੋਰ ਵੀ ਸੀਗੀ ਕੰਪਨੀਆਂ, ਬਟ ਉਹੀ ਕਿਉਂ ਆਈ ਹੈ, ਬਾਕੀ ਕਿਉਂ ਨਹੀਂ ਆਈ? ਕਿਉਂਕਿ ਉਹ ਮੋਨੋਪੋਲੀ ਲੈ ਕੇ ਆਏ ਸੀ। ਠੀਕ ਹੈ, ਉੱਥੋਂ ਦਾ ਜੋ ਵੀ ਰਾਜਾ ਰਾਣੀ ਸੀਗੇ, ਉੱਥੋਂ ਉਹਨਾਂ ਨੇ ਚਾਰਟਰ ਸਾਈਨ ਕਰਾਇਆ ਕਿ 20 ਸਾਲਾਂ ਵਾਸਤੇ ਸਾਨੂੰ ਮੋਨੋਪੋਲੀ ਦਿਓ। ਠੀਕ ਹੈ ਜੀ, ਹਰ 20 ਸਾਲ ਬਾਅਦ ਉੱਥੇ ਜਾਂਦੇ ਸੀ, ਆਪਣੀ ਮੋਨੋਪੋਲੀ ਨੂੰ ਐਕਸਟੈਂਡ ਕਰਾ ਕੇ ਆਉਂਦੇ ਸੀਗੇ 20 ਸਾਲ ਵਾਸਤੇ। ਠੀਕ ਹੈ, ਤੇ ਇੱਕ ਦਿਨ ਅਜਿਹਾ ਹੁੰਦਾ ਹੈ ਕਿ ਉਹ ਮੋਨੋਪੋਲੀ ਹੈ ਜਿਹੜੀ ਉਹ ਰੋਕਣੀ ਪੈਂਦੀ ਹੈ। ਠੀਕ ਹੈ, ਤਾਂ ਇਹ ਕਦੋਂ ਹੋਇਆ ਬਈ? ਤਾਂ ਇਹ ਦੇਖੋ, ਇਹ ਵੀ ਇਹ ਮੋਨੋਪੋਲੀ ਵੀ 2 ਵਾਰ ਖਤਮ ਹੋਈ ਹੈ। ਪਹਿਲਾਂ ਇੱਕ ਵਾਰ ਖਤਮ ਕਰੀ ਗਈ ਹੈ ਇੰਡੀਅਨ ਦੇ ਟ੍ਰੇਡ ਦੀ। ਜੇ ਤੁਹਾਨੂੰ ਕੁਐਸਚਨ ਹੈ ਦੇਖੋ, ਇੰਡੀਅਨ ਟ੍ਰੇਡ, ਮੋਨੋਪੋਲੀ ਓਵਰ ਇੰਡੀਅਨ ਟ੍ਰੇਡ, ਇਹ ਖਤਮ ਹੋਈ ਸੀ 1813 ਦੇ ਵਿੱਚ। ਮੋਨੋਪੋਲੀ ਓਵਰ ਇੰਡੀਅਨ ਟ੍ਰੇਡ ਹੈ ਜਿਹੜੀ ਭਾਰਤ ਦੇ ਉੱਤੇ ਹੈ ਨਾ, ਉਹ ਮਤਲਬ ਖਤਮ ਹੋਈ ਹੈ 1813 ਦੇ ਵਿੱਚ। ਜੇ ਪੁੱਛਿਆ ਜਾਵੇ ਕੰਪਲੀਟ ਮੋਨੋਪੋਲੀ ਪੂਰੀ ਤਰ੍ਹਾਂ ਨਾਲ, ਉਹ ਖਤਮ ਹੋਈ ਸੀ 1833 ਦੇ ਵਿੱਚ। ਜੇ ਤੁਹਾਨੂੰ ਪੁੱਛਿਆ ਜਾਵੇ ਕੰਪਲੀਟ ਮੋਨੋਪੋਲੀ, ਠੀਕ ਹੈ, ਕੰਪਲੀਟ ਪੂਰੀ ਤਰ੍ਹਾਂ, ਉਹ 1833 ਦੇ ਵਿੱਚ ਖਤਮ ਹੋਈ ਸੀ ਬਾਈ। ਠੀਕ ਹੈ, ਯਾਦ ਰੱਖਣਾ ਹੈ। ਮੋਨੋਪੋਲੀ ਪਹਿਲਾਂ ਇੱਕਦਮ ਨਹੀਂ ਪੂਰੀ ਖਤਮ ਕਰੀ, ਪਹਿਲਾਂ ਇੰਡੀਅਨ ਟ੍ਰੇਡ ਦੇ ਉੱਤੇ ਮੋਨੋਪੋਲੀ ਖਤਮ ਕਰੀ ਹੈ। ਤੇ ਜਿਹੜਾ ਟ੍ਰੇਡ ਆਪਣਾ ਅਮਰੀਕਾ ਨਾਲ ਚੱਲਦਾ ਸੀ, ਚਾਈਨਾ ਨਾਲ ਚੱਲਦਾ ਸੀ ਈਸਟ ਇੰਡੀਆ ਕੰਪਨੀ ਦਾ, ਉਹ ਉਹਨਾਂ ਕੋਲ ਹੀ ਰੱਖਿਆ। ਤੇ 1833 ਦੇ ਵਿੱਚ ਉਹ ਅਮਰੀਕਾ ਤੇ ਚਾਈਨਾ ਵਾਲਾ ਵਪਾਰ ਵੀ ਖਤਮ ਕਰਕੇ ਉਹਦੀ ਮੋਨੋਪੋਲੀ ਕੰਪਲੀਟਲੀ ਖਤਮ ਕਰਤੀ ਸੀਗੀ। ਠੀਕ ਹੈ, ਤਾਂ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਕੰਪਲੀਟਲੀ ਪੂਰੀ ਤਰ੍ਹਾਂ ਕਦੋਂ ਖਤਮ ਹੋਈ ਹੈ, ਉਹ 1833 ਹੋ ਜਾਏਗਾ। ਜੇ ਪੁੱਛਿਆ ਜਾਵੇ ਕਿ ਇੰਡੀਅਨ ਟ੍ਰੇਡ ਦੇ ਉੱਤੇ ਜਿਹੜੀ ਮੋਨੋਪੋਲੀ ਸੀਗੀ ਈਸਟ ਇੰਡੀਆ ਕੰਪਨੀ ਦੀ, ਉਹ ਕਦੋਂ ਖਤਮ ਹੋਈ ਹੈ, ਉਹ 1813 ਦੇ ਵਿੱਚ ਹੋ ਗਈ ਸੀ। ਡਨ ਬਈ? ਠੀਕ ਹੈ। ਉਸ ਤੋਂ ਬਾਅਦ ਬਈ, ਭਾਰਤ ਅਤੇ ਪਾਕਿਸਤਾਨ ਦੇ 2 ਸੁਤੰਤਰ ਰਾਜ ਕਿਸ ਦੁਆਰਾ ਬਣਾਏ ਗਏ ਹਨ? 2 ਇੰਡੀਪੈਂਡੈਂਟ ਸਟੇਟਸ ਆਫ ਇੰਡੀਆ ਐਂਡ ਪਾਕਿਸਤਾਨ ਵਰ ਕ੍ਰੀਏਟਡ ਬਾਈ। ਕਹਿਣ ਦਾ ਮਤਲਬ ਹੈ ਵੀ ਤੁਹਾਡੇ ਕੋਲ 4 ਆਪਸ਼ਨ ਹੈਗੇ ਆ, ਇਹਨਾਂ ਵਿੱਚੋਂ ਭਾਰਤ ਅਤੇ ਪਾਕਿਸਤਾਨ 2 ਅਲੱਗ-ਅਲੱਗ ਇੱਕ ਦੇਸ਼ ਬਣੇ ਆ, ਹੈ ਨਾ, ਉਹ ਕਿਨੇ ਬਣਾਏ ਆ? ਤਾਂ ਇਹਦਾ ਸਹੀ ਆਨਸਰ ਹੈਗਾ ਬਈ ਦੀ ਇੰਡੀਅਨ ਇੰਡੀਪੈਂਡੈਂਸ ਐਕਟ 1947। ਠੀਕ ਹੈ, ਮੈਂ ਤੁਹਾਨੂੰ ਕਿਹਾ ਹੈ ਕਿ ਅੰਗਰੇਜ਼ ਪਹਿਲੀ ਵਾਰ 1773 ਦੇ ਵਿੱਚ ਐਕਟ ਲੈ ਕੇ ਆਏ ਸੀ, ਰੈਗੂਲੇਟਿੰਗ ਐਕਟ ਇਹਨੂੰ ਕਿਹਾ ਜਾਂਦਾ, ਇਹ ਪਹਿਲਾ ਸਟੈਪ ਮੰਨਿਆ ਜਾਂਦਾ। ਉਸ ਤੋਂ ਬਾਅਦ 1947 ਤੱਕ ਉਹ ਐਕਟ ਹੀ ਲੈ ਕੇ ਆਏ ਆ। 1947 ਦਾ ਇਹ ਆਖਰੀ ਐਕਟ ਸੀਗਾ ਬਈ, ਜਿਹਨੂੰ ਕਿਹਾ ਜਾਂਦਾ ਇੰਡੀਅਨ ਇੰਡੀਪੈਂਡੈਂਸ ਐਕਟ 1947। ਇਹਦੇ ਥਰੂ ਜਾਂ ਇਹਦੇ ਤਹਿਤ ਤੁਸੀਂ ਕਹਿ ਸਕਦੇ ਹੋ ਕਿ ਭਾਰਤ ਅਤੇ ਪਾਕਿਸਤਾਨ ਹੈ 2 ਅਲੱਗ-ਅਲੱਗ ਦੇਸ਼ ਬਣਾਏ ਗਏ। ਠੀਕ ਹੈ, ਯਾਦ ਰੱਖਣਾ ਇੰਡੀਅਨ ਇੰਡੀਪੈਂਡੈਂਸ ਐਕਟ ਨੂੰ 3 ਜੂਨ ਪਲਾਨ ਵੀ ਕਿਹਾ ਜਾਂਦਾ ਹੈ, ਮਾਊਂਟਬੈਟਨ ਪਲਾਨ ਵੀ ਕਿਹਾ ਜਾਂਦਾ ਹੈ, ਮਾਊਂਟਬੈਟਨ ਪਲਾਨ ਵੀ ਕਿਹਾ ਜਾਂਦਾ ਹੈ, ਇਹ ਵੀ ਯਾਦ ਰੱਖ ਲੈਣਾ। ਠੀਕ ਹੈ, 3 ਜੂਨ ਪਲਾਨ ਜਾਂ ਮਾਊਂਟਬੈਟਨ ਪਲਾਨ ਵੀ ਕਿਹਾ ਜਾਂਦਾ ਹੈ ਇਹਨੂੰ। ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਉੱਤੇ ਸੰਸਦੀ ਨਿਯੰਤਰਣ ਪ੍ਰਦਾਨ ਕਰਨ ਲਈ ਪਹਿਲਾ ਨਿਸ਼ਚਿਤ ਕਦਮ ਕਦੋਂ ਚੁੱਕਿਆ ਗਿਆ ਸੀ? ਫਸਟ ਸਟੈਪ ਟੂ ਪ੍ਰੋਵਾਈਡ ਪਾਰਲੀਮੈਂਟਰੀ ਕੰਟਰੋਲ ਓਵਰ ਈਸਟ ਇੰਡੀਆ ਕੰਪਨੀ ਵਾਸ ਟੇਕਨ ਬਾਈ। ਠੀਕ ਹੈ, ਯਾਨੀ ਜਿਹੜੀ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਰੂਲ ਕਰ ਰਹੀ ਸੀ, ਹੈ ਨਾ, ਉਹਨਾਂ ਦੇ ਉੱਤੇ ਕੰਟਰੋਲ ਕਰਨ ਲਈ ਜਿਹੜੀ ਉਹਨਾਂ ਦੀ ਪਾਰਲੀਮੈਂਟ ਸੀ, ਉਹਨਾਂ ਨੇ ਪਹਿਲਾ ਕਦਮ ਕਦੋਂ ਚੁੱਕਿਆ? ਤਾਂ ਯਾਨੀ ਕਿ ਪਹਿਲਾ ਐਕਟ ਕਦੋਂ ਆਇਆ? ਤਾਂ ਪਹਿਲਾ ਐਕਟ ਆਇਆ 1773 ਦੇ ਵਿੱਚ, ਜਿਹਨੂੰ ਕਿਹਾ ਜਾਂਦਾ ਰੈਗੂਲੇਟਿੰਗ ਐਕਟ। ਠੀਕ ਹੈ, ਕਿੱਥੇ ਹੈ? ਇੱਥੇ ਆਪਸ਼ਨ ਗਲਤ ਹੈ, ਇਹ ਚਾਰਟਰ ਨਹੀਂ, ਇੱਥੇ ਰੈਗੂਲੇਟਿੰਗ ਲਿਖ ਲੈਣਾ ਬਈ। ਠੀਕ ਹੈ, ਮੈਂ PDF 'ਚ ਠੀਕ ਕਰਾ ਦੂੰ ਇਹਨੂੰ। PDF ਵਾਸਤੇ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ ਬਈ, ਉੱਥੇ PDF ਮਿਲ ਜੂਗੀ। ਠੀਕ ਹੈ, ਰੈਗੂਲੇਟਿੰਗ ਐਕਟ ਲਿਖੋ, ਰੈਗੂਲੇਟਿੰਗ ਐਕਟ। ਠੀਕ ਹੈ, ਬਾਕੀ ਉਹ ਟੈਲੀਗ੍ਰਾਮ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੈਗਾ ਆ, ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈਗਾ। ਠੀਕ ਹੈ, ਰੈਗੂਲੇਟਿੰਗ ਐਕਟ 1773 ਇਹ ਪਹਿਲਾ ਸਟੈਪ ਸੀਗਾ ਬਈ।
ਈਸਟ ਇੰਡੀਆ ਕੰਪਨੀ ਦੇ ਉੱਤੇ ਕੰਟਰੋਲ ਕਰਨ ਦੇ ਲਈ, ਯਾਦ ਰੱਖਣਾ ਇਹਨੂੰ। ਅੱਛਾ, ਇਸ ਐਕਟ ਦੇ ਵਿੱਚ ਕੀ ਸੀ? ਇਸ ਐਕਟ ਦੇ ਵਿੱਚ ਬਹੁਤ ਸਾਰੇ ਪ੍ਰਾਵਧਾਨ ਸੀਗੇ, ਥੋੜਾ ਜਿਹਾ ਦੇਖ ਲਓ ਇਹਨੂੰ, ਕਈ ਵਾਰ ਨਾ ਇਹਦੇ ਤੇ ਕੁਐਸਚਨ ਆ ਜਾਂਦੇ ਆ। ਇੱਕ ਤਾਂ ਕਲਕੱਤਾ ਦੇ ਵਿੱਚ, ਠੀਕ ਹੈ, ਕਲਕੱਤਾ ਦੇ ਵਿੱਚ ਫਸਟ ਕੋਰਟ ਬਣਾਈ ਗਈ ਹੈ ਇੰਡੀਆ ਦੀ, ਫਸਟ ਕੋਰਟ, ਕਿਉਂਕਿ ਆਪਣੇ ਇੱਥੇ ਕੋਰਟਾਂ ਨਹੀਂ ਸੀਗੀ, ਆਪਣਾ ਤਾਂ ਇਦਾਂ ਹੀ ਆਪਣੇ ਜਿਹੜੇ ਵਿਵਾਦ ਜਾਂ ਝਗੜੇ ਝੁਗੜੇ ਸੀ ਆਪੇ ਪਿੰਡਾਂ ਦੇ ਵਿੱਚ ਬਜ਼ੁਰਗ ਜਿਹੜੇ ਨਿਪਟਾ ਦਿੰਦੇ ਸੀ, ਠੀਕ ਹੈ। ਬਟ ਅੰਗਰੇਜ਼ਾਂ ਦਾ ਇਹ ਸਿਸਟਮ ਨਹੀਂ ਸੀ, ਤਾਂ ਅੰਗਰੇਜ਼ ਇੱਥੇ ਆ ਕੇ ਰਹਿ ਰਹੇ ਆ, ਉਹਨਾਂ ਨੇ ਆਪਣੇ ਵਾਸਤੇ ਕੋਰਟ ਹੈ ਜਿਹੜੀ ਬਣਾਈ ਹੈ। ਤਾਂ ਪਹਿਲੀ ਕੋਰਟ ਬਣਾਈ ਗਈ ਸੀ ਵੀ ਕਲਕੱਤਾ ਦੇ ਵਿੱਚ, ਯਾਦ ਰੱਖਣਾ 1774 ਦੇ ਵਿੱਚ ਬਣਾਈ ਗਈ ਸੀ, ਇਸੇ ਐਕਟ ਦੇ ਕਰਕੇ ਬਣੀ ਆ ਉਹ। ਰੈਗੂਲੇਟਿੰਗ ਐਕਟ 1773 ਦੇ ਵਿੱਚ ਹੀ ਪ੍ਰਾਵਧਾਨ ਸੀਗਾ ਕਿ ਕਲਕੱਤਾ ਦੇ ਵਿੱਚ ਇੱਕ ਕੋਰਟ ਬਣਾਈ ਜਾਏਗੀ। 4 ਜੱਜ ਸੀ ਇਹਦੇ ਚ, ਕਿੰਨੇ ਜੱਜ? 4, ਯਾਦ ਰੱਖਣ ਵਾਲਾ ਪੁਆਇੰਟ ਹੈ, ਕੁਐਸਚਨ ਆ ਚੁੱਕਿਆ। ਤੇ ਜਿਹੜਾ ਚੀਫ ਜਸਟਿਸ ਸੀਗਾ, ਹੁਣ ਚਾਰਾਂ ਦੇ ਵਿੱਚੋਂ ਇੱਕ ਤਾਂ ਮੁੱਖ ਹੋਏਗਾ ਨਾ, ਚੀਫ ਜਸਟਿਸ ਸੀਗਾ, ਉਹਦਾ ਨਾਮ ਵੀ ਪੁੱਛਿਆ ਜਾ ਚੁੱਕਿਆ ਹੈ ਪਹਿਲਾਂ, ਅਲੀਜਾ ਐਮਫੇ। ਅਲੀਜਾ ਐਮਫੇ ਪਹਿਲਾ ਨਾਮ ਚੀਫ ਜਸਟਿਸ ਸੀਗਾ, ਅਲੀਜਾ ਐਮਫੇ, ਠੀਕ ਹੈ, ਯਾਦ ਰੱਖਣਾ ਹੈ ਬਈ। ਓਕੇ, ਨੈਕਸਟ ਕੁਐਸਚਨ ਤੇ ਆ ਜਾਓ। ਹਾਂਜੀ, ਜਵਾਹਰ ਲਾਲ ਨਹਿਰੂ ਨੇ ਕਿਸ ਐਕਟ ਨੂੰ ਗੁਲਾਮੀ ਦਾ ਚਾਰਟਰ ਦੱਸਿਆ ਸੀ? ਗੁਲਾਮੀ ਦਾ ਚਾਰਟਰ, ਚਾਰਟਰ ਆਫ ਸਲੇਵਰੀ, ਠੀਕ ਹੈ। ਤਾਂ ਜਵਾਹਰ ਲਾਲ ਨਹਿਰੂ ਨੇ ਕਿਹਾ ਸੀਗਾ ਬਈ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਸੀ 1935 ਵਾਲਾ, ਉਸ ਨੂੰ ਕਿਹਾ ਸੀ, ਠੀਕ ਹੈ, ਯਾਦ ਰੱਖਣਾ। ਅਜਿਹੇ ਕੁਐਸਚਨ ਬਹੁਤ ਆਉਂਦੇ ਆ, ਕੋਈ ਸਟੇਟਮੈਂਟ ਵਗੈਰਾ ਉਹ ਦੇ ਕੇ ਕੁਐਸਚਨ ਸਿੱਧਾ ਪੁੱਛ ਲੈਂਦੇ ਆ ਕਿ ਇਹ ਸਟੇਟਮੈਂਟ, ਇਹ ਕਥਨ ਕਿਹਦੇ ਹੈਗੇ ਆ, ਤਾਂ ਇਹ ਕਥਨ ਵਗੈਰਾ ਸਟੇਟਮੈਂਟ ਵਗੈਰਾ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਸਾਰਿਆਂ ਦੀ, ਠੀਕ ਹੈ, ਇਹ ਯਾਦ ਰੱਖ ਲੈਣਾ। ਬਾਕੀ ਜਵਾਹਰ ਲਾਲ ਨਹਿਰੂ ਬਾਰੇ ਤੁਹਾਨੂੰ ਪਤਾ ਹੀ ਹੈ। ਹਾਂਜੀ, ਮੌਂਟੈਗ ਚੇਮਸਫੋਰਡ ਰਿਪੋਰਟ ਫॉर्म ਦੀ ਬੇਸਿਸ ਆਫ, ਯਾਨੀ ਮੌਂਟੈਗ, ਸਿੰਪਲ ਕੁਐਸਚਨ ਹੈ, ਮੌਂਟੈਗ ਚੇਮਸ ਰਿਪੋਰਟ ਪਤਾ ਕੀ ਚੀਜ਼ ਹੈ? ਮੌਂਟੈਗ ਸੀਗਾ ਭਾਰਤ ਦਾ ਸੈਕਟਰੀ ਤੇ ਚੇਮਸਫੋਰਡ ਸੀਗਾ ਬਈ ਭਾਰਤ ਦਾ ਉਸ ਟਾਈਮ ਵਾਇਸਰੋਏ, ਠੀਕ ਹੈ। ਇਹ ਦੋਨੋਂ ਕੁਝ ਰਿਫਾਰਮਸ ਲੈ ਕੇ ਆਏ ਸੀ, ਸਨ 1919 ਦੀ ਗੱਲ ਹੈ, ਉਸੇ ਨੂੰ ਕਿਹਾ ਜਾਂਦਾ ਹੈ ਮੌਂਟੈਗ ਚੇਮਸਫੋਰਡ ਰਿਪੋਰਟ, ਠੀਕ ਹੈ। ਮੌਂਟੈਗ ਚੇਮਸਫੋਰਡ ਰਿਪੋਰਟ 1919 ਹੈ, ਤੇ ਇਸ ਤੋਂ ਪਹਿਲਾਂ ਆਈ ਸੀ ਮੋਰਲੇ ਮਿੰਟੋ। ਮੋਰਲੇ ਮਿੰਟੋ ਦੋਨੇ ਯਾਦ ਰੱਖਣੇ ਆ ਬਈ, ਇਹਨਾਂ ਦਾ ਸਨ ਡਾਇਰੈਕਟ ਆ ਜਾਂਦਾ ਹੈ। ਮੌਂਟੈਗ ਚੇਮਸਫੋਰਡ ਰਿਪੋਰਟ ਕਦੋਂ ਆਈ ਸੀ, ਜਾਂ ਮੌਂਟੈਗ ਚੇਮਸਫੋਰਡ ਰਿਪੋਰਟ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਤਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਹੋ ਗਿਆ, ਤੇ ਮੋਰਲੇ ਮਿੰਟੋ ਰਿਫਾਰਮਸ ਜਾਂ ਮੋਰਲੇ ਮਿੰਟੋ ਰਿਪੋਰਟ ਇਹ 1909 ਹੋ ਗਿਆ ਬਈ, ਠੀਕ ਹੈ, 1909। ਮੋਰਲੇ ਮਿੰਟੋ 1909, ਮੌਂਟੇਗਿਊ ਚੇਮਸਫੋਰਡ 1919, ਠੀਕ ਹੈ, ਯਾਦ ਰੱਖਣਾ ਹੈ। ਮੋਰਲੇ ਮਿੰਟੋ 1909 ਤੇ ਮੌਂਟੈਗ ਚੇਮਸਫੋਰਡ 1919। ਉਸ ਤੋਂ ਬਾਅਦ ਬਈ, which among the following does not come under the preview of right to education? ਓਕੇ, ਰਾਈਟ ਟੂ ਐਜੂਕੇਸ਼ਨ ਦੇ ਅੰਡਰ ਕਿਹੜਾ ਨਹੀਂ ਆਉਂਦਾ ਬਈ? ਜਿਹੜਾ ਇੱਕ ਦਾਇਰਾ ਹੈਗਾ ਹੈ ਰਾਈਟ ਟੂ ਐਜੂਕੇਸ਼ਨ ਦਾ, ਤਾਂ ਦੇਖੋ ਜਿੰਨੇ ਵੀ ਪ੍ਰਾਈਵੇਟ ਸਕੂਲ ਹੈ, ਗਵਰਨਮੈਂਟ ਸਕੂਲ ਹੈ, ਸਾਰੇ ਆਉਂਦੇ ਆ, ਠੀਕ ਹੈ, ਬਟ ਮਦਰਸਾ ਨਹੀਂ ਆਉਂਦੇ, ਠੀਕ ਹੈ। ਮਦਰਸੇ ਕੀ ਹੁੰਦੇ ਆ? ਮਦਰਸੇ ਹੁੰਦੇ ਆ ਮੁਸਲਿਮ ਸਮੁਦਾਇ ਦੁਆਰਾ ਆਪਣੇ ਕਲਚਰ ਜਾਂ ਐਜੂਕੇਸ਼ਨ ਨੂੰ, ਹੈ ਨਾ, ਜਾਂ ਕੁਰਾਨ ਨੂੰ ਪ੍ਰਮੋਟ ਕਰਨ ਦੇ ਲਈ, ਜਾਂ ਬੱਚਿਆਂ ਨੂੰ ਉਹਦੀ ਸਿੱਖਿਆ ਦੇਣ ਦੇ ਲਈ, ਹੈ ਨਾ, ਜੋ ਕੁਰਾਨ ਦੇ ਵਿੱਚ ਲਿਖਿਆ ਹੈ ਉਹ ਪੜ੍ਹਾਇਆ ਜਾਂਦਾ ਹੈ ਮਦਰਸੇ ਦੇ ਵਿੱਚ, ਠੀਕ ਹੈ। ਤੇ ਇਸ ਤੋਂ ਇਲਾਵਾ ਹੋਰ ਸਬਜੈਕਟ ਵੀ ਪੜ੍ਹਾਏ ਜਾਂਦੇ, ਮਤਲਬ ਪ੍ਰੋਪਰ ਇੱਕ ਤਰ੍ਹਾਂ ਦਾ ਮੁਸਲਿਮ ਸਕੂਲ ਤੁਸੀਂ ਇਹਨੂੰ ਬੋਲ ਸਕਦੇ ਹੋ, ਠੀਕ ਹੈ, ਮਦਰਸੇ ਨੂੰ। ਤਾਂ ਇਹ ਪਰ ਰਾਈਟ ਟੂ ਐਜੂਕੇਸ਼ਨ ਦੇ ਅੰਡਰ ਨਹੀਂ ਆਉਂਦੇ, ਠੀਕ ਹੈ, ਯਾਦ ਰੱਖਣਾ ਹੈ। ਬਾਕੀ ਦੇਖੋ ਰਾਈਟ ਟੂ ਐਜੂਕੇਸ਼ਨ ਦੇ ਨਾਲ ਨਾ ਅਜਿਹੇ ਕੁਐਸਚਨ ਬਹੁਤ ਜ਼ਿਆਦਾ ਦੇਖੇ ਜਾਂਦੇ ਆ ਕਿ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਾ ਅਧਿਕਾਰ ਹੈ ਜਿਹੜਾ, ਇਹ ਕਦੋਂ ਜੋੜਿਆ ਗਿਆ? ਠੀਕ ਹੈ, 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ, ਤਾਂ ਇਹ ਜੋੜਿਆ ਗਿਆ ਸੀਗਾ ਬਈ 86ਵੇਂ ਸੰਸ਼ੋਧਨ ਦੇ ਤਹਿਤ 2003 ਦੇ ਵਿੱਚ, ਸੌਰੀ 2002 ਦੇ ਵਿੱਚ, 86ਵੇਂ ਸੰਸ਼ੋਧਨ ਦੇ ਤਹਿਤ 2002 ਦੇ ਵਿੱਚ ਜੋੜਿਆ ਗਿਆ ਸੀ। ਯਾਦ ਰੱਖਣਾ ਹੈ, 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਾ ਅਧਿਕਾਰ, ਠੀਕ ਹੈ, ਯਾਦ ਰੱਖਣਾ ਹੈ। ਉਸ ਤੋਂ ਬਾਅਦ ਬਈ, ਕਿਸ ਸੰਵਿਧਾਨਿਕ ਸੋਧ ਦੇ ਦੁਆਰਾ ਸਿੱਕਮ ਭਾਰਤੀ ਸੰਘ ਵਿੱਚ ਇੱਕ ਨਵਾਂ ਰਾਜ ਬਣਿਆ ਸੀਗਾ? ਠੀਕ ਹੈ, ਤੁਹਾਨੂੰ ਪਤਾ ਸਿੱਕਮ ਜਿਹੜਾ ਸੀਗਾ ਬਈ ਪਹਿਲਾਂ ਆਪਣੇ ਦੇਸ਼ ਦਾ ਹਿੱਸਾ ਨਹੀਂ ਸੀਗਾ। 1974 ਦੇ ਵਿੱਚ ਸਿੱਕਮ ਨੂੰ ਆਪਣੇ ਦੇਸ਼ ਦੇ ਵਿੱਚ ਜੋੜਿਆ ਗਿਆ, ਠੀਕ ਹੈ। ਪਹਿਲਾਂ ਸਿੱਕਮ ਨੂੰ ਜੋੜਿਆ, ਕੁਝ ਟਾਈਮ ਉਹ ਜੁੜਿਆ ਰਿਹਾ ਇੰਡੀਆ ਦੇ ਨਾਲ, ਬਾਅਦ ਦੇ ਵਿੱਚ ਫਿਰ ਉਹਨੂੰ ਇੱਕ ਪ੍ਰੋਪਰ ਸਟੇਟ ਦਾ ਦਰਜਾ ਮਿਲਿਆ। ਪਹਿਲਾਂ ਸਿੱਧਾ ਉਹਨੂੰ ਆਪਾਂ ਨੇ ਸਟੇਟ ਨਹੀਂ ਬਣਾਇਆ, ਠੀਕ ਹੈ, ਉਹਨੂੰ ਆਪਾਂ ਨੇ ਬਣਾ ਕੇ ਰੱਖਿਆ ਐਸੋਸੀਏਟਡ ਸਟੇਟ, ਠੀਕ ਹੈ। ਕੀ ਬਣਾ ਕੇ ਰੱਖਿਆ? ਐਸੋਸੀਏਟਡ ਸਟੇਟ ਬਣਾ ਕੇ ਰੱਖਿਆ, ਬਾਅਦ ਦੇ ਵਿੱਚ ਉਹਨੂੰ ਆਪਾਂ ਨੇ ਸਟੇਟ ਬਣਾਇਆ, ਠੀਕ ਹੈ। ਤਾਂ ਸਿੱਕਮ ਸ਼ਾਮਿਲ ਤਾਂ ਹੋ ਗਿਆ ਸੀ। ਦੇਖੋ ਸਿੱਕਮ, ਜੇ ਤੁਹਾਨੂੰ ਡਾਇਰੈਕਟ ਪੁੱਛਿਆ ਜਾਵੇ ਕਿ ਸਿੱਕਮ ਭਾਰਤ ਦੇ ਵਿੱਚ ਕਿਹੜੀ ਸੋਧ ਰਾਹੀਂ ਸ਼ਾਮਿਲ ਹੋਇਆ, ਸ਼ਾਮਿਲ ਦਾ ਪੁੱਛ ਰਹੇ ਆ ਬਈ, ਰਾਜ ਕਦੋਂ ਬਣਿਆ ਇਹ ਨਹੀਂ ਪੁੱਛ ਰਹੇ, ਠੀਕ ਹੈ। ਸਿੱਕਮ ਭਾਰਤ ਦੇ ਵਿੱਚ ਕਦੋਂ ਸ਼ਾਮਿਲ ਹੋਇਆ ਜਾਂ ਕਿਹੜੀ ਸੋਧ ਰਾਹੀਂ ਸ਼ਾਮਿਲ ਹੋਇਆ, ਤਾਂ ਉਹਦਾ ਆਨਸਰ ਹੈਗਾ 35ਵੀਂ ਸੋਧ।
35ਵੀਂ ਅਮੈਂਡਮੈਂਟ 1974 ਇਹ शामिल होने की गल हो रही है, शामिल होने वाली शोध है। फिर 1 साल रहा एसोसीएटेड स्टेट बन के, बाद दे विच उन्होंने नवी स्टेट बनाई, नवा राज्य बनाया। वो कदों बनाया? वो 36वां संशोधन 1975, ठीक है, 36वां संशोधन सीगा। यानी शामिल सिक्किम नूं कराया आपां 35वें संशोधन दे राही, नवी स्टेट बनाई है 36वें संशोधन दे राही, ठीक है। ते जे तुहानूं पुछिया जावे तारीख की सी, तां बई तारीख सीगी 26 अप्रैल 1975 नूं सिक्किम जिहड़ा सीगा बई अपने देश का 22वां राज्य बनया। ये क्वेश्चन बहुत ही ज़्यादा रिपीटेबल है, बहुत ही ज़्यादा कॉमन है, ठीक है। सिक्किम भारत का किन्नवां राज्य बनया? 22वां। सिक्किम भारत का किन्नवां राज्य बनया? 22वां राज्य बनया। कदों बनया? 26 अप्रैल 1975 नूं। किहड़ी सोध राही बनया? 36वीं सोध 1975 दे तहत बनया। बट शामिल कदों होया सी? शामिल 1 साल पहला हो चुकिया सी, 35वीं सोध 1974 दे राही, ठीक है। आ जाओ नैक्सट क्वेश्चन दे उत्ते। भारत लई कैबिनेट मिशन की अगवाई किने कीती? तां देखो बई कैबिनेट मिशन चीज़ की है? कैबिनेट मिशन है जिहड़ा 1946 दे विच भारत आया सी, ठीक है। जिवें साइमन कमीशन तुसीं सुनिया होना, ये बंदे बाहरों आंदे सीगे ब्रिटेन तो, ठीक है, इंडिया आके इंडिया दे वास्ते कुछ काम कुम करन दा मतलब कुछ एजेंडा लेके आंदे सी, सिंपल जी गल है ना। तां साइमन कमीशन नूं छड्डो, आपां कैबिनेट मिशन की गल करदे हां। कैबिनेट मिशन 1946 दे विच आया सी ते मेन काम सी कि इंडिया दे विच देखो 1946 दे हालात तो देखो तुसीं की चल रहा होना। मुस्लिम लीग ने पाकिस्तान की डिमांड पूरी मतलब अत चक्की हुई सी कि पाकिस्तान चाहिए, ठीक है। तो इधर आज़ादी की लड़ाई पूरा अपने पूरे पीक ते सीगी। कांग्रेस की डिमांड पूरे पीक ते सीगी कि हाँ अपने आज़ादी लैनी है या सरकार बनानी है, इदा सारा कुछ है ना। तो वो सारी समस्या का निपटारा करने के लिए कैबिनेट मिशन है जिहड़ा भेजा गया सी। ये टोटल मैंबर किन्ने सी? ये बहुत ही कॉमन क्वेश्चन है जो भी मैं तुहानूं दस रहा, ये कोई बहुत हाई फाई क्वेश्चन नहीं है, ठीक है। ਜਿਹੜੇ ਬੱਚਿਆਂ ਨੇ ਪ੍ਰੈਕਟਿਸ ਕਰੀ ਹੋਈ ਹੈ ਉਹਨੂੰ ਪਤਾ ਹੈ ਕਿ ਇਹ ਬਹੁਤ ਕਾਮਨ ਜੀ ਗੱਲਾਂ ਜਿਹੜੀ ਮੈਂ ਉਹਨੂੰ ਦੱਸ ਰਿਹਾ, ਠੀਕ ਹੈ। ਬਟ ਇਹ ਪਹਿਲੀ ਵੀਡੀਓ ਹੈ, ਮੈਂ ਕੁਐਸਚਨ ਵੀ ਵਨ ਲਾਈਨਰ ਹੀ ਲੈ ਕੇ ਆਇਆ। ਮੈਂ ਕਿਹਾ ਇੱਕ ਵਾਰ ਕੀ ਪਤਾ ਬੱਚੇ ਜਿਹੜੇ ਹੁੰਦੇ ਆ ਉਹਨਾਂ ਨੇ ਪੋਲਿਟੀ ਪੜ੍ਹੀ ਹੈ ਜਾਂ ਨਹੀਂ ਪੜ੍ਹੀ ਹੈ, ਤਾਂ ਉਹਨਾਂ ਨੂੰ ਇਹ ਸਾਰਾ ਸਮਝ ਆ ਜਾਊਗਾ, ਠੀਕ ਹੈ। ਜਿਹੜੇ ਹੋਰ ਕਨਸੈਪਚੁਅਲ ਕੁਐਸਚਨ ਹੈ ਨੈਕਸਟ ਪਾਰਟ ਦੇ ਵਿੱਚ ਮਿਲਣਗੇ, ਤੇ ਉਸ ਤੋਂ ਵੀ ਨੈਕਸਟ ਲੈਵਲ ਜਿਹੜੇ ਹੁੰਦੇ ਆ ਹਨਾ ਉਸ ਅਗਲੇ ਪਾਰਟ ਦੇ ਵਿੱਚ ਮਿਲਣਗੇ, ਠੀਕ ਹੈ। ਤਾਂ ਇਹਦਾ ਬਿਲਕੁਲ ਬੇਸਿਕ ਜੀ ਗੱਲਾਂ ਹੈਗੀਆਂ, ਤਾਂ ਮਤਲਬ ਪਤਾ ਹੀ ਹੋਣੀ ਚਾਹੀਦੀਆਂ ਤੁਹਾਨੂੰ। कैबिनेट मिशन 1946 ਦੇ ਵਿੱਚ ਆਇਆ ਸੀ। टोटल 3 ਮੈਂਬਰ ਸੀਗੇ। ਕਿਹੜੇ ਸੀਗੇ ਬਈ? ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਦਾ ਚੇਅਰਮੈਨ ਕੌਣ ਸੀ। ਚੇਅਰਮੈਨ ਸੀਗਾ ਪੈਥਿਕ ਲਾਰੈਂਸ, ਇਹ ਚੇਅਰਮੈਨ ਸੀਗਾ, ਠੀਕ ਹੈ। ਅੱਛਾ ਕੁਐਸਚਨ ਵੀ ਆਪਣੇ ਇਹੀ ਹੈ, ਕਿਹਨੇ ਹੈਡ ਕਰਿਆ? ਹੈਡ ਕੌਣ ਸੀਗਾ? ਪੈਥਿਕ ਲਾਰੈਂਸ ਸੀਗਾ। ਇੱਕ ਮੈਂਬਰ ਇਹ ਹੋ ਗਿਆ, ਦੂਜਾ ਮੈਂਬਰ ਹੋ ਗਿਆ ਸਟੈਫੋਰਡ ਕ੍ਰਿਪਸ, ਤੇ ਤੀਜਾ ਮੈਂਬਰ ਹੋ ਗਿਆ ਵੀ ਏਵੀ ਅਲੈਗਜ਼ੈਂਡਰ, ਠੀਕ ਹੈ। ਯਾਨੀ ਕਿ ਇਹ 3 ਮੈਂਬਰ ਸੀਗੇ, ਪੈਥਿਕ ਲਾਰੈਂਸ, ਸਟੈਫੋਰਡ ਕ੍ਰਿਪਸ ਤੇ ਏਵੀ ਅਲੈਗਜ਼ੈਂਡਰ। कैलीमेंट एटली नहीं सीगा बई, कैलीमेंट एटली तो इस टाइम ब्रिटेन का प्राइम मिनिस्टर सीगा। प्राइम मिनिस्टर जदों ये एक्ट आया तो ब्रिटेन का प्राइम मिनिस्टर सीगा कैलीमेंट एटली। सॉरी एक्ट नहीं आया, मिशन आया। कैबिनेट मिशन जदों आया कैलीमेंट एटली ब्रिटेन का या इंग्लैंड का प्रधानमंत्री सीगा, इंग्लैंड का, ठीक है। नैक्सट आ जाओ। राज्य सभा के मैंबरों का कार्यकाल कितना हुंदा है? तो राज्य सभा के मैंबरों का कार्यकाल हुंदा है 6 साल, ठीक है। राज्य सभा के मैंबरों का कार्यकाल कितना हुंदा है? 6 साल हुंदा है भाई, ठीक है। तो क्वेश्चन नूं कई बार ना मैं मतलब कई बार की मैं लास्ट ईयर ही देखा CGL दे विच क्वेश्चन, मैं अगे भी ऐड करूँगा जो है ना होर क्वेश्चन कराऊंगा। क्वेश्चन सीगा बई राज्य सभा का कार्यकाल कितना हुंदा है? तो बच्चों ने रट्टा लाया हुंदा लोक सभा 5 साल, राज्य सभा 6 साल, लोक सभा 5 साल, राज्य सभा 6 साल। तो उन्होंने सीधा 6 साल आंसर टिक कराया तो अगे वध गए। क्वेश्चन नूं ध्यान नाल पढ़िया भी नहीं, उन्होंने पूछा सीगा राज्य सभा का कार्यकाल कितना हुंदा है? बई राज्य सभा का कार्यकाल हुंदा ही नहीं। राज्य सभा परमानेंट है, राज्य सभा हमेशा रहेगी, स्थाई है वो, ठीक है। राज्य सभा के मैंबरों का कार्यकाल हुंदा है, ठीक है। याद रखना राज्य सभा के मैंबरों का कार्यकाल हुंदा है, ना कि राज्य सभा का, ठीक है। ओके। तो राज्य सभा के विच मैंबर किन्ने हुंदे आ? देखो राज्य सभा के विच मैक्सीमम मैंबर 250 हो सकते हैं, मैक्सीमम। बट एट प्रेजेंट किन्ने आ? एट प्रेजेंट हैगे 245। तो इन्हां 245 दे विचों भी 12 मैंबर जिहड़े हैगे आ ये हुंदे आ नोमीनेटेड। यानी कि नोमीनेट कौन करदा इनू? बाय प्रेजिडेंट। नोमीनेशन इन्हां दी कौन करदा है? प्रेजिडेंट करदा है। नोमीनेटेड बाय प्रेजिडेंट हुंदे आ, यानी राष्ट्रपति द्वारा भेजे जांदे आ 12 बंदे। किहड़े 12 बंदे देखांगे बाद च, कोई नहीं। बाकी बचे किन्ने? 233 बचदे आ, है ना। ये 233 बंदे हुंदे आ इलैक्टेड।
ठीक है, इलैक्टेड चुने जाते हैं ये बंदे, पर जनता नहीं चुनती, इन्होंने कोई होर चुनता है। ठीक है, इन्होंने चुनते हैं साडे MLA। ठीक है, ओके, तो ये राज्य सभा हो गया। राज्य सभा का आर्टिकल की है? राज्य सभा का आर्टिकल हैगा आर्टिकल 80। राज्य सभा का आर्टिकल की है? राज्य सभा का आर्टिकल है आर्टिकल 80। राज्य सभा की सीटां सब तो ज़्यादा किहड़ी स्टेट दे विच है? राज्य सभा की सीटां सब तो ज़्यादा यूपी दे विच हैगियां बई 31। अपने पंजाब दे विच कितनी सीटां है? अपने पंजाब दे विच राज्य सभा की सीटां हैगियां 7। ठीक है, जे पड़ोसियों की गल करिए हरियाणे कोल हैगियां 5 सीटां। ठीक है, इन्ना तो जरूर पता होना चाहिए पेपर दे विच जाण तो पहला। नैक्सट आ जाओ फिर भाई। हੇਠਾਂ ਲਿਖਿਆਂ ਵਿੱਚੋਂ ਕਿਹੜਾ ਰਾਜ ਭਾਰਤੀ ਸੰਘ ਦਾ 22ਵਾਂ राज्य ਬਣਿਆ? मैं ਹੁਣੇ ਤੁਹਾਨੂੰ ਪਹਿਲਾਂ ਕਰਾ ਕੇ ਹਟਿਆ ਹੈ ਨਾ, ਸਿੱਕਮ ਦੀ ਗੱਲ ਕਰ ਰਹੇ ਹਾਂ ਬਈ। ਠੀਕ ਹੈ, ਸਿੱਕਮ ਹੋ ਗਿਆ ਬਈ। ਸਿੱਕਮ ਕਿਹੜਾ राज्य ਬਣਿਆ? 22ਵਾਂ राज्य ਬਣਿਆ। ਹਰਿਆਣੇ ਦਾ ਯਾਦ ਰੱਖਣਾ ਹੈ, 17ਵਾਂ ਸੀਗਾ। ਹਿਮਾਚਲ ਦਾ ਯਾਦ ਰੱਖਣਾ ਹੈ, 18ਵਾਂ ਸੀਗਾ। ਇਹ ਆਲਰੇਡੀ ਆ ਚੁੱਕਿਆ ट्रिपल SB बोर्ड ਦੇ एग्जाम ਦੇ ਵਿੱਚ, ਚੈੱਕ ਕਰ ਲਿਓ। ਠੀਕ ਹੈ, ਸ਼ਾਇਦ ਕਿਹੜਾ एग्जाम ਸੀਗਾ? ਸੁਪਰੀਡੈਂਟੈਂਟ ਦਾ ਸੀਗਾ ਬਈ, ਜੇਲ੍ਹ ਵਾਲਿਆਂ ਦਾ। ਠੀਕ ਹੈ, ਇੱਕ ਵਾਰ ਚੈੱਕ ਕਰੋ, ਉਹਦੇ ਚ ਆਇਆ ਸੀਗਾ ਭਾਰਤ ਦਾ 18ਵਾਂ राज्य ਕਿਹੜਾ ਸੀਗਾ? ਹਿਮਾਚਲ। 17ਵਾਂ ਹਰਿਆਣਾ। ਓਕੇ, ਸਿੱਕਮ 22ਵਾਂ ਹੋ ਗਿਆ ਬਾਈ। ਉਸ ਤੋਂ ਬਾਅਦ ਭਾਰਤ ਦਾ ਸੰਵਿਧਾਨ ਕਿਸ ਦੁਆਰਾ ਅਪਣਾਇਆ ਗਿਆ ਸੀ? ਤਾਂ ਭਾਰਤ ਦਾ ਸੰਵਿਧਾਨ ਅਪਣਾਇਆ ਗਿਆ ਸੀਗਾ ਬਈ, ਜਿਹੜੇ ਸੰਵਿਧਾਨ ਬਣਾਵਾਂਗੇ ਉਹੀ ਸੰਵਿਧਾਨ ਅਪਣਾਵਾਂਗੇ ਨਾ। ਤਾਂ ਸੰਵਿਧਾਨ ਕੌਣ ਬਣਾ ਰਹੇ ਸੀ? ਸੰਵਿਧਾਨ ਬਣਾ ਰਹੇ ਸੀਗੇ ਸੰਵਿਧਾਨ ਸਭਾ ਵਾਲੇ। ਤਾਂ ਅਪਣਾਵਾਂਗੇ ਕੌਣ? ਤਾਂ ਅਪਣਾਉਣਗੇ ਵੀ ਉਹੀ ਬਾਈ ਸੰਵਿਧਾਨ ਸਭਾ ਵਾਲੇ, ਯਾਨੀ ਕੌਂਸਟੀਟਿਊਸ਼ਨਲ ਜਾਂ ਕੌਂਸਟੀਟਿਊਐਂਟ ਅਸੈਂਬਲੀ ਆਫ ਇੰਡੀਆ। ਇੱਥੇ ਕੌਂਸਟੀਟਿਊਐਂਟ ਲਿਖ ਲਿਓ। ਠੀਕ ਹੈ, ਕੌਂਸਟੀਟਿਊਐਂਟ ਅਸੈਂਬਲੀ ਆਫ ਇੰਡੀਆ, ਯਾਨੀ ਭਾਰਤ ਦੀ ਜਿਹੜੀ ਸੰਵਿਧਾਨ ਸਭਾ ਸੀ, ਜਿਨ੍ਹਾਂ ਨੇ ਸੰਵਿਧਾਨ ਬਣਾਇਆ, ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਐਂਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹੀ ਅਪਣਾਉਣਗੇ। ਠੀਕ ਹੈ ਨਾ, ਉਹਨਾਂ ਨੇ ਅਪਣਾਇਆ ਵੀ। ਤੇ ਕਦੋਂ ਅਪਣਾਇਆ? 26 ਨਵੰਬਰ 1949 ਨੂੰ ਅਪਣਾਇਆ। ਕਦੋਂ ਅਪਣਾਇਆ? 26 ਨਵੰਬਰ 1949 ਨੂੰ ਅਪਣਾਇਆ। ਓਕੇ, ਕਲੀਅਰ ਹੈ ਇੱਥੋਂ ਤੱਕ? ਨੈਕਸਟ ਆ ਜਾਓ ਭਾਈ। ਅਣਵੰਡੇ ਭਾਰਤ ਦੀ ਸੰਵਿਧਾਨ ਸਭਾ ਦੀ ਪਹਿਲੀ ਮੁਲਾਕਾਤ ਕਦੋਂ ਹੋਈ? ਉਹ ਪਹਿਲੀ ਮੁਲਾਕਾਤ मतलब पहली मीटिंग आने से। ठीक है, कोई चक्कर नहीं, मुलाकात मीटिंग एक ही गल है ना। तो पहली मीटिंग कदों हुई भाई? बहुत ही ज़्यादा कॉमन क्वेश्चन है, बट ये मैं जान के पाया। क्यों? क्योंकि क्वेश्चन में कोई होर पाना सीगा। हुण इहनूं चेंज कर लो भाई, बंटवारे तो बाद, है ना, आज़ादी तो बाद, आज़ादी तो बाद, आज़ादी तो बाद भारतीय संविधान सभा की पहली मुलाकात कदों हुई? ਤਾਂ ਪਹਿਲੀ ਮੁਲਾਕਾਤ ਹੋਈ ਸੀਗੀ ਬਾਈ 31 ਅਕਤੂਬਰ 1947। ਠੀਕ ਹੈ, ਯਾਦ ਰੱਖਣ ਵਾਲਾ ਪੁਆਇੰਟ ਹੈ। ਦੁਬਾਰੇ ਬਣਾਈ ਗਈ ਸੀ ਸਾਰੀ, ਕਿਉਂਕਿ ਪਹਿਲਾਂ ਜਦੋਂ ਸੰਵਿਧਾਨ ਸਭਾ ਬਣੀ 1946 ਦੇ ਵਿੱਚ, ਉਸ ਟਾਈਮ ਮੈਂਬਰ ਸੀਗੇ 389 ਤੇ ਮੈਂਬਰ ਉਹਨਾਂ ਇਲਾਕਿਆਂ ਦੇ ਵਿੱਚੋਂ ਸੀਗੇ ਬਈ, ਜਿਵੇਂ ਪਾਕਿਸਤਾਨ ਹੋ ਗਿਆ ਜਾਂ ਪੂਰਬੀ ਪਾਕਿਸਤਾਨ, ਜਿਵੇਂ ਬੰਗਲਾਦੇਸ਼ ਹੋ ਗਿਆ, ਹੈ ਨਾ। ਬਟ ਜਦੋਂ ਬਟਵਾਰਾ ਹੋ ਗਿਆ ਤਾਂ ਉਹ ਮੈਂਬਰ ਉੱਥੇ ਚਲੇ ਗਏ, ਨੋਰਮਲ ਜੀ ਗੱਲ ਹੈ। ਤਾਂ ਆਪਣੀ ਸੰਵਿਧਾਨ ਸਭਾ ਦੇ ਮੈਂਬਰ ਘਟ ਗਏ। ਨਾਲੇ ਜਿਨ੍ਹਾਂ ਨੂੰ ਪਹਿਲਾਂ ਕੋਈ ਡਿਊਟੀ ਸੌਂਪੀ ਹੋਈ ਸੀ ਕਿ ਤੂੰ ਇਹ ਕੰਮ ਕਰੇਗਾ, ਤੂੰ ਇਹ ਕੰਮ ਕਰੇਗਾ, ਹੁਣ ਉਹ ਕੰਮ ਕਿਸੇ ਹੋਰ ਨੂੰ ਸੌਂਪਣਾ ਸੀ, ਤਾਂ ਉਹ ਸਾਰਾ ਦੁਬਾਰਾ ਬਣਾਇਆ ਗਿਆ। ਠੀਕ ਹੈ, ਉਹ ਸਾਰੀ ਚੀਜ਼ਾਂ ਦੁਬਾਰੇ ਸੈੱਟ ਕਰੀ ਗਈ ਤੇ 31 ਅਕਤੂਬਰ 1947 ਨੂੰ ਉਹ ਦੁਬਾਰਾ ਸਭ ਕੁਝ ਸੈੱਟ ਹੈ ਜਿਹੜਾ ਕਰਿਆ ਗਿਆ। ਤੇ ਮੈਂਬਰ ਵੀ ਆਪਣੇ ਘਟ ਗਏ, ਮੈਂਬਰ ਰਹਿ ਗਏ 299। ਇਹ ਆਫਟਰ ਇੰਡੀਪੈਂਡੈਂਸ ਹੈਗਾ ਬਈ, ਇਹ ਆਜ਼ਾਦੀ ਤੋਂ ਪਹਿਲਾਂ ਸੀਗਾ। ਡਨ। ਨੈਕਸਟ ਆ ਜਾਓ। ਨਿਮਨ ਲਿਖਿਤ ਵਿੱਚੋਂ ਕੌਣ ਭਾਰਤ ਦੀ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਸੀਗਾ? ਯਾਨੀ ਐਡਵਾਈਜ਼ਰ ਦੀ ਗੱਲ ਹੋ ਰਹੀ ਹੈ, ਸਲਾਹਕਾਰ ਕੌਣ ਸੀ? ਤਾਂ ਇਹਦਾ ਫਿਰ ਸਹੀ ਆਨਸਰ ਹੈਗਾ ਬਈ BN ਰਾਓ। BN ਰਾਓ ਜਿਹੜੇ ਸੀਗੇ ਬਈ, ਇਹ ਸੰਵਿਧਾਨ ਸਭਾ ਦੇ ਸਲਾਹਕਾਰ ਸੀ। ਠੀਕ ਹੈ, ਚੇਅਰਮੈਨ ਨਹੀਂ ਸੀਗੇ। ਚੇਅਰਮੈਨ ਜੇ ਪੁੱਛਿਆ ਜਾਵੇ ਤਾਂ ਜਿਹੜੇ ਟੈਂਪਰੇਰੀ ਚੇਅਰਮੈਨ ਸੀਗੇ ਉਹ ਸੀਗੇ ਸਚਿਦਾਨੰਦ ਸਿਨਹਾ। ਜਿਹੜੇ ਪਰਮਾਨੈਂਟ ਚੇਅਰਮੈਨ ਸੀਗੇ ਉਹ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ। ਕਲੀਅਰ ਹੈ? ਤੇ ਇਸ ਤੋਂ ਇਲਾਵਾ ਦੇਖੋ, ਪ੍ਰੈਜ਼ੀਡੈਂਟ ਤਾਂ ਤੁਹਾਨੂੰ ਪਤਾ ਲੱਗ ਗਿਆ, ਪ੍ਰੈਜ਼ੀਡੈਂਟ ਤਾਂ ਤੁਹਾਨੂੰ ਪਤਾ ਲੱਗ ਗਿਆ। ਪ੍ਰੈਜ਼ੀਡੈਂਟ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ। ਠੀਕ ਹੈ, ਜਿਹੜੇ ਪਰਮਾਨੈਂਟ ਰਹੇ ਆ ਪ੍ਰੈਜ਼ੀਡੈਂਟ। ਬਟ 2 ਵਾਈਸ ਪ੍ਰੈਜ਼ੀਡੈਂਟ ਵੀ ਸੀਗੇ। ਕਿੰਨੇ? 2। ਇਹ ਕੁਐਸਚਨ ਆਲਰੇਡੀ ਆ ਚੁੱਕਿਆ ਹੈ ਕਿ ਸੰਵਿਧਾਨ ਸਭਾ ਦੇ ਵਾਈਸ ਪ੍ਰੈਜ਼ੀਡੈਂਟ ਕਿੰਨੇ ਸੀਗੇ? 2 ਵਾਈਸ ਪ੍ਰੈਜ਼ੀਡੈਂਟ ਸੀਗੇ। ਕਿਹੜੇ ਕਿਹੜੇ ਸੀਗੇ ਬਈ? ਇੱਕ ਬੰਦੇ ਦਾ ਨਾਮ ਸੀਗਾ HC ਮੁਖਰਜੀ, HC ਮੁਖਰਜੀ, ਤੇ ਇੱਕ ਬੰਦੇ ਦਾ ਨਾਮ ਸੀਗਾ ਬਈ VT ਕ੍ਰਿਸ਼ਨਾਮਚਾਰੀ। ਕ੍ਰਿਸ਼ਨਾਮਚਾਰੀ, ਇਹ ਲਿਖ ਲਿਓ, VT ਕ੍ਰਿਸ਼ਨਾਮਚਾਰੀ। ਓਕੇ,
ठीक है, ये याद रखना बई, ये 2 वाइस प्रेजिडेंट सीगे, ये प्रेजिडेंट सीगे डॉक्टर राजेंद्र प्रसाद ਜਿਹੜੇ परमानेंट सीगे, टैंपरेरी ਤੁਹਾਨੂੰ पता है सचिदानंद सिन्हा हो गए। ठीक है, उस तो बाद बई ਭਾਰਤ ਦਾ ਸੰਵਿਧਾਨ ਬਣਾਉਣ ਵਾਲੀ ਸੰਵਿਧਾਨ ਸਭਾ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ? ਸੰਵਿਧਾਨ ਸਭਾ ਨੂੰ ਬਣਾਇਆ ਕਿਨੇ? ਠੀਕ ਹੈ ਜੀ, ਸੰਵਿਧਾਨ ਸਭਾ ਦੀ ਮੰਗ ਤਾਂ ਆਪਾਂ ਬਹੁਤ ਲੰਬੇ ਟਾਈਮ ਤੋਂ ਕਰ ਰਹੇ ਸੀ, ਬਟ ਜਦੋਂ ਅੰਗਰੇਜ਼ਾਂ ਨੂੰ ਲੱਗਿਆ ਕਿ ਇਹ ਨਹੀਂ ਮੰਨਣ ਵਾਲੇ ਬਈ, ਇਹ ਪੱਕੇ ਢੀਠ ਹੈਗੇ ਆ ਇੰਡੀਆ ਵਾਲੇ, ਤਦ ਉਹਨਾਂ ਨੇ ਫਿਰ ਕੈਬਨਿਟ ਮਿਸ਼ਨ ਭੇਜਿਆ, ਜਿਹਦੇ ਬਾਰੇ ਆਪਾਂ ਪੜ੍ਹ ਕੇ ਆਏ ਹਾਂ ਥੋੜੇ ਟਾਈਮ ਪਹਿਲਾਂ ਹੀ। ਇਹ ਕੁਐਸਚਨ ਪੜਿਆ ਨਾ ਆਪਾਂ ਨੇ, ਕੈਬਨਿਟ ਮਿਸ਼ਨ ਵਾਲਾ ਕਿੱਥੇ ਗਿਆ ਭਾਈ? ਇਹ ਪੜਿਆ ਹੈ ਨਾ, ਕੈਬਨਿਟ ਮਿਸ਼ਨ। ਫਿਰ ਕੈਬਨਿਟ ਮਿਸ਼ਨ ਆਇਆ ਸੀਗਾ 1946 ਦੇ ਵਿੱਚ, ਇਹਨੇ ਹੀ ਫਿਰ ਸੰਵਿਧਾਨ ਸਭਾ ਜਿਹੜੀ ਬਣਾਈ ਸੀ। ਠੀਕ ਹੈ, ਤਾਂ ਆਪਸ਼ਨ ਕਿੱਥੇ ਹੈ? ਇਹ ਪਿਆ ਕੈਬਨਿਟ ਮਿਸ਼ਨ ਪਲਾਨ ਹੈ ਜਿਹੜਾ ਆਇਆ 1946 ਦੇ ਵਿੱਚ, ਇਹਦੇ ਕਹਿਣ ਤੇ ਹੀ ਸੰਵਿਧਾਨ ਸਭਾ ਬਣਾਈ ਗਈ ਹੈ। ਇਹ ਬਹੁਤ ਇੰਪੋਰਟੈਂਟ ਹੈ, ਇਹ ਪੰਜਾਬ ਦੇ ਪੇਪਰਾਂ 'ਚ ਕਈ ਵਾਰ ਆ ਚੁੱਕਿਆ ਹੈ ਕੁਐਸਚਨ, ਬਲਕਿ ਪੀਪੀਐਸਸੀ ਦੇ ਐਗਜ਼ਾਮ ਦੇ ਵਿੱਚ ਆ ਚੁੱਕਿਆ, ਪੀਪੀਐਸਸੀ ਜਿਹੜੇ ਐਗਜ਼ਾਮ ਕੰਡਕਟ ਕਰਦੀ ਹੈ ਉਹਨਾਂ ਦੇ ਵਿੱਚ ਆ ਚੁੱਕਿਆ ਹੈ। ਠੀਕ ਹੈ, ਯਾਦ ਰੱਖਣਾ ਹੈ। ਡਾਇਰੈਕਟ ਕੁਐਸਚਨ ਕੀ ਸੀਗਾ? ਕੁਐਸਚਨ ਸੀਗਾ ਇਦਾਂ ਕਿ ਭਾਰਤ ਦੀ ਸੰਵਿਧਾਨ ਸਭਾ ਦਾ ਗਠਨ ਕਿਹਦੀ ਸਿਫਾਰਿਸ਼ਾਂ ਤੇ ਹੋਇਆ? ਤਾਂ ਭਾਰਤ ਦੀ ਸੰਵਿਧਾਨ ਸਭਾ ਦਾ ਗਠਨ ਕੈਬਨਿਟ ਮਿਸ਼ਨ ਦੀ ਸਿਫਾਰਿਸ਼ਾਂ ਤੇ ਹੋਇਆ। ਠੀਕ ਹੈ, याद रखना है 1946 ਦੇ ਵਿੱਚ ਆਇਆ। 3 ਮੈਂਬਰ ਸੀਗੇ, ਹੈਡ ਸੀਗਾ ਪੈਥਿਕ ਲੋਰੈਂਸ, ਇਸ ਤੋਂ ਇਲਾਵਾ ਸਟੈਫਰਡ ਕ੍ਰਿਪਸ ਤੇ ਏਵੀ ਅਲੈਗਜ਼ੈਂਡਰ। ਉਸ ਤੋਂ ਇਲਾਵਾ ਵੀ ਭਾਰਤੀ ਸੰਵਿਧਾਨ ਸਭਾ ਦੀ ਉਦਘਾਟਨ ਮੀਟਿੰਗ ਦੀ ਪ੍ਰਧਾਨਗੀ ਕਿਹਨੇ ਕੀਤੀ ਹੈ? ਉਦਘਾਟਨ ਮੀਟਿੰਗ ਮਤਲਬ ਪਹਿਲੀ ਮੀਟਿੰਗ ਜਿਹੜੀ ਕਿ 9 ਦਸੰਬਰ 1946 ਨੂੰ ਹੋਈ ਸੀਗੀ। ਤਾਂ ਟੈਂਪਰੇਰੀ ਚੇਅਰਮੈਨ ਕੌਣ ਬਣੇ? ਯਾਨੀ ਕਿ ਸਚਿਦਾਨੰਦ ਸਿन्हा ਦੀ ਗੱਲ ਹੋ ਰਹੀ ਹੈ। ਪਹਿਲੀ ਮੀਟਿੰਗ ਹੋਈ ਸੀ 9 ਦਸੰਬਰ 1946 ਨੂੰ, ਉਸ ਟਾਈਮ ਪ੍ਰਧਾਨਗੀ ਕਿਹਨੇ ਕਰੀ ਹੈ? ਸਚਿਦਾਨੰਦ ਸਿन्हा, ਉਹ ਸੀਗੇ ਟੈਂਪਰੇਰੀ ਚੇਅਰਮੈਨ। ਠੀਕ ਹੈ, ਬਟ ਜਦੋਂ ਅਗਲੀ ਮੀਟਿੰਗ ਹੋਈ ਹੈ ਫਿਰ ਆਪਾਂ ਨੇ ਪਰਮਾਨੈਂਟ ਚੁਣ ਲਏ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ, ਤੇ ਉਹ ਜਿਹੜੀ ਮੀਟਿੰਗ ਹੋਈ ਸੀ ਦੂਜੀ ਵਾਲੀ, ਉਹ ਹੋਈ ਸੀ 11 ਦਸੰਬਰ 1946 ਨੂੰ। ਜ਼ਿਆਦਾ ਫਾਸਟ ਤਾਂ ਨਹੀਂ ਹੋ ਗਿਆ। 9 ਦਸੰਬਰ ਪਹਿਲੀ ਮੀਟਿੰਗ, ਚੇਅਰਮੈਨ ਸਚਿਦਾਨੰਦ सिन्हा। 11 ਦਸੰਬਰ ਸੈਕਿੰਡ ਮੀਟਿੰਗ, ਚੇਅਰਮੈਨ ਪਰਮਾਨੈਂਟ ਆਪਾਂ ਨੇ ਚੁਣ ਲਿਆ ਰਾਜਿੰਦਰ प्रसाद। ठीक है, याद रखना है। ओके, नेक्स्ट आ जाओ। निम्नलिखित विचों कौन भारतीय संविधान की ड्राफ्ट कमेटी का चेयरमैन सीगा? ड्राफ्ट कमेटी बई, ड्राफ्ट कमेटी अंग्रेजी का वर्ड हो गया। मसौदा याद रखो, खरड़ा याद रखो, खरड़ा, मसौदा, खरड़ा, ड्राफ्ट ते हिंदी दे विच प्रारूप। प्रारूप है ना, शायद इदा ही पढ़ता भाई, देख लियो किसी को हिंदी आती हो ना, करैक्ट कर दियो भाई। प्रारूप है ना, मसौदा, खरड़ा, प्रारूप ते अंग्रेजी दे विच वर्ड आ गया ड्राफ्टिंग कमेटी। ओके, इस कमेटी का चेयरमैन सीगे डॉक्टर भीमराव रामजी अंबेडकर। ठीक है, ये सीगे भाई ड्राफ्टिंग कमेटी बारे होर भी पॉइंट याद रखो। ड्राफ्टिंग कमेटी के टोटल मैंबर पूछे जान तो टोटल मैंबर सीगे 7। किन्ने मैंबर सीगे ड्राफ्टिंग कमेटी दे? 7। ड्राफ्टिंग कमेटी बनी कदों है? 29 अगस्त 1947 ਨੂੰ बनी सीगी ड्राफ्टिंग कमेटी। याद रखना है, ये पॉइंट बहुत ही कॉमन है, बहुत ही ज़्यादा कॉमन है। ठीक है, तो ड्राफ्टिंग कमेटी ने, ड्राफ्टिंग कमेटी का बेसिकली काम की सी, संविधान है जिहड़ा ओहदा मसौदा तैयार करना, मतलब ओहदा ड्राफ्ट तैयार करना कि साडा संविधान किहो जिहा होएगा। ਉਹ ड्राफ्ट तैयार करके लिआंदे सी, सारे दे अगे रखदे सी, सारे फिर ਉਹਦੀ रीडिंग ਹੁੰਦੀ ਸੀ, मतलब पढ़िया ਜਾਂਦਾ ਸੀ संविधान, फिर जो भी कमी पेशी मिलती सी ਉਹ नोट कर लेंदे सी, मतलब सारिਆਂ ਦੀ सलाह भी तो जरूरी सी ना, फिर ਉਹ ਦੁਬਾਰੇ चेंज करके लिआंदे सी, फिर सारिਆਂ ਦੇ सामने रखदे, फिर सब ने पढ़ना। तो इदा करके जदों तक सारिਆਂ ਦੀ सहमति नहीं हुई उदों तक ड्राफ्टिंग कमेटी अपना काम करी गई, तो संविधान ਨੂੰ 3 ਵਾਰ सारिਆਂ ਦੇ सामने रखे गया, यानी 3 रीडिंग हुई है। कितनी रीडिंग हुई है संविधान की? 3 रीडिंग हुई है, तो आखिरी वाली सीगी फाइनल रीडिंग। ठीक है ना, तो ये याद रखना है भाई। बाकी की डिटेल आप किसी और क्वेश्चन से कर लांगे। संविधान सभा का प्रधान भाई हुणे तो करके हटे हैं है ना, बिच पवादी वाले वर्ड आ जाते हैं, डॉक्टर राजेंद्र प्रसाद। ठीक है, हाँ परमानेंट यही सीगे। देखो इन्होंने सीधा पूछा भी वो वाज दी प्रेजिडेंट ऑफ कॉन्स्टिट्यूएंट असैंबली, मतलब इन्होंने प्रधान पूछा, इन्होंने नहीं कहा कि टैंपरेरी कौन है या परमानेंट कौन है। जे इहो जिहे क्वेश्चन आ जाए तो आप परमानेंट को जाएंगे सीधा। तो डॉक्टर राजेंद्र प्रसाद सीगे संविधान सभा के चेयरमैन। वाइस चेयरमैन किन्ने सीगे? 2 सीगे वाइस चेयरमैन। कौन कौन? एक सीगे HC मुखर्जी, एक सीगे VT कृष्णामाचारी। ठीक है, नैक्सट आ जाओ भाई। संविधानिक असैंबली की मंग नूं भारतीय राष्ट्रीय कांग्रेस ने 1936 विच किस सैशन दौरान रखे सीगे? यानी कांग्रेस पार्टी जिहड़ी सीगी बई हर साल अपनी मीटिंग करती सी, जिन्होंने सैशन कहा जाता है। ठीक है, तो 1936 ਦੇ ਵਿੱਚ ਉਹਨਾਂ ਨੇ ਸੰਵਿਧਾਨ ਸਭਾ ਦੀ ਮੰਗ ਰੱਖੀ ਹੈ। ਉਹ ਕਿੱਥੇ ਹੋਇਆ ਸੀਗਾ ਸੈਸ਼ਨ? ਉਹ ਮੀਟਿੰਗ ਕਿੱਥੇ ਹੋਈ ਸੀਗੀ? ਉਹ ਹੋਈ ਸੀ ਬਈ ਲਖਨਊ, ਉੱਤਰ ਪ੍ਰਦੇਸ਼, ਲਖਨਊ, ਜਿਹਨੂੰ
ਨਵਾਬੋਂ ਕੀ ਨਗਰੀ ਕਹਾ ਜਾता है, ठीक है ना, सिटी ऑफ नवाब्स ਉੱਥੇ ਹੋਈ ਸੀਗੀ ਬਈ। ਤੇ ਚੇਅਰਮੈਨ ਕੌਣ ਸੀਗਾ? ਚੇਅਰਮੈਨ ਸੀਗਾ ਜਵਾਹਰ ਲਾਲ ਨਹਿਰੂ। ਹਾਂ, ਜਵਾਹਰ ਲਾਲ ਨਹਿਰੂ ਹੀ ਸੀਗਾ, ਮੈਨੂੰ ਤਾਂ ਇਹੀ ਯਾਦ ਆ ਰਿਹਾ ਹੁਣ, ਠੀਕ ਹੈ, ਜਵਾਹਰ ਲਾਲ ਨਹਿਰੂ ਹੀ ਸੀਗਾ। ਓਕੇ, ਇੱਕ ਵਾਰ ਫਿਰ ਵੀ ਕ੍ਰੋਸ ਚੈੱਕ ਕਰ ਲਿਓ, ਕਈ ਵਾਰ ਜਲਦਬਾਜ਼ੀ 'ਚ ਹੋ ਜਾਂਦਾ ਹੈ। ਹਾਂਜੀ, ਹੇਠ ਲਿਖਿਆਂ ਵਿੱਚੋਂ ਕਿਸ ਐਕਟ ਨੇ ਪਹਿਲੀ ਵਾਰ ਚੋਣਾਂ ਦੇ ਸਿਧਾਂਤ ਨੂੰ ਪੇਸ਼ ਕਰਿਆ? ਹੇਠ ਲਿਖਿਆਂ ਵਿੱਚੋਂ ਕਿਸ ਨੇ ਪਹਿਲੀ ਵਾਰ ਚੋਣਾਂ ਦੇ ਸਿਧਾਂਤ ਨੂੰ ਪੇਸ਼ ਕਰਿਆ? ਤਾਂ ਯਾਨੀ ਕਿ ਅੰਗਰੇਜ਼ ਜਿਹੜੇ ਐਕਟ ਲੈ ਕੇ ਆਏ ਆ, ਉਹਨਾਂ ਦੇ ਵਿੱਚ ਕਿਹੜਾ ਐਕਟ ਸੀਗਾ ਜਿੱਥੇ ਪਹਿਲੀ ਵਾਰ ਇਲੈਕਸ਼ਨਾਂ ਦਾ ਜ਼ਿਕਰ ਸੀਗਾ? ਤਾਂ ਇਹਦਾ ਫਿਰ ਰਾਈਟ ਆਨਸਰ ਹੈਗਾ ਬਈ ਭਾਰਤ ਸਰਕਾਰ ਐਕਟ 1909 ਦੀ ਗੱਲ ਹੋ ਰਹੀ ਹੈ ਇੱਥੇ, ਠੀਕ ਹੈ। 1909 ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਇਲੈਕਸ਼ਨਸ ਦਾ ਪ੍ਰਧਾਨ ਹੈ ਜਿਹੜਾ ਉਹ ਪੇਸ਼ ਕਰਿਆ ਸੀਗਾ 1909, ਜਿਹਨੂੰ ਮੋਰਲੇ ਮਿੰਟੋ ਰਿਫਾਰਮਸ ਵੀ ਆਪਾਂ ਬੋਲਦੇ, ਠੀਕ ਹੈ ਨਾ, ਮੋਰਲੇ ਮਿੰਟੋ ਰਿਫਾਰਮਸ ਵੀ ਇਹਨੂੰ ਆਪਾਂ ਕਹਿੰਦੇ ਆ ਬਈ, ਠੀਕ ਹੈ, ਮੋਰਲੇ ਮਿੰਟੋ ਰਿਫਾਰਮਸ ਵੀ ਇਹਨੂੰ ਕਹਿੰਦੇ ਆ। ਉਸ ਤੋਂ ਬਾਅਦ ਭਾਰਤੀ ਸੰਵਿਧਾਨ ਦੇ ਵੱਖ-ਵੱਖ ਉਪਬੰਧਾਂ ਦੇ ਫੈਸਲਿਆਂ, ਅੱਛਾ ਸਪੇਸ ਆਣਾ ਸੀਗਾ, ਫੈਸਲਿਆਂ ਤੇ ਸੰਵਿਧਾਨ ਸਭਾ ਪਹੁੰਚੀ ਹੈ, ਕਿੱਦਾਂ ਪਹੁੰਚੀ ਹੈ ਬਈ? ਦੇਖੋ, ਜਿਹੜੀ ਆਪਣੀ ਸੰਵਿਧਾਨ ਸਭਾ ਹੈ ਵੀ ਉਹ ਸੰਵਿਧਾਨ ਬਣਾ ਰਹੀ ਹੈ, ਠੀਕ ਹੈ ਨਾ, ਤਾਂ ਕੋਈ ਵੀ ਇਹਨਾਂ ਨੇ ਕਾਨੂੰਨ ਬਣਾਇਆ, ਕੋਈ ਵੀ ਉਪਬੰਧ ਇਹਨਾਂ ਨੇ ਬਣਾਇਆ ਹੈ ਨਾ, ਕੁਝ ਵੀ ਤਿਆਰ ਕਰਿਆ, ਤਾਂ ਉਹਨੂੰ ਫਾਈਨਲ ਕਿੱਦਾਂ ਕਰਦੇ ਸੀਗੇ? ਵੋਟਿੰਗ ਦੁਆਰਾ ਕਰਦੇ ਸੀ ਜਾਂ ਕੋਈ ਹੋਰ ਮੈਥਡ ਸੀਗੇ ਇਹਨਾਂ ਦਾ, ਹੈ ਨਾ? ਤਾਂ ਇਹ ਉਹਨੂੰ ਪੱਕਾ ਮਤਲਬ ਉਹਨੂੰ ਫਾਈਨਲ ਡਨ ਕਿੱਦਾਂ ਕਰਦੇ ਸੀ? ਸਹਿਮਤੀ ਨਾਲ, ਸਾਰਿਆਂ ਦੀ ਸਹਿਮਤੀ ਜ਼ਰੂਰੀ ਹੁੰਦੀ ਸੀਗੀ ਬਈ, ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਸੀ ਹੈਗਾ ਬਈ, ਠੀਕ ਹੈ, ਜੋ ਵੀ ਇਹ ਫੈਸਲਾ ਕਰਦੇ ਸੀ ਇਹ ਸਭ ਦੀ ਸਹਿਮਤੀ ਦੇ ਨਾਲ ਹੀ ਹੁੰਦਾ ਸੀ, ਠੀਕ ਹੈ। ਹਾਂਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, 2-3 ਵਾਰ ਮੈਂ ਦੇਖ ਚੁੱਕਿਆ ਇਹਨੂੰ ਪਿਛਲੇ 2-3 ਸਾਲਾਂ ਦੇ ਵਿੱਚ ਹੀ, ਠੀਕ ਹੈ। ਕੋਲੇਜੀਅਮ ਦਾ ਸੰਬੰਧ ਕਿਹਦੇ ਨਾਲ ਹੈ? ਕੋਲੇਜੀਅਮ, ਤਾਂ ਕੋਲੇਜੀਅਮ ਦਾ ਸੰਬੰਧ ਹੈਗਾ ਬਈ ਜੁਡੀਸ਼ਰੀ ਦੇ ਨਾਲ, ਠੀਕ ਹੈ, ਜੁਡੀਸ਼ਰੀ ਦੇ ਨਾਲ ਹੈਗਾ, ਇਹਨੂੰ ਜੁਡੀਸ਼ੀਅਲ ਕੋਲੇਜੀਅਮ ਸਿਸਟਮ ਵੀ ਕਿਹਾ ਜਾਂਦਾ ਹੈ। ਇਹ ਹੈ ਕੀ ਚੀਜ਼? ਇਹਦੇ 'ਚ ਹੁੰਦਾ ਕੀ ਹੈ? ਇਹਦੇ 'ਚ ਜੱਜਾਂ ਦੀ ਨਿਯੁਕਤੀ, ਪ੍ਰਮੋਸ਼ਨ, ਟ੍ਰਾਂਸਫਰ ਵਗੈਰਾ ਹੁੰਦਾ ਹੈ, ਉਹਦੇ ਨਾਲ ਰਿਲੇਟਡ ਹੈ। ਜੱਜਾਂ ਦੀ ਨਿਯੁਕਤੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜ ਨਿਯੁਕਤ ਕਰੇ ਜਾਂਦੇ ਆ ਉਹ ਇਸ ਸਿਸਟਮ ਦੇ ਨਾਲ ਹੀ ਕਰੇ ਜਾਂਦੇ ਆ, ਠੀਕ ਹੈ, ਇਸ ਸਿਸਟਮ ਦੇ ਨਾਲ ਹੀ ਕਰੇ ਜਾਂਦੇ ਆ। ਹੁੰਦਾ ਕੀ ਹੈ, ਮੈਂ ਥੋੜਾ ਜਿਹਾ ਹੋਰ ਡਿਟੇਲ 'ਚ ਤੁਹਾਨੂੰ ਦੱਸਾਂ। ਜਿਹੜੇ ਚੀਫ ਜਸਟਿਸ ਆਫ ਇੰਡੀਆ ਹੁੰਦੇ ਆ ਉਹ, ਤੇ ਨਾਲ ਹੀ 4 ਜਿਹੜੇ ਸੀਨੀਅਰ ਮੋਸਟ ਜੱਜ ਹੁੰਦੇ ਆ, ਮਤਲਬ ਇਹਨਾਂ ਤੋਂ ਥੱਲੇ ਜਿਹੜੇ ਹੋਰ ਜੱਜ ਹੁੰਦੇ ਆ। ਚੀਫ ਜਸਟਿਸ ਆਫ ਇੰਡੀਆ ਯਾਨੀ ਸੁਪਰੀਮ ਕੋਰਟ ਦੇ ਜਿਹੜੇ ਸਭ ਤੋਂ ਵੱਡੇ ਜੱਜ ਹੈਗੇ ਆਪਣੇ ਦੇਸ਼ ਦੇ, ਆਪਣੇ ਦੇਸ਼ 'ਚ ਸਭ ਤੋਂ ਵੱਡੀ ਕੋਰਟ ਕਿਹੜੀ ਆ ਬਈ? ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਵਿੱਚ ਵੀ ਬਹੁਤ ਸਾਰੇ ਜੱਜ ਹੁੰਦੇ ਆ, ਐਟ ਪ੍ਰੈਜ਼ੈਂਟ 34 ਜੱਜ ਹੋ ਸਕਦੇ ਆ ਮੈਕਸਿਮਮ। ਉਹਨਾਂ 34 ਦੇ ਵਿੱਚੋਂ ਜਿਹੜਾ ਸਭ ਤੋਂ ਜ਼ਿਆਦਾ ਸੀਨੀਅਰ ਹੁੰਦਾ ਉਹਨੂੰ ਆਪਾਂ ਬੋਲਦੇ ਆ ਚੀਫ ਜਸਟਿਸ ਆਫ ਇੰਡੀਆ। ਕਲੀਅਰ ਹੈ? ਉਹ ਚੀਫ ਜਸਟਿਸ ਆਫ ਇੰਡੀਆ ਹੋ ਗਿਆ। ਉਸ ਤੋਂ ਥੱਲੇ ਬਹੁਤ ਸਾਰੇ ਜੱਜ ਹੋ ਗਏ, 33 ਜੱਜ ਹੋ ਗਏ ਨਾ, ਉਹਨਾਂ ਦੇ ਵਿੱਚੋਂ 4 ਜਿਹੜੇ ਹੋਰ ਜੱਜ ਹੋ ਗਏ ਸੀਨੀਅਰ ਮੋਸਟ, ਉਹ ਪੰਜੋਂ ਮਿਲ ਕੇ ਕੋਈ ਨਾਂ ਡਿਸਾਈਡ ਕਰਦੇ ਆ ਕਿਸੇ ਜੱਜ ਨੂੰ ਕੋਈ ਨਿਯੁਕਤ ਕਰਨਾ ਹੋਵੇ, ਹੈ ਨਾ, ਅਪਾਇੰਟ ਕਰਨਾ ਹੈ, ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦੇ ਵਿੱਚ ਜੱਜ ਰੱਖਣਾ, ਉਹ ਸਾਰਾ ਫਿਰ ਉਹ ਨਾਂ ਸਿਲੈਕਟ ਕਰਕੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਭੇਜਦੇ ਆ, ਪ੍ਰੈਜ਼ੀਡੈਂਟ ਆਫ ਇੰਡੀਆ ਉਹਨੂੰ ਫਿਰ ਅਪਾਇੰਟ ਕਰਤਾ। ਇਹ ਹੈਗਾ ਕੋਲੇਜੀਅਮ ਸਿਸਟਮ, ਬਸ, ਠੀਕ ਹੈ। ਨੈਕਸਟ ਆ ਜਾਓ। ਹਾਂਜੀ, ਦ ਕਰਾਊਨ ਟੁਕ ਦੀ ਗਵਰਨਮੈਂਟ ਆਫ ਇੰਡੀਆ ਇਨਟੂ ਇਟਸ ਓਨ ਹੈਂਡ, ਯਾਨੀ ਜਿਹੜਾ ਤਾਜ ਹੈਗਾ, ਤਾਜ ਤੋਂ ਭਾਵ ਇੱਥੇ ਹੈਗਾ ਆ ਵੀ ਬ੍ਰਿਟੇਨ ਦੀ ਜਿਹੜੀ ਮਹਾਰਾਣੀ ਸੀਗੀ ਉਹਦੇ ਤਾਜ ਦੀ ਗੱਲ ਹੋ ਰਹੀ ਹੈ, ਮਤਲਬ ਬ੍ਰਿਟੇਨ ਦੀ ਮਹਾਰਾਣੀ ਦੇ ਕੰਟਰੋਲ ਦੇ ਵਿੱਚ ਜਿਹੜਾ ਇੰਡੀਆ ਹੈ ਨਾ ਉਹ ਕਦੋਂ ਆਇਆ? ਤਾਂ 1857 ਦਾ ਜਿਹੜਾ ਵਿਦਰੋਹ ਹੋਇਆ ਨਾ, 1857 ਦੇ ਵਿਦਰੋਹ ਤੋਂ ਬਾਅਦ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਨੂੰ ਖਤਮ ਕਰਤਾ, ਉਹਦੇ ਤੋਂ ਸਾਰੀ ਪਾਵਰ ਹੈ ਜਿਹੜੀ ਲੈ ਲਈ, ਤੇ ਉਹ ਆਪਣੇ ਹੱਥਾਂ ਦੇ ਵਿੱਚ ਕਿਹਨੇ ਲਈ ਹੈ? ਬ੍ਰਿਟੇਨ ਕਰਾਊਨ ਨੇ ਲਈ ਹੈ ਇੱਕ ਤਰ੍ਹਾਂ ਨਾਲ, ਠੀਕ ਹੈ। ਇਹ ਕਿਹੜੇ ਐਕਟ ਦੇ ਥਰੂ ਹੋਇਆ? ਇਹ ਐਕਟ ਸੀਗਾ ਵੀ 1857 ਤੋਂ ਬਾਅਦ ਸਭ ਤੋਂ ਪਹਿਲਾਂ ਆਇਆ ਗਵਰਨਮੈਂਟ ਆਫ ਇੰਡੀਆ ਐਕਟ 1858, ਠੀਕ ਹੈ, ਯਾਦ ਰੱਖਣਾ ਹੈ। ਇਹਦੇ ਨਾਲ ਹੀ ਈਸਟ ਇੰਡੀਆ ਕੰਪਨੀ ਜਿਹੜੀ ਉਹ ਖਤਮ ਕਰ ਦਿੱਤੀ ਗਈ ਸੀ, ਠੀਕ ਹੈ। ਗਵਰਨਰ ਜਨਰਲ ਆਫ ਇੰਡੀਆ ਦੀ ਪੋਸਟ ਹੈ ਜਿਹੜੀ ਉਹਨੂੰ ਵੀ ਖਤਮ ਕਰਕੇ ਵਾਇਸਰੋਏ ਆਫ ਇੰਡੀਆ ਦੀ ਪੋਸਟ ਹੈ ਸ਼ੁਰੂ ਕਰੀ ਗਈ ਸੀ, ਵਾਇਸਰੋਏ ਆਫ ਇੰਡੀਆ ਦੀ ਪੋਸਟ ਹੈ ਜਿਹੜੀ ਉਹ ਸ਼ੁਰੂ ਕਰੀ ਗਈ ਸੀ, ਠੀਕ ਹੈ। ਆਈ ਹੋਪ ਤੁਹਾਨੂੰ ਇੱਥੋਂ ਤੱਕ ਕਲੀਅਰ ਹੋਣਾ। ਹੁਣ ਤੁਸੀਂ ਇਸ ਕੁਐਸਚਨ ਨੂੰ ਦੇਖੋ ਪਹਿਲਾਂ। ਹਾਂਜੀ, ਕੁਐਸਚਨ ਕੀ ਹੈ? ਭਾਰਤ ਸਰਕਾਰ ਦਾ ਜਿਹੜਾ ਚਿੰਨ੍ਹ ਹੈਗਾ ਬਈ, ਆਪਣਾ ਜਿਹੜਾ ਐਂਬਲਮ ਹੈ, ਨੈਸ਼ਨਲ ਐਂਬਲਮ ਹੈਗਾ ਆ 4 ਸ਼ੇਰ ਵਾਲਾ, ਹਨਾ, ਮੈਂ ਬੋਲ ਹੀ ਦਿੱਤਾ ਉਹ ਸਿੱਧਾ ਕੁਐਸਚਨ, ਠੀਕ ਹੈ, ਹਨਾ। ਭਾਰਤ ਸਰਕਾਰ ਦੇ ਚਿੰਨ੍ਹ ਵਿੱਚ ਮੌਰੀਆ ਸਾਮਰਾਜ ਵਿੱਚੋਂ ਕੀ ਲਿਆ ਗਿਆ, ਹਨਾ? ਤਾਂ ਮੌਰੀਆ ਸਾਮਰਾਜ ਆਪਣਾ ਨੈਸ਼ਨਲ ਐਂਬਲਮ ਕੀ ਹੈ ਬਈ? 4 ਸ਼ੇਰ ਹੈਗੇ ਆ, ਤਾਂ ਉਹ 4 ਸ਼ੇਰ ਹੀ ਆਪਾਂ ਨੇ ਲਏ ਆ ਮੌਰੀਆ ਸਾਮਰਾਜ ਤੋਂ। ਕਿੱਥੋਂ ਲਏ ਆ? ਮੌਰੀਆ ਸਾਮਰਾਜ ਤੋਂ। ਸਮਰਾਟ ਅਸ਼ੋਕ ਜਿਹੜੇ ਸੀਗੇ ਬਈ ਮੌਰੀਆ ਵੰਸ਼ ਦੇ ਤੀਜੇ ਰਾਜਾ, ਚੰਦਰਗੁਪਤ ਮੌਰੀਆ, ਬਿੰਦੂਸਾਰ ਮੌਰੀਆ ਤੇ ਉਸ ਤੋਂ ਬਾਅਦ ਅਸ਼ੋਕ, ਹਨਾ, ਸਮਰਾਟ ਅਸ਼ੋਕ ਜੀ ਨੂੰ ਕਿਹਾ ਜਾਂਦਾ ਹੈ। ਉੱਥੋਂ ਆਪਾਂ ਨੇ ਇਹ ਲਿਆ 4 ਸ਼ੇਰ ਵਾਲਾ ਇੱਕ, ਜਿਵੇਂ ਤੁਸੀਂ ਦੇਖਿਆ ਹੋਣਾ ਜਿਹੜਾ ਆਪਣਾ ਨੈਸ਼ਨਲ ਐਂਬਲਮ ਹੈ ਉਹਦੇ 'ਚ 3 ਸ਼ੇਰ ਵਿਜ਼ੀਬਲ ਹੈਗੇ ਆ
ਜਿਸ ਮਰਜ਼ੀ ਸਾਈਡ ਤੋਂ ਤੁਸੀਂ ਦੇਖ ਲਓ, ਚਾਰੇ ਦਿਸ਼ਾਵਾਂ ਵੱਲ 4 ਸ਼ੇਰ ਬੈਠੇ ਆ, ਠੀਕ ਹੈ ਨਾ, ਮਤਲਬ ਚਾਰੇ ਦਿਸ਼ਾਵਾਂ ਵੱਲ ਇੱਕ ਇੱਕ ਸ਼ੇਰ ਬੈਠੇ, ਚਾਰੋਂ ਦਿਸ਼ਾਵਾਂ ਨੂੰ ਮੂੰਹ ਕਰਕੇ। ਤਾਂ ਆਪਾਂ ਜਿਸ ਮਰਜ਼ੀ ਸਾਈਡ ਤੋਂ ਦੇਖਾਂਗੇ ਸਾਨੂੰ 3 ਹੀ ਸ਼ੇਰ ਵਿਜ਼ੀਬਲ ਹੁੰਦੇ ਆ। ਇਹ ਆਪਾਂ ਨੇ ਲਿਆ, ਤੇ ਇਹ ਕਿੱਥੋਂ ਲਿਆ? ਇਹ ਲਿਆ ਆਪਾਂ ਨੇ ਸਾਰਨਾਥ ਤੋਂ। ਸਾਰਨਾਥ ਇੱਕ ਜਗ੍ਹਾ ਦਾ ਨਾਂ ਹੈਗਾ ਬਈ यूपी ਦੇ ਵਿੱਚ। ਇੱਥੋਂ ਸਮਰਾਟ ਅਸ਼ੋਕ ਦੇ ਬਹੁਤ ਸਾਰੇ ਸਤੰਭ ਵਗੈਰਾ ਮਿਲੇ ਆ, शिलालेख अभिलेख ਮਿਲੇ ਆ, ਪੁਰਾਣਾ ਖੁਦਾਈ ਚੋਂ ਸਮਾਨ ਮਿਲਿਆ। ਤਾਂ ਉੱਥੋਂ ਇਹ ਵੀ ਮਿਲੇ ਸੀਗੇ 4 ਸ਼ੇਰ, ਜਿਹਨੂੰ ਬਾਅਦ ਚ ਆਪਾਂ ਨੇ ਆਪਣੇ ਨੈਸ਼ਨਲ ਐਂਬਲਮ ਦੇ ਰੂਪ ਦੇ ਵਿੱਚ ਬਣਾਇਆ। ਕਲੀਅਰ ਹੈ? ਠੀਕ ਹੈ। ਤੇ ਇਹ ਵੀ ਯਾਦ ਰੱਖਣਾ ਹੈ, ਸਤਿਅਮੇਵ ਜਯਤੇ ਜਿਹੜਾ ਵਰਡ ਹੈ ਬਾਈ, ਇਹ ਕਿੱਥੋਂ ਲਿਆ? ਤਾਂ ਇਹ ਆਪਾਂ ਨੇ ਮੁੰਡਕ ਉਪਨਿਸ਼ਦ ਤੋਂ ਲਿਆ, ਮੁੰਡਕ ਉਪਨਿਸ਼ਦ ਤੋਂ ਲਿਆ। ਠੀਕ ਹੈ, ਇਹ ਵੀ ਯਾਦ ਰੱਖਣਾ ਹੈ, ਮੁੰਡਕ ਉਪਨਿਸ਼ਦ ਤੋਂ ਲਿਆ ਬਈ ਆਪਾਂ ਨੇ। ਨੈਕਸਟ ਹੈ ਜੀ, ਦ ਆਫਿਸ ਆਫ ਗਵਰਨਰ ਜਨਰਲ ਆਫ ਇੰਡੀਆ ਵਾਜ਼ ਕ੍ਰੀਏਟਡ ਬਾय ਵਿਚ ਐਕਟ। ਠੀਕ ਹੈ ਜੀ, ਠੀਕ ਹੈ। ਗਵਰਨਰ ਜਨਰਲ ਆਫ ਇੰਡੀਆ ਦਾ ਆਫਿਸ ਕਦੋਂ ਬਣਾਇਆ ਗਿਆ? ਤਾਂ ਗਵਰਨਰ ਜਨਰਲ ਆਫ ਇੰਡੀਆ ਦਾ ਆਫਿਸ ਬਣਾਇਆ ਗਿਆ 1833 ਦੇ ਵਿੱਚ। ਇਸ ਤੋਂ ਪਹਿਲਾਂ ਫਿਰ ਕੀ ਸੀਗਾ? ਇਸ ਤੋਂ ਪਹਿਲਾਂ ਸੀਗਾ ਆਫਿਸ ਗਵਰਨਰ ਜਨਰਲ ਆਫ ਬੰਗਾਲ ਦਾ। ਠੀਕ ਹੈ ਨਾ, ਗਵਰਨਰ ਜਨਰਲ ਆਫ ਬੰਗਾਲ ਸੀਗਾ, ਇਸ ਤੋਂ ਪਹਿਲਾਂ ਵਰਡ ਯੂਜ਼ ਹੁੰਦਾ ਸੀਗਾ। 1833 ਦੇ ਐਕਟ ਆਂਦਾ ਹੈ। 1833 ਦੇ ਐਕਟ ਤੋਂ ਬਾਅਦ ਕੀ ਕਰਦੇ ਆ? ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਅਪਾਇੰਟ ਕਰ ਦਿੰਦੇ ਆ। ਠੀਕ ਹੈ, ਤਾਂ ਯਾਦ ਰੱਖਣਾ, ਇਸ ਤੋਂ ਪਹਿਲਾਂ ਵਰਡ ਯੂਜ਼ ਹੁੰਦਾ ਸੀ ਗਵਰਨਰ ਜਨਰਲ ਆਫ ਬੰਗਾਲ। ਕੁਐਸਚਨ ਇਦਾਂ ਵੀ ਆ ਜਾਂਦਾ ਹੈ ਕਿ ਗਵਰਨਰ ਜਨਰਲ ਆਫ ਬੰਗਾਲ ਨੂੰ ਕਦੋਂ ਗਵਰਨਰ ਜਨਰਲ ਆਫ ਇੰਡੀਆ ਬਣਾਇਆ ਗਿਆ? ਤਾਂ ਉਹ ਗੱਲ ਹੋ ਰਹੀ ਹੈ ਚਾਰਟਰ ਐਕਟ 1833 ਵਾਲੀ। ਸਮਝਿਓ ਗੱਲ? ਓਕੇ, ਕੌਣ ਬੰਦਾ ਸੀਗਾ ਜਿਹੜਾ ਪਹਿਲਾਂ ਬਣਿਆ ਬਈ? ਫਸਟ ਗਵਰਨਰ ਜਨਰਲ ਆਫ ਇੰਡੀਆ, ਫਸਟ ਗਵਰਨਰ ਜਨਰਲ ਆਫ ਇੰਡੀਆ ਬਣਿਆ ਬਈ ਵਿਲੀਅਮ ਬੈਂਟਿਕ। ਵਿਲੀਅਮ ਬੈਂਟਿਕ ਬਣਿਆ ਬਈ ਫਸਟ ਗਵਰਨਰ ਜਨਰਲ ਆਫ ਇੰਡੀਆ। ਕਲੀਅਰ ਹੈ? ਤੇ ਗਵਰਨਰ ਜਨਰਲ ਆਫ ਬੰਗਾਲ ਕੌਣ ਸੀਗਾ ਬਈ? ਫਸਟ ਗਵਰਨਰ ਜਨਰਲ ਆਫ ਬੰਗਾਲ, ਫਸਟ। ਤਾਂ ਫਸਟ ਗਵਰਨਰ ਜਨਰਲ ਦੀ ਮੈਂ ਗੱਲ ਕਰ ਰਿਹਾ, ਗਵਰਨਰ ਜਨਰਲ ਆਫ ਬੰਗਾਲ ਸੀਗਾ ਵਾਰਨ ਹੈਸਟਿੰਗ, ਵਾਰਨ ਹੈਸਟਿੰਗ। ਠੀਕ ਹੈ, ਤੇ ਜੇ ਗਵਰਨਰ ਜਨਰਲ ਵਰਡ ਹਟਾ ਦਈਏ, ਠੀਕ ਹੈ ਨਾ, ਫਸਟ ਗਵਰਨਰ ਆਫ ਬੰਗਾਲ ਤਾਂ ਹੋ ਜਾਂਦਾ ਰੋਬਰਟ ਕਲਾਈਵ। ਠੀਕ ਹੈ, ਫਸਟ ਗਵਰਨਰ ਆਫ ਬੰਗਾਲ ਰੋਬਰਟ ਕਲਾਈਵ, ਫਸਟ ਗਵਰਨਰ ਜਨਰਲ ਆਫ ਬੰਗਾਲ ਵਾਰਨ ਹੈਸਟਿੰਗ, ਫਸਟ ਗਵਰਨਰ ਜਨਰਲ ਆਫ ਇੰਡੀਆ ਵਿਲੀਅਮ ਬੈਂਟਿਕ, ਫਸਟ ਵਾਇਸਰੋਏ, ਫਸਟ ਵਾਇਸਰੋਏ ਇਹ ਹੋ ਜਾਏਗਾ ਕੈਨਿੰਗ, ਇਹ ਹੋ ਜਾਏਗਾ ਕੈਨਿੰਗ। ਠੀਕ ਹੈ, ਯਾਦ ਰੱਖਣਾ ਹੈ। ਉਸ ਤੋਂ ਬਾਅਦ ਬਈ ਬਿਲਕੁਲ ਸਿੰਪਲ ਕੁਐਸਚਨ ਹੈ, ਆਈ ਹੋਪ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਹੈ ਨਾ, ਕਿਸ ਨੂੰ ਭਾਰਤੀ ਸੰਵਿਧਾਨ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ? ਤਾਂ ਗੱਲ ਹੋ ਰਹੀ ਹੈ ਡਾਕਟਰ ਭੀਮ ਰਾਓ ਰਾਮਜੀ ਅੰਬੇਡਕਰ ਦੀ। ਠੀਕ ਹੈ, ਨੈਕਸਟ ਆ ਜਾਓ। ਓਕੇ, ਥੋੜੀ ਜੀ ਪ੍ਰਮੋਸ਼ਨ ਦਾ ਟਾਈਮ ਹੋ ਗਿਆ ਹੁਣ। ਠੀਕ ਹੈ, ਦੇਖੋ ਬਈ ਆਪਣੀ ਐਂਡਰੋਇਡ ਐਪ ਹੈਗੀ ਹੈ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਆਪਣੀ ਐਂਡਰੋਇਡ ਐਪ ਹੈਗੀ ਆ। ਐਂਡਰੋਇਡ ਕੀ iOS ਐਪ ਵੀ ਹੈਗੀ ਆ, ਤੁਸੀਂ ਕੋਈ ਵੀ ਮੋਬਾਈਲ ਯੂਜ਼ ਕਰਦੇ ਹੋ ਤਾਂ ਸਾਡੀ ਐਪ ਹੈ ਜਿਹੜੀ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, ਪੰਜਾਬ ਦੇ ਹਰ ਇੱਕ ਐਗਜ਼ਾਮ ਦੀ ਤਿਆਰੀ ਆਪਾਂ ਕਰਾਉਂਦੇ ਆ। YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਉੱਥੇ ਸਾਡੀ ਕਲਾਸਾਂ ਪਈਆਂ। ਜੇ ਤੁਹਾਨੂੰ ਸਾਡੇ ਪੜਾਉਣ ਦਾ ਵੇ ਵਧੀਆ ਲੱਗਦਾ ਹੈ, ਤਰੀਕਾ ਵਧੀਆ ਲੱਗਦਾ ਹੈ, ਤਾਂ ਤੁਸੀਂ ਐਪ ਦੇ ਵਿੱਚ ਸਾਡੇ ਕੋਰਸ ਜੁਆਇਨ ਕਰ ਸਕਦੇ ਹੋ। ਠੀਕ ਹੈ, ਹਰ ਇੱਕ ਐਗਜ਼ਾਮ ਦੀ ਤਿਆਰੀ ਕਰਾਉਂਦੇ ਆ। ਤੁਸੀਂ ਕੱਲੀ GS ਪੜ੍ਹਨੀ ਹੈ ਉਹਦੇ ਵੀ ਬੈਚ ਹੈਗੇ, ਤੁਸੀਂ ਕੱਲਾ ਮੈਥ ਪੜ੍ਹਨਾ ਉਹਦੇ ਵੀ ਬੈਚ ਹੈਗੇ ਆ। ਇਸ ਤੋਂ ਇਲਾਵਾ ਇੱਕ ਕੰਪਲੀਟ ਬੈਚ ਹੈਗਾ ਆਪਣਾ ਪ੍ਰਤਾਪੀ ਬੈਚ। ਇਸ ਬੈਚ ਦੇ ਵਿੱਚ ਤੁਹਾਨੂੰ ਕੰਪਲੀਟ ਪੈਕੇਜ ਮਿਲਦਾ ਹੈ, ਸਾਰਾ GS ਮਿਲਦਾ ਹੈ, ਸਾਰਾ ਮੈਥ ਮਿਲਦਾ ਹੈ, ਸਾਰਾ ਰੀਜ਼ਨਿੰਗ ਮਿਲਦੀ ਹੈ, ਇੰਗਲਿਸ਼ ਮਿਲਦੀ ਹੈ, ਪੰਜਾਬੀ ਮਿਲਦੀ ਹੈ, ਹਰ ਇੱਕ ਚੀਜ਼ ਮਿਲਦੀ ਹੈ। ਪੰਜਾਬ ਦੇ ਜਿੰਨੇ ਵੀ ਪੇਪਰ ਹੁੰਦੇ ਆ ਸਾਰਿਆਂ ਦੀ ਤਿਆਰੀ ਵਾਸਤੇ ਇਹ ਬੈਚ ਹੈਗਾ ਹੈ। 1 ਸਾਲ ਦੀ ਇਹਦੀ ਵੈਲਿਡਿਟੀ ਹੈ। ਓਕੇ, PDF ਵਗੈਰਾ ਸਭ ਕੁਝ ਪ੍ਰੋਵਾਈਡ ਹੋ ਜਾਂਦਾ ਹੈ, ਟੈਸਟ ਵਗੈਰਾ, ਮਤਲਬ ਵਧੀਆ ਕੰਪਲੀਟ ਪੈਕੇਜ ਹੈ। ਜੇ ਤੁਸੀਂ ਸਿਰਫ ਔਰ ਸਿਰਫ ਆਪਣਾ ਪੰਜਾਬ ਪੁਲਿਸ ਤੇ ਫੋਕਸ ਰੱਖਣਾ ਚਾਹੁੰਦੇ ਹੋ ਤਾਂ ਇਹ ਸਾਡਾ ਪੰਜਾਬ ਪੁਲਿਸ ਦਾ ਸਪੈਸ਼ਲ ਬੈਚ ਹੈ। ਇਹ ਪੰਜਾਬ ਪੁਲਿਸ ਦੇ ਸਿਲੇਬਸ ਅਕੋਰਡਿੰਗ ਤੁਹਾਨੂੰ ਮਿਲ ਜੂਗਾ ਬਈ, ਜੋ ਉਹਨਾਂ ਦਾ ਸਿਲੇਬਸ ਹੈਗਾ ਬਸ ਉਹੀ ਇਹਦੇ ਚ ਮਿਲੂਗਾ। ਠੀਕ ਹੈ, ਸਾਰਾ ਕੁਝ ਨਹੀਂ, ਜੋ ਸਿਰਫ ਪੰਜਾਬ ਪੁਲਿਸ ਵਾਸਤੇ ਹੈਗਾ। ਜਿਸ ਬੱਚੇ ਨੂੰ ਸਿਰਫ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਹੈ ਉਹ ਇਸ ਨਾਲ ਜੁੜ ਸਕਦਾ ਹੈ। ਠੀਕ ਹੈ, ਤੇ ਜਿਹਨੇ ਸਿਰਫ ਮੈਥ ਪੜ੍ਹਨਾ ਹੈ ਉਹ ਮੈਥ ਮੈਜਿਕ, ਮਤਲਬ ਤੁਹਾਨੂੰ ਪਤਾ ਹੈ ਦੀਪ ਸਰ ਦਾ ਕੋਈ ਮੁਕਾਬਲਾ ਨਹੀਂ ਹੈਗਾ ਮੈਥ ਦੇ ਵਿੱਚ, ਵਾਕਈ ਮੈਥ ਮੈਜੀਸ਼ੀਅਨ ਉਹ ਹੈਗੇ ਆ। ਠੀਕ ਹੈ, ਸ਼ੋਰਟ ਟ੍ਰਿਕਸ ਦੇ ਮਾਮਲੇ ਦੇ ਵਿੱਚ ਤਾਂ ਉਹਨਾਂ ਬਹੁਤ ਸਾਰੀ ਕਲਾਸਾਂ ਉਹਨਾਂ ਦੀ ਪਈਆਂ YouTube ਦੇ ਉੱਤੇ। ਠੀਕ ਹੈ ਨਾ, ਤੁਸੀਂ ਸਾਰੀ ਉਹ ਦੇਖੋ। ਤੁਹਾਨੂੰ ਲੱਗਦਾ ਕਿ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਹੈ ਤਾਂ ਇਹ ਬੈਚ ਹੈਗਾ ਆ। ਠੀਕ ਹੈ,
ਇਹ ਮੇਰਾ ਜੀਐਸ ਦਾ ਬੈਚ ਹੈਗਾ ਬਈ, ਕੰਪਲੀਟ ਜੀਐਸ ਇੱਥੇ ਮੇਰੇ ਦੁਆਰਾ ਹੀ ਕਰਾਈ ਜਾਂਦੀ ਹੈ। ਇਹ ਬੈਚ ਆਲਰੇਡੀ ਚੱਲਿਆ ਹੋਇਆ, ਬਟ ਇਹ ਨਹੀਂ ਕਿ ਤੁਸੀਂ ਇਹਨੂੰ ਅੱਜ ਜੁਆਇਨ ਕਰੋਗੇ ਤਾਂ ਤੁਹਾਨੂੰ ਅੱਜ ਹੀ ਸਾਰੀ ਕਲਾਸਾਂ ਮਿਲ ਜਾਣਗੀਆਂ, ਠੀਕ ਹੈ। ਪੋਲਿਟੀ ਕੰਪਲੀਟ ਹੋ ਚੁੱਕੀ ਹੈ, ਕੰਪਿਊਟਰ ਜੀਕੇ ਕੰਪਲੀਟ ਹੋ ਚੁੱਕਿਆ ਹੈ। ਹੁਣ ਬਾਰੀ ਹੈਗੀ ਹੈ ਮਾਡਰਨ ਹਿਸਟਰੀ ਤੇ ਪੰਜਾਬ ਜੀਕੇ ਸ਼ੁਰੂ ਕਰਨ ਦੀ, ਉਹ ਮੈਂ ਅੱਜ ਤੋਂ ਹੀ ਸ਼ੁਰੂ ਕਰ ਦੂੰ, ਠੀਕ ਹੈ। ਅੱਜ ਜਾਂ ਕੱਲ ਤੋਂ ਕਲਾਸਾਂ ਜਿਹੜੀ ਪੈਣੀ ਸ਼ੁਰੂ ਹੋ ਜਾਏਗੀ, ਯਾਨੀ ਕਿ 15 ਕੁ ਦਿਨ ਦੇ ਵਿੱਚ ਇੱਥੇ ਸਾਰਾ ਇਹ ਬੈਚ ਵੀ ਕੰਪਲੀਟ ਹੋ ਜਾਏਗਾ। ਬਟ ਤੁਸੀਂ ਇਹਦੇ ਨਾਲ ਜੁੜ ਸਕਦੇ ਹੋ, ਇਹਨਾਂ ਤੁਸੀਂ ਪੁਰਾਣੀ ਕਲਾਸੇ ਕਰਾਂਗੇ, ਇਹਨਾਂ ਨਵੀਂ ਕਲਾਸਾਂ ਰੈਡੀ ਹੋ ਜਾਣਗੀਆਂ ਇਹਦੇ ਵਿੱਚ, ਠੀਕ ਹੈ। ਇਹਨਾਂ ਸਾਰਿਆਂ ਦੀ ਜੋ ਵੀ ਫੀਸ ਹੈਗੀ ਹੈ, ਸਾਰਿਆਂ ਦੇ ਉੱਤੇ ਤੁਹਾਨੂੰ ਆਫ ਮਿਲ ਜੂਗਾ। ਬਸ ਇੱਕ ਤੁਸੀਂ ਕੂਪਨ ਜਿਹੜਾ ਉਹ ਅਪਲਾਈ ਕਰਨਾ ਹੈ। ਕੂਪਨ ਦਾ ਨਾਂ ਕੀ ਹੈਗਾ ਆ, ਮੈਂ ਤੁਹਾਨੂੰ ਕੂਪਨ ਲਿਖਦਾ ਬਈ ਇੱਥੇ, ਠੀਕ ਹੈ। ਕੂਪਨ ਹੈਗਾ ਆ $2022 PP, है ना, जट मोढे उत्ते PP लिखाई फिरदा है पंजाब पुलिस, ठीक है। इस पंजाब पुलिस वाले वास्ते स्पेशल है, ठीक है। 2022 PP ये कूपन हैगा बई, ये अप्लाई करने तो बाद तुहानू 40% ऑफ मिल जूगा, कोई भी कोर्स तुसी परचेस कर लो, ठीक है। ओके, हुण आपां अपने टॉपिक ते दुबारे चलदे हैं बई। इंग्लैंड के प्रधानमंत्री एटली ने ਭਾਰਤੀਆਂ ਨੂੰ ਕਦੋਂ ਤੱਕ ਸ਼ਕਤੀਆਂ ਤਬਦੀਲ ਕਰਨ ਦਾ ਐਲਾਨ ਕੀਤਾ ਸੀ, ਠੀਕ ਹੈ। ਯਾਨੀ ਅੰਗਰੇਜ਼ ਜਦੋਂ ਪਲਾਨ ਬਣਾ ਰਹੇ ਸੀ ਕਿ ਇਹਨਾਂ ਨੇ ਇੰਡੀਆ ਨੂੰ ਆਜ਼ਾਦ ਕਰਨਾ ਹੈ, ਤਾਂ ਉਹ ਆਪਣੇ ਪਲਾਨ ਦੇ ਹਿਸਾਬ ਨਾਲ ਚੱਲ ਰਹੇ ਸੀ। ਤਾਂ ਉਹਨਾਂ ਨੇ ਅਨਾਉਂਸ ਕਰਿਆ ਸੀ ਕਿ ਜੂਨ 1948 ਤੱਕ ਆਪਾਂ ਇੰਡੀਆ ਨੂੰ ਫ੍ਰੀ ਕਰ ਦਾਂਗੇ, ਜੋ ਵੀ ਪਾਵਰ ਹੈਗੀ ਆ ਆਪਾਂ ਇੰਡੀਅਨਸ ਨੂੰ ਟ੍ਰਾਂਸਫਰ ਕਰ ਦਾਂਗੇ ਜੂਨ 1948 ਤੱਕ। ਬਟ ਇਹ ਪੋਸੀਬਲ ਨਹੀਂ ਹੋਇਆ, ਇਹਨਾਂ ਨੂੰ ਆਪਣਾ ਹੀ ਪਲਾਨ ਹੈ ਜਿਹੜਾ ਚੇਂਜ ਕਰਨਾ ਪਿਆ, ਕਿਉਂਕਿ ਇਹਦੀ ਅਨਾਉਂਸਮੈਂਟ ਕਰਨ ਤੋਂ ਬਾਅਦ ਮੁਸਲਿਮ ਲੀਗ ਨੇ ਇੰਡੀਆ ਦੇ ਵਿੱਚ ਇੰਨੇ ਜ਼ਿਆਦਾ ਦੰਗੇ ਕਰੇ ਆ ਕਿ ਹਰ ਕੇ ਕਾਂਗਰਸ ਜਾਂ ਹੋਰ ਜਿਹੜੇ ਫਰੀडम ਫਾਈਟਰ ਸੀਗੇ ਜਾਂ ਜਿਹੜੇ ਅੰਗਰੇਜ਼ ਵੀ ਸੀਗੇ, ਇਹਨਾਂ ਨੂੰ ਵੀ ਮੰਨਣਾ ਪਿਆ ਕਿ ਹਾਂ ਜੂਨ 48 ਤੱਕ ਤਾਂ ਵੇਟ ਹੋਣੀ ਨਹੀਂ, ਪਹਿਲਾਂ ਹੀ ਇਹਨਾਂ ਨੂੰ ਪਾਕਿਸਤਾਨ ਦੇਣਾ ਪੈਣਾ ਹੈ, ਠੀਕ ਹੈ। ਤਾਂ ਇਸ ਕਰਕੇ ਫਿਰ ਇਹਨਾਂ ਨੂੰ ਇੰਡੀਅਨ ਇੰਡੀਪੈਂਡੈਂਸ ਐਕਟ ਹੈ ਜਿਹੜਾ ਉਹ ਲੈ ਕੇ ਆਣਾ ਪਿਆ, ਤੇ ਠੀਕ ਹੈ ਨਾ, 1947 ਦੇ ਵਿੱਚ ਆਜ਼ਾਦ ਇੰਡੀਆ ਹੋ ਗਿਆ, ਠੀਕ ਹੈ। ਯਾਦ ਰੱਖਣਾ ਹੈ, ਤੇ ਠੀਕ ਹੈ, ਬਸ ਇੰਨਾ ਬਹੁਤ ਹੈ। ਉਸ ਤੋਂ ਬਾਅਦ ਬਈ संविधान की ड्राफ्ट कमेटी के सामने किसने प्रस्तावना का प्रस्ताव रखा, प्रस्तावना यानी प्रेमबल, ठीक है। प्रेमबल संविधान की ड्राफ्ट कमेटी के सामने किने प्रस्तावना का यानी प्रेमबल का प्रस्ताव रखा, तो एक गल हो रही है जवाहरलाल नेहरू की। एक गल कि हो रही है बई, एक गल हो रही है जवाहरलाल नेहरू की। प्रेमबल की चीज़ है, प्रेमबल हैगा भी अपने संविधान ਦੇ ਬਾਹਰ, ਤੁਸੀਂ ਸਮਝੋ ਕਿ ਸੰਵਿਧਾਨ ਦੇ ਬਾਹਰ ਕੁਝ ਇੱਕ ਪੈਰਾ ਲਿਖਿਆ ਹੋਇਆ ਕਿ ਹਾਂ ਆਪਾਂ ਆਪਣੇ ਦੇਸ਼ ਨੂੰ ਅਜਿਹਾ ਬਣਾਵਾਂਗੇ, ਇੱਥੇ ਇਹ ਮਿਲੇਗਾ, ਇਹ ਮਿਲੇਗਾ, ਇਹ ਮਿਲੇਗਾ, ਐਦਾਂ ਕਰਕੇ ਲਿਖਿਆ ਹੋਇਆ। ਫਿਰ ਜਿੰਨੇ ਵੀ ਸੰਵਿਧਾਨ ਬਣਾਉਣ ਵਾਲੇ ਸੀਗੇ ਉਹਨਾਂ ਨੇ ਡੇਟ ਤੇ ਸਾਈਨ ਹੈ ਜਿਹੜੇ ਉਹ ਕਰੇ ਹੋਏ ਆ ਉੱਥੇ। ਸੰਵਿਧਾਨ ਦੇ ਬਾਹਰ ਹੈਗਾ ਆ ਪ੍ਰੇਮਬਲ ਯਾਨੀ ਪ੍ਰਸਤਾਵਨਾ, ਠੀਕ ਹੈ। ਹਿੰਦੀ ਦੇ ਵਿੱਚ ਉਦੇਸ਼ਿਕਾ ਇਹਨੂੰ ਆਪਾਂ ਕਹਿੰਦੇ ਆ, ਤੇ ਇਹ ਜਵਾਹਰਲਾਲ ਨਹਿਰੂ ਦੇ ਕਹਿਣ ਤੇ ਆਪਾਂ ਨੇ ਐਡ ਕਰੀ ਸੀ। ਤੇ ਬਈ ਇਹ ਜਿਹੜੀ ਪ੍ਰੇਮਬਲ ਯਾਨੀ ਪ੍ਰਸਤਾਵਨਾ ਹੈਗੀ ਹੈ, ਇਹ USA ਤੋਂ ਲਈ ਆਪਾਂ ਨੇ। ਕਿੱਥੋਂ ਲਈ ਹੈ? USA ਤੋਂ। ਅਮਰੀਕਾ ਦੁਨੀਆ ਦਾ ਪਹਿਲਾ ਦੇਸ਼ ਹੈ ਜਿਹਨੇ ਆਪਣੇ ਸੰਵਿਧਾਨ ਦੇ ਵਿੱਚ ਪ੍ਰੇਮਬਲ ਹੈ ਜਿਹੜਾ ਐਡ ਕਰਿਆ, ਠੀਕ ਹੈ। ਯਾਦ ਰੱਖਣਾ, ਬਸ ਇੰਨਾ ਬਹੁਤ ਹੈ ਫਿਲਹਾਲ। ਬਾਕੀ ਪ੍ਰੇਮਬਲ ਬਾਰੇ ਅੱਗੇ ਵੀ ਕੁਐਸਚਨ ਆਣੇ ਆ, ਠੀਕ ਹੈ ਜੀ। ਤੇ ਉਸ ਤੋਂ ਪਹਿਲਾਂ ਇੱਕ ਵਾਰ ਇੱਕ ਕੁਐਸਚਨ ਨੂੰ ਥੋੜਾ ਜਿਹਾ ਦੁਬਾਰਾ ਦੇਖੋ, ਥੋੜਾ ਜਿਹਾ ਮੇਰੇ ਹੁਣੇ ਯਾਦ ਆਇਆ ਕਿ ਮੈਂ ਸ਼ਾਇਦ ਕੁਝ ਜਲਦਬਾਜ਼ੀ ਦੇ ਵਿੱਚ ਨਾ ਤੁਹਾਨੂੰ ਕਿਹੜਾ ਕੁਐਸਚਨ ਸੀਗਾ ਉਹ, ਹਾਂ ਇਹ ਸੀਗਾ, ਹੈ ਨਾ। ਮੈਂ ਤੁਹਾਨੂੰ ਇੱਥੇ ਦੱਸਿਆ ਕਿ ਇਹਨੂੰ ਆਪਾਂ 3 ਜੂਨ ਦਾ ਪਲਾਨ ਜਾਂ ਮਾਊਂਟ ਬੈਟਨ ਪਲਾਨ ਬੋਲ ਦਿੰਦੇ ਆ। ਇਹ ਨਾ ਲਿਖਿਓ ਬਾਈ, ਇਹਨੂੰ ਨਹੀਂ ਇਹ ਕਹਿੰਦੇ, ਇਹ ਬਾਅਦ ਵਾਲੀ ਗੱਲ ਹੈ, ਠੀਕ ਹੈ। ਬਸ ਇੰਨਾ ਯਾਦ ਰੱਖਣਾ, ਇਹ 3 ਜੂਨ ਦਾ ਪਲਾਨ ਜਾਂ ਮਾਊਂਟ ਬੈਟਨ ਪਲਾਨ ਇਹਨੂੰ ਨਹੀਂ ਕਿਹਾ ਜਾਂਦਾ ਬਾਈ, ਠੀਕ ਹੈ। ਕਈ ਵਾਰ ਜਲਦਬਾਜ਼ੀ ਦੇ ਵਿੱਚ ਇਹ ਵੀ ਦੱਸ ਦਿਓ, ਇਹ ਵੀ ਦੱਸ ਦਿਓ ਨਾ, ਮਾਈਂਡ ਦੇ ਵਿੱਚ ਚੱਲਦਾ ਰਹਿੰਦਾ ਕਿ ਬੱਚੇ ਨੂੰ ਇਹ ਵੀ ਦੱਸ ਦਈਏ, ਇਹ ਵੀ ਦੱਸ ਦਈਏ, ਉਹ ਫਿਰ ਕਈ ਵਾਰ ਜ਼ਿਆਦਾ ਹੀ ਹੋ ਜਾਂਦਾ ਹੈ, ਠੀਕ ਹੈ। ਚੱਲਦਾ ਰਹਿੰਦਾ ਹੈ ਛੋਟੀ ਛੋਟੀ ਬਾतें। ਓਕੇ ਜੀ, ਇਹ ਕਲੀਅਰ ਹੈ, ਬਾਕੀ ਟੈਨਸ਼ਨ ਨਾ ਲਿਓ, ਬਾਕੀ ਸਾਰਾ ਓਕੇ ਹੈ। ਕਦੀ ਹੁਣ ਸਾਰੇ ਕੁਐਸਚਨਾਂ ਤੇ ਸ਼ੱਕ ਕਰੀ ਜਾਓ। ਹਾਂਜੀ, ਕੁਐਸਚਨ ਕੀ ਹੈ? ਹੇਠ ਲਿਖੇ ਵਿੱਚ ਕੌਣ ਸੰਵਿਧਾਨ ਸਭਾ ਦਾ ਮੈਂਬਰ ਨਹੀਂ ਸੀ? ਸੰਵਿਧਾਨ ਸਭਾ ਦਾ ਮੈਂਬਰ ਨਹੀਂ ਸੀ ਪੁੱਛਿਆ ਇਹਨਾਂ ਨੇ, ਤਾਂ ਤੁਹਾਨੂੰ ਦੇਖੋ ਸੰਵਿਧਾਨ ਸਭਾ ਦੇ ਵਿੱਚ ਤਾਂ 399 ਬੰਦੇ ਸੀਗੇ, ਹੁਣ ਸਾਰਿਆਂ ਦੇ ਨਾਂ ਥੋੜੀ ਯਾਦ ਹੋਣੇ ਆ, ਸਿੰਪਲ ਜੀ ਗੱਲ ਹੈ। ਤਾਂ ਇਹ ਕੁਐਸਚਨ ਅਜਿਹੇ ਹੁੰਦੇ ਵੀ ਨਹੀਂ, ਇਹ ਕੁਐਸਚਨ ਅਜਿਹੇ ਮਤਲਬ ਹੁੰਦੇ ਆ ਕਿ ਬੱਚੇ ਨੂੰ ਜਿਹਨੂੰ ਥੋੜੀ ਬਹੁਤੀ ਨੌਲੇਜ ਹੈਗੀ ਆ ਉਹ ਸਮਝ ਜਾਂਦਾ ਹੈ ਵੀ ਕੁਐਸਚਨ ਨੇ ਪੁੱਛਣਾ ਹੈ ਕਿ ਪੁੱਛਿਆ ਕੀ ਹੈ। ਸਾਰਿਆਂ ਨੂੰ ਪਤਾ ਹੈ ਬਈ ਮਹਾਤਮਾ ਗਾਂਧੀ ਜਿਹੜੇ ਸੀਗੇ, ਇਹਨਾਂ ਦਾ ਬਾਅਦ ਦੇ ਵਿੱਚ ਇਹਨਾਂ ਤਾਂ ਪੋਲਿਟਿਕਸ ਦੇ ਵਿੱਚ ਆਏ, ਨਾ ਹੀ ਸੰਵਿਧਾਨ ਸਭਾ ਦੇ ਮੈਂਬਰ ਸੀਗੇ, ਨਾ ਇਹਨਾਂ ਨੇ ਇਲੈਕਸ਼ਨ ਵਗੈਰਾ ਲੜਿਆ ਸੀ, ਠੀਕ ਹੈ। ਤਾਂ ਮਹਾਤਮਾ ਗਾਂਧੀ ਨਹੀਂ ਸੀਗੇ ਬਾਈ, ਨੋਰਮਲ ਜੀ ਗੱਲ ਹੈ, ਠੀਕ ਹੈ। ਯਾਦ ਰੱਖਣਾ, ਹੁਣ ਆਪਾਂ 399 ਬੰਦਿਆਂ ਨੂੰ ਤਾਂ ਨਹੀਂ ਯਾਦ ਰੱਖ ਸਕਦੇ, ਠੀਕ ਹੈ।
ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸੀਗੇ 399 ਤੇ ਆਫਟਰ ਇੰਡੀਪੈਂਡੈਂਸ 299। ਠੀਕ ਹੈ, ਯਾਦ ਰੱਖ ਲੈਣਾ। ਇਹਦੇ ਵਿੱਚੋਂ 296 ਬੰਦੇ ਜਿਹੜੇ ਸੀਗੇ ਬਈ ਇਹ ਬ੍ਰਿਟਿਸ਼ ਇੰਡੀਆ ਤੋਂ ਸੀਗੇ। ਬ੍ਰਿਟਿਸ਼ ਇੰਡੀਆ ਮਤਲਬ ਉਹ ਵਾਲਾ ਇੰਡੀਆ ਜਿੱਥੇ ਅੰਗਰੇਜ਼ਾਂ ਦਾ ਰਾਜ ਸੀਗਾ, ਜਿੱਥੇ ਅੰਗਰੇਜ਼ਾਂ ਦਾ ਕਬਜ਼ਾ ਸੀਗਾ ਬਈ। ਤੇ 93 ਬੰਦੇ ਸੀਗੇ ਰਾਜੇ ਮਹਾਰਾਜਿਆਂ ਵਾਲੀ ਸਾਈਡ ਤੋਂ, ਯਾਨੀ ਦੇਸੀ ਰਿਆਸਤਾਂ ਤੋਂ, ਜਿਹੜੀ ਆਪਣੀ ਪ੍ਰਿੰਸਲੀ ਸਟੇਟ ਸੀਗੇ। ਹੁਣ ਸਾਰੇ ਇੰਡੀਆ ਦੇ ਉੱਤੇ ਥੋੜੀ ਅੰਗਰੇਜ਼ ਰਾਜ ਕਰਦੇ ਸੀਗੇ, ਅੱਧੇ ਕੁ ਇੰਡੀਆ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸੀਗਾ, ਬਾਕੀ ਜਿਹੜਾ ਇੰਡੀਆ ਸੀ ਉਹ ਆਜ਼ਾਦ ਸੀਗਾ, ਉੱਥੇ ਰਾਜੇ ਮਹਾਰਾਜਾ ਦਾ ਸਾਮਰਾਜ ਹੁੰਦਾ ਸੀਗਾ। ਠੀਕ ਹੈ, ਉਹ ਆਪਣੇ ਹਿਸਾਬ ਨਾਲ ਰੂਲ ਕਰਦੇ ਸੀ। ਤਾਂ ਉਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਵੀ ਤੁਸੀਂ ਆਪਣੇ ਬੰਦੇ ਭੇਜੋ ਸੰਵਿਧਾਨ ਸਭਾ ਦੇ ਵਿੱਚ। ਤਾਂ 93 ਸੀਟਾਂ ਉਹਨਾਂ ਨੂੰ ਦੇਈ ਗਈ ਸੀ ਤੇ ਇੱਕ ਸੀਟ ਜਿਹੜੀ ਮਿਲਦੀ ਸੀ ਨਾ ਸੰਵਿਧਾਨ ਸਭਾ ਦੀ, ਉਹ 10 ਲੱਖ ਦੀ ਆਬਾਦੀ ਪਿੱਛੇ ਮਿਲਦੀ ਸੀ। ਇਹ ਜ਼ਰੂਰ ਯਾਦ ਰੱਖ ਲਓ, ਇਹ ਲਿਖ ਲਓ ਬਈ। ਸੰਵਿਧਾਨ ਸਭਾ ਦੀ ਇੱਕ ਸੀਟ 10 ਲੱਖ ਦੀ ਆਬਾਦੀ ਦੇ ਉੱਤੇ ਮਿਲਦੀ ਸੀਗੀ। ਮੰਨ ਲਓ ਕੋਈ ਸਟੇਟ ਹੈ, ਉਹਨਾਂ ਦੀ ਆਬਾਦੀ ਹੈਗੀ ਹੈ 40 ਲੱਖ। ਠੀਕ ਹੈ, ਉਹਨਾਂ ਦੀ ਆਬਾਦੀ ਕਿੰਨੀ ਹੈ 40 ਲੱਖ। ਤਾਂ ਉਹਨੂੰ ਕਿੰਨੀ ਸੀਟਾਂ ਮਿਲੀਆਂ? ਉਹਨੂੰ ਸੀਟਾਂ ਮਿਲੀਆਂ ਬਈ ਟੋਟਲ 4, क्योंकि 10 लाख पीछे एक सीट है। ठीक है ना, इदा करके 399 सीटां जी बनाई गई हैं। ठीक है, हाँ जी। वो वाज द फर्स्ट फॉरेन मिनिस्टर ऑफ फ्री इंडिया। आजाद भारत के पहले विदेश मंत्री कौन सी? तो तुहानूं आजाद भारत की पहली कैबिनेट बारे पता होना चाहिए। ये क्वेश्चन बहुत कॉमन है, आ जाते हैं। जवाहर लाल नेहरू की गल हो रही है। ठीक है, सरदार वल्लभ भाई पटेल ये होम मिनिस्टर सीगे। अबुल कलाम आजाद जिहड़े सीगे बई, अबुल कलाम आजाद एजुकेशन मिनिस्टर सीगे, एजुकेशन मिनिस्टर। ठीक है, बाबू जगजीवन राम ये लेबर मिनिस्टर सीगे। बाबू जगजीवन राम ना लगातार 32 साल कैबिनेट ਦੇ ਵਿੱਚ ਰਹੇ ਆ। ਸਭ ਤੋਂ ਲੰਬਾ ਟਾਈਮ ਪੀਰੀਅਡ ਹੈ ਇਹਨਾਂ ਦਾ, ਕਿਸੇ ਵੀ ਬੰਦੇ ਦਾ ਸਭ ਤੋਂ ਲੰਬੇ ਟਾਈਮ ਤੱਕ ਕੈਬਨਿਟ ਮਿਨਿਸਟਰ ਬਣੇ ਰਹਿਣ ਦਾ ਜੇ ਕੋਈ ਰਿਕਾਰਡ ਹੈਗਾ ਤਾਂ ਉਹ ਬਾਬੂ ਜਗਜੀਵਨ ਰਾਮ ਦਾ ਹੈਗਾ ਹੈ। ਠੀਕ ਹੈ, ਉਸ ਤੋਂ ਬਾਅਦ ਬਈ ਹਾਂਜੀ ਇਹ ਥੋੜਾ ਜਿਹਾ ਕਨਸੈਪਚੁਅਲ ਕੁਐਸਚਨ ਹੈ। ਠੀਕ ਹੈ, ਹੋਣੀ ਚਾਹੀਦੇ ਆ ਜੀ ਇਹ ਕੁਐਸਚਨ। ਹੁਣ ਅੱਜ ਦੀ ਵੀਡੀਓ ਦੇ ਵਿੱਚ ਤਾਂ ਮੈਂ ਪਾਏ ਨਹੀਂ ਜਾਣ ਕੇ, ਮੈਂ ਕਿਹਾ ਚਲੋ ਪਹਿਲੀ ਵੀਡੀਓ ਹੈ, ਕੱਲ੍ਹ ਵਾਲੀ ਵੀਡੀਓ 'ਚ ਹੋਣਗੇ ਜ਼ਰੂਰ। ਹਾਂਜੀ, ਨਿਮਨਲਿਖਿਤ ਵਿੱਚੋਂ ਕਿਹੜਾ ਭਾਰਤ ਦੇ ਸੰਵਿਧਾਨ ਦੇ ਅਧੀਨ ਨਾਗਰਿਕਾਂ ਦਾ ਬੁਨਿਆਦੀ ਫਰਜ਼ ਯਾਨੀ ਮੌਲਿਕ ਕਰਤੱਵ ਹੈ? ਤਾਂ ਇਹ 4 ਤੁਹਾਨੂੰ ਦੱਸੇ ਹੋਏ ਆ ਬਈ, ਇਹਨਾਂ 'ਚੋਂ ਦੱਸਣਾ ਕਿ ਸਾਡਾ ਮੌਲਿਕ ਕਰਤੱਵ ਕਿਹੜਾ ਹੈ। ਹਾਂਜੀ, ਕਿਹੜਾ ਹੈ ਪੁੱਛਿਆ ਇਹਨਾਂ ਨੇ, ਹਨਾ। ਤਾਂ ਪੜੋਸ ਦੇ ਦੇਸ਼ਾਂ ਦੇ ਲੋਕਾਂ ਨਾਲ ਦੋਸਤਾਨਾ ਸਹਿਯੋਗ ਦੇਣਾ। ਠੀਕ ਹੈ, ਇੱਕ ਆਪਸ਼ਨ ਹੋ ਗਿਆ। ਰਾਸ਼ਟਰੀ ਮਹੱਤਵ ਦੇ ਸਮਾਰਕਾਂ ਦੀ ਰੱਖਿਆ ਕਰਨਾ। ਓਕੇ ਜੀ। ਨੈਕਸਟ ਤੀਜਾ ਕੀ ਹੈ? ਜਦੋਂ ਉਹਨਾਂ ਨੂੰ ਬੁਲਾਇਆ ਜਾਏ ਦੇਸ਼ ਦੀ ਰੱਖਿਆ ਤੇ ਰਾਸ਼ਟਰੀ ਸੇਵਾ ਲਈ ਉਹ ਤਿਆਰ ਰਹਿਣ ਜਾਣ ਵਾਸਤੇ। ਠੀਕ ਹੈ, ਭਾਰਤ ਦੇ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣਨਾ। ਤਾਂ ਇਹ 4 ਕੰਮ ਲਿਖੇ ਹੋਏ ਆ, ਇਹਨਾਂ 'ਚੋਂ ਦੱਸਣਾ ਹੈ ਕਿ ਭਾਰਤ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਬੁਨਿਆਦੀ ਫਰਜ਼ ਕੀ ਹੈ, ਮੌਲਿਕ ਕਰਤੱਵ ਕੀ ਹੈ, ਦੇਸ਼ ਦੇ ਪ੍ਰਤੀ ਕਰਤੱਵ ਕੀ ਹੈ। ਤਾਂ ਬਈ ਇੱਥੇ ਹੈਗਾ ਆ ਆਪਸ਼ਨ ਸੀ ਰਾਈਟ ਆਨਸਰ, ਕਿ ਜਦੋਂ ਉਹਨਾਂ ਨੂੰ ਬੁਲਾਇਆ ਜਾਏ ਦੇਸ਼ ਦੀ ਰੱਖਿਆ ਲਈ ਜਾਂ ਸੇਵਾ ਦੇ ਲਈ ਤਾਂ ਉਹ ਤਿਆਰ ਰਹਿਣ। ਇਹ ਸਾਡਾ ਮੌਲਿਕ ਕਰਤੱਵ ਬਣਦਾ ਹੈ। ਠੀਕ ਹੈ, ਮੌਲਿਕ ਕਰਤੱਵ ਬਾਰੇ ਆਪਾਂ ਕੁਝ ਪੁਆਇੰਟ ਦੇਖ ਲੈਂਦੇ ਆ ਬਈ। ਇਹ ਜਿਹੜੇ ਬੁਨਿਆਦੀ ਫਰਜ਼ ਹੈਗੇ ਆ ਇਹ ਸ਼ੁਰੂ ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਐਡ ਨਹੀਂ ਸੀਗੇ। ਇਹ ਕਦੋਂ ਐਡ ਕਰੇ ਗਏ ਆ ਬਈ? ਇਹ ਐਡ ਕਰੇ ਗਏ ਆ 42ਵੇਂ ਸੰਸ਼ੋਧਨ ਦੇ ਤਹਿਤ 1976 ਦੇ ਵਿੱਚ। ਠੀਕ ਹੈ, ਕਿਹੜੀ ਕਮੇਟੀ ਦੇ ਕਹਿਣ ਤੇ ਕਰੇ ਗਏ ਆ? ਇਹ ਸਵਰਨ ਸਿੰਘ ਕਮੇਟੀ ਦੇ ਕਹਿਣ ਤੇ ਕਰੇ ਗਏ ਆ, ਸਵਰਨ ਸਿੰਘ ਕਮੇਟੀ। ਓਕੇ, ਸਵਰਨ ਸਿੰਘ ਕਮੇਟੀ ਨੇ ਵੈਸੇ ਤਾਂ ਕਿਹਾ ਸੀ ਕਿ 8 ਕਰਨੇ ਆ, ਉਹਨਾਂ ਨੇ 8 ਰਿਕਮੈਂਡ ਕਰੇ ਸੀਗੇ, ਬਟ ਜਦੋਂ ਗਵਰਨਮੈਂਟ ਨੇ 10 ਐਡ ਕਰੇ। ਕਿੰਨੇ ਮੌਲਿਕ ਕਰਤੱਵ ਐਡ ਕਰੇ? 10। ਸਵਰਨ ਸਿੰਘ ਕਮੇਟੀ ਨੇ ਕਿੰਨੇ ਰਿਕਮੈਂਡ ਕਰੇ ਸੀਗੇ? 8 ਰਿਕਮੈਂਡ ਕਰੇ ਸੀਗੇ, ਬਟ ਐਡ ਕਿੰਨੇ ਕਰੇ ਗਏ ਆ? 10 ਕਰੇ ਗਏ ਆ ਭਾਈ। ਤੇ ਬੁਨਿਆਦੀ ਫਰਜ਼ ਆਪਾਂ ਨੇ ਕਿਹੜੇ ਦੇਸ਼ ਤੋਂ ਲਏ ਆ? ਸੋਵੀਅਤ ਸੰਘ ਜਾਂ USSR, ਜਿਹਨੂੰ ਐਟ ਪ੍ਰੈਜ਼ੈਂਟ ਆਪਾਂ ਰਸ਼ੀਆ ਬੋਲ ਸਕਦੇ ਆ, ਉੱਥੋਂ ਲਏ ਆ। ਠੀਕ ਹੈ, ਬਟ ਐਟ ਪ੍ਰੈਜ਼ੈਂਟ ਕਿੰਨੇ ਮੌਲਿਕ ਕਰਤੱਵ ਹੈਗੇ ਆ? ਜੇ ਹੁਣ ਦੀ ਗੱਲ ਕਰੀਏ, ਹੁਣ ਹੈਗੇ ਆ 11। ਇੱਕ ਬਾਅਦ ਦੇ ਵਿੱਚ ਜੋੜਿਆ ਗਿਆ। ਕਦੋਂ ਜੋੜਿਆ ਗਿਆ? ਜਦੋਂ 86ਵਾਂ ਸੰਸ਼ੋਧਨ ਹੋਇਆ ਸੀ 2002 ਦੇ ਵਿੱਚ। ਕੀ ਜੋੜਿਆ ਗਿਆ ਬਈ? 86ਵੇਂ ਸੰਸ਼ੋਧਨ ਦੇ ਵਿੱਚ ਕਾਮਨ ਚੀਜ਼ ਹੈ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਸਿੱਖਿਆ ਦਿਵਾਉਣਾ, ਹਨਾ। ਜਿਹੜੇ ਸਾਡੇ ਮਤਲਬ ਬੱਚੇ ਹੈਗੇ ਆ ਜਾਂ ਕੋਈ ਵੀ ਵਿਅਕਤੀ ਹੈਗਾ, ਉਹਦੇ ਪਰਿਵਾਰ ਦੇ ਵਿੱਚ 6 ਤੋਂ ਲੈ ਕੇ 14 ਸਾਲ ਤੱਕ ਦਾ ਕੋਈ ਬੱਚਾ ਹੈਗਾ, ਭਾਵੇਂ ਉਹਦਾ ਆਪਣਾ ਹੈ ਜਾਂ ਉਹ ਗੋਦ ਲਿਆ ਹੋਇਆ, ਜਿੱਦਾਂ ਵੀ ਹੈਗਾ, ਉਹਨੂੰ ਐਜੂਕੇਸ਼ਨ ਦਿਵਾਉਣਾ ਉਹਦਾ ਮੌਲਿਕ ਕਰਤੱਵ ਹੈਗਾ ਆ। ਇਹ 11ਵਾਂ ਮੌਲਿਕ ਅਧਿਕਾਰ ਹੈ ਜਿਹੜਾ ਕਿ 2002 ਦੇ ਵਿੱਚ ਜੋੜਿਆ ਗਿਆ ਸੀਗਾ 86ਵੇਂ ਸੰਸ਼ੋਧਨ ਦੇ ਤਹਿਤ। ਉਸ ਤੋਂ ਪਹਿਲਾਂ 10 ਸੀਗੇ ਜਿਹੜੇ 42ਵੇਂ ਸੰਸ਼ੋਧਨ ਦੇ ਤਹਿਤ 1976 ਚ ਜੋੜੇ ਗਏ ਸੀ। ਓਕੇ, ਨੈਕਸਟ ਆ ਜਾਓ ਫਿਰ ਭਾਈ। ਹਾਂਜੀ, ਭਾਰਤ ਦੇ ਸੰਵਿਧਾਨ ਨੂੰ 26 ਜਨਵਰੀ 1985 ਨੂੰ ਲਾਗੂ ਕੀਤਾ ਗਿਆ ਸੀ। ਪਤਾ ਹੀ ਹੈ ਕਿਉਂ ਕਰਿਆ ਗਿਆ ਸੀ, ਇਹ ਦੱਸੋ। ਠੀਕ ਹੈ,
ਇਹ ਚਾਰ ਆਪਸ਼ਨ ਤੁਹਾਡੇ ਕੋਲ ਹੈਗੇ ਆ। ਕੁਐਸਚਨ ਹੈ ਦੇਖੋ, ਜਦੋਂ ਭਾਰਤ ਦਾ ਸੰਵਿਧਾਨ ਬਣਨਾ ਸ਼ੁਰੂ ਹੋਇਆ, ਬਣ ਕੇ ਰੈਡੀ ਹੋ ਗਿਆ, ਸਾਰਿਆਂ ਨੇ ਅਪਣਾ ਲਿਆ 26 ਨਵੰਬਰ 1949 ਨੂੰ, ਠੀਕ ਹੈ। ਬਟ ਜਦੋਂ ਦੇਸ਼ ਤੇ ਲਾਗੂ ਕਰਨ ਦੀ ਗੱਲ ਆਈ ਤਾਂ 2 ਮਹੀਨੇ ਵੇਟ ਕਰਿਆ ਗਿਆ, 26 ਜਨਵਰੀ 1950 ਨੂੰ ਲਾਗੂ ਕਰਿਆ ਗਿਆ। ਕਿਉਂ ਲਾਗੂ ਕਰਿਆ ਗਿਆ ਇੰਨੀ ਦੇਰ, 2 ਮਹੀਨੇ ਕਿਉਂ ਵੇਟ ਕਰੀ ਗਈ ਹੈ ਬਈ? ਕਿਉਂਕਿ ਪਤਾ ਕੀ ਚੱਕਰ ਹੈ, 1929 ਦੇ ਵਿੱਚ ਨਾ ਕਾਂਗਰਸ ਪਾਰਟੀ ਇਹ ਡਿਸਾਈਡ ਕਰਦੀ ਹੈ, 1929 ਦੇ ਵਿੱਚ ਕਾਂਗਰਸ ਪਾਰਟੀ ਨੇ ਡਿਸਾਈਡ ਕਰਿਆ ਸੀਗਾ ਕਿ ਆਉਣ ਵਾਲੀ 26 ਜਨਵਰੀ ਨੂੰ, ਯਾਨੀ ਆਉਣ ਵਾਲੀ 26 ਜਨਵਰੀ 1930 ਦੀ ਗੱਲ ਹੈ, ਕਿਉਂਕਿ ਇਹ ਜਿਹੜੀ ਮੀਟਿੰਗ ਹੋਈ ਸੀ ਇਹ ਦਸੰਬਰ ਦੇ ਵਿੱਚ ਹੋਈ ਸੀ। ਕਾਂਗਰਸ ਪਾਰਟੀ ਦੀ ਮੀਟਿੰਗ ਹੈ ਜਿਹੜੀ ਦਸੰਬਰ 1929 ਦੇ ਵਿੱਚ ਹੋਈ। ਇਹਨਾਂ ਨੇ ਕਿਹਾ ਕਿ ਆਉਣ ਵਾਲੀ ਜਿਹੜੀ 26 ਜਨਵਰੀ ਹੈਗੀ ਹੈ 1930 ਵਾਲੀ, ਇਸ ਦਿਨ ਆਪਾਂ ਦੇਸ਼ ਦਾ ਆਜ਼ਾਦੀ ਦਿਵਸ ਮਨਾਵਾਂਗੇ, ਆਜ਼ਾਦੀ, ਠੀਕ ਹੈ ਨਾ, ਆਜ਼ਾਦੀ ਦਿਵਸ ਮਨਾਵਾਂਗੇ। ਤਾਂ 26 ਜਨਵਰੀ 1930 ਨੂੰ ਆਜ਼ਾਦੀ ਦਿਵਸ ਹੈ ਜਿਹੜਾ ਮਨਾਇਆ ਗਿਆ ਕਾਂਗਰਸ ਪਾਰਟੀ ਦੇ ਵੱਲੋਂ। 26 ਜਨਵਰੀ 1930 ਨੂੰ ਕਾਂਗਰਸ ਪਾਰਟੀ ਨੇ ਆਜ਼ਾਦੀ ਦਿਵਸ ਮਨਾਇਆ, ਇੰਡੀਪੈਂਡੈਂਸ ਡੇ ਮਨਾਇਆ ਸੀਗਾ। ਹਾਲਾਂਕਿ ਇੰਡੀਆ ਆਜ਼ਾਦ ਨਹੀਂ ਸੀਗਾ, ਬਟ ਇਹਨਾਂ ਨੇ ਪਹਿਲਾਂ ਹੀ ਮਨਾਉਣਾ ਸ਼ੁਰੂ ਕਰਿਆ ਸੀਗਾ ਕਿ ਹਾਂ 26 ਜਨਵਰੀ 1930 ਨੂੰ ਆਜ਼ਾਦੀ ਦਿਵਸ ਹੈ। ਉਸ ਤੋਂ ਬਾਅਦ ਹਰ ਸਾਲ ਇਹ ਮਨਾਉਂਦੇ ਸੀਗੇ, 31 32 ਹਰ ਸਾਲ ਇਹਨਾਂ ਨੇ ਮਨਾਇਆ। ਬਟ ਜਦੋਂ ਦੇਸ਼ ਸੱਚੀ ਨੂੰ ਆਜ਼ਾਦ ਹੋਇਆ ਤਾਂ ਉਹ 15 ਅਗਸਤ ਨੂੰ ਹੋਇਆ। ਹੁਣ ਆਜ਼ਾਦੀ ਦਿਵਸ ਤਾਂ ਆਪਾਂ 15 ਅਗਸਤ ਨੂੰ ਹੀ ਮਨਾਵਾਂਗੇ ਨਾ ਹਰ ਸਾਲ, ਠੀਕ ਹੈ। ਤਾਂ ਉਹ ਡੇਟ ਜਿਹੜੀ ਸੀਗੀ 26 ਜਨਵਰੀ ਵਾਲੀ, ਉਸ ਨੂੰ ਯਾਦਗਾਰ ਬਣਾਉਣ ਦੇ ਵਾਸਤੇ 26 ਜਨਵਰੀ ਨੂੰ ਸੰਵਿਧਾਨ ਫਿਰ ਲਾਗੂ ਕਰਿਆ, ਠੀਕ ਹੈ। ਇਹਦਾ ਫਿਰ ਰਾਈਟ ਆਨਸਰ ਦੇਖ ਲਓ, ਹੁਣ B ਹੋ ਗਿਆ ਹੈ ਨਾ। ਇਹ ਦਿਨ 1929 ਤੋਂ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾ ਰਿਹਾ ਸੀ। 1929 ਦੇ ਵਿੱਚ ਕਿਹਾ ਸੀ, ਬਟ ਜਦੋਂ ਮਨਾਇਆ ਪਹਿਲੀ ਵਾਰ ਤਾਂ 1930 ਸੀਗਾ ਉਹ। ਇਹ ਥੋੜਾ ਜਿਹਾ ਕਲੀਅਰ ਲਿਖ ਲਿਓ ਬਈ, ਠੀਕ ਹੈ। 1929 ਦੇ ਵਿੱਚ ਅਨਾਉਂਸ ਹੋ ਗਿਆ ਸੀਗਾ ਦਸੰਬਰ ਦੇ ਵਿੱਚ ਕਿ ਆਪਾਂ ਮਨਾਵਾਂਗੇ। ਮੀਟਿੰਗ ਵੀ 1929 ਵਾਲੀ ਸੀਗੀ, ਬਟ ਜਦੋਂ ਮਨਾਇਆ 1930 ਚ ਮਨਾਇਆ, ਠੀਕ ਹੈ। ਨੈਕਸਟ ਆ ਜਾਓ ਬਈ। The idea of Constitution of India was first of all given by, मतलब संविधान सभा की मांग करने वाला पहला व्यक्ति कौन सी? सिंपल क्वेश्चन है, M.N. रॉय। याद रखना है, बहुत बेसिक, बहुत ही कॉमन क्वेश्चन है। M.N. रॉय पहला बंदा सीगा भी जिन्हें संविधान सभा की मांग करी है या संविधान की मांग करी है। उस तो बाद बई संविधान सभा की संघीय संविधान कमेटी, संविधान सभा की संघीय संविधान कमेटी यानी यूनियन कॉन्स्टिट्यूशन कमेटी, यूनियन कॉन्स्टिट्यूशन कमेटी का चेयरमैन कौन सीगा? बहुत इंपॉर्टेंट क्वेश्चन है। राइट आंसर ਇਹਦਾ ਹੈਗਾ जवाहर लाल नेहरू। ਹੁਣ ਇਸ क्वेश्चन ਨੂੰ ਥੋੜਾ ਜਿਹਾ ਦੇਖ ਲਓ ਬਈ। ਜਦੋਂ ਆਪਣਾ ਸੰਵਿਧਾਨ ਬਣਨਾ ਸ਼ੁਰੂ ਹੋਇਆ, ਯਾਨੀ 9 ਦਸੰਬਰ 1946 ਨੂੰ ਮੀਟਿੰਗਾਂ ਸ਼ੁਰੂ ਹੋ ਗਈ ਸੀ। ਪਹਿਲੀ ਮੀਟਿੰਗ ਹੋਈ ਹੈ 9 ਦਸੰਬਰ 1946 ਨੂੰ। ਉਸ ਤੋਂ ਬਾਅਦ ਸਾਰਿਆਂ ਨੇ ਸੰਵਿਧਾਨ ਬਣਾਉਣ ਵਾਲ ਮਤਲਬ ਕੰਮ ਹੈ ਜਿਹੜਾ ਸ਼ੁਰੂ ਕਰਤਾ। ਹੁਣ 399 ਬੰਦੇ ਆ ਜਿਹੜੇ ਸੰਵਿਧਾਨ ਬਣਾਉਣ ਵਾਲੇ ਹੈਗੇ ਆ, ਪਹੁੰਚੇ ਹੋਏ ਆ, ਹਨਾ। ਸਾਰਿਆਂ ਦੀ ਕਮੇਟੀ ਬਣਾਈ ਗਈ ਹੈ, ਸਾਰਿਆਂ ਨੂੰ ਅਲੱਗ-ਅਲੱਗ ਡਿਊਟੀ ਹੈ ਜਿਹੜੀ ਦੇਈ ਗਈ ਹੈ ਵੀ ਹਾਂ ਤੁਸੀਂ 5-7 ਬੰਦੇ ਇਕੱਠੇ ਹੋ ਕੇ ਇਹ ਕੰਮ ਕਰ ਲਓ, ਤੁਸੀਂ 5-7 ਬੰਦੇ ਇਕੱਠੇ ਹੋ ਕੇ ਇਹ ਕੰਮ ਕਰ ਲਓ। ਇਦਾਂ ਕਰਕੇ ਕਾਫੀ ਸਾਰੀ ਕਮੇਟੀਆਂ, ਲਗਭਗ 18-19 ਕਮੇਟੀਆਂ ਦੇ ਨੇੜੇ ਤੇੜੇ, ਮਤਲਬ ਉਸ ਤੋਂ ਜ਼ਿਆਦਾ ਵੀ ਸੀਗੀ ਸ਼ਾਇਦ, ਹਾਂ ਤਾਂ 18-19 ਕਮੇਟੀਆਂ ਦੇ ਨੇੜੇ ਤੇੜੇ ਆ ਜਿਹੜੀ ਉਹ ਕਮੇਟੀਆਂ ਬਣਾਈ ਗਈਆਂ। ਪਰ ਆਪਾਂ ਨੇ ਸਾਰੀ ਨਹੀਂ ਯਾਦ ਰੱਖਣੀ, ਸਿਲੈਕਟਡ ਜੀ ਹੁੰਦੀ ਹੈ 10-12 ਕਮੇਟੀਆਂ, ਬਸ ਉਹੀ ਯਾਦ ਰੱਖਣੀ ਹੁੰਦੀਆਂ, ਠੀਕ ਹੈ। ਬਹੁਤ ਸਾਰੀ ਮੇਜਰ ਕਮੇਟੀ ਸੀਗੀ, ਬਹੁਤ ਸਾਰੀ ਮਾਈਨਰ ਕਮੇਟੀ ਸੀਗੀ, ਛੋਟੀ-ਛੋਟੀ ਕਮੇਟੀਆਂ ਜਿਹੜੀ ਇੰਪੋਰਟੈਂਟ ਨਹੀਂ ਹੈਗੀ। ਤਾਂ ਉਹਨਾਂ ਕਮੇਟੀਆਂ ਦੇ ਚੇਅਰਮੈਨ ਸੀਗੇ, ਜਿਵੇਂ ਡਰਾਫਟਿੰਗ ਕਮੇਟੀ ਆਪਾਂ ਪੜ੍ਹ ਕੇ ਆਏ ਹਾਂ, ਜਿਹਦਾ ਕੰਮ ਸੀਗਾ ਵੀ ਸੰਵਿਧਾਨ ਦਾ ਡਰਾਫਟ ਤਿਆਰ ਕਰਨਾ ਹੈ, ਜਿਹਦੇ ਚ 7 ਮੈਂਬਰ ਸੀਗੇ। ਭੀਮ ਰਾਓ ਅੰਬੇਡਕਰ ਉਹਦਾ ਚੇਅਰਮੈਨ ਸੀਗਾ, ਹਨਾ, ਪੜ੍ਹਿਆ ਨਾ। ਤਾਂ ਇਦਾਂ ਕਰਕੇ ਹੋਰ ਵੀ ਬਹੁਤ ਸਾਰੀ ਕਮੇਟੀਆਂ ਸੀਗੀ। ਕਿਸੇ ਨੂੰ ਝੰਡਾ ਬਣਾਉਣ ਬਾਰੇ ਕਿਹਾ, ਕਿਸੇ ਨੂੰ ਮੌਲਿਕ ਅਧਿਕਾਰ ਬਣਾਉਣ ਵਾਸਤੇ ਕਿਹਾ, ਕਿਸੇ ਨੂੰ ਆਦੀਵਾਸੀਆਂ ਦੇ ਇਲਾਕੇ ਆ ਉਹਨਾਂ ਵਾਸਤੇ ਕੁਝ ਕਰਨ ਨੂੰ ਕਿਹਾ, ਹਨਾ। ਤਾਂ ਇਦਾਂ ਕਰਕੇ ਬਹੁਤ ਸਾਰੀ ਕਮੇਟੀਆਂ ਸੀਗੀ। ਉਹਨਾਂ ਵਿੱਚੋਂ ਇੱਕ ਕਮੇਟੀ ਸੀਗੀ ਯੂਨੀਅਨ ਕੌਂਸਟੀਟਿਊਸ਼ਨ ਕਮੇਟੀ। ਯੂਨੀਅਨ ਕੌਂਸਟੀਟਿਊਸ਼ਨ ਕਮੇਟੀ ਦਾ ਚੇਅਰਮੈਨ ਸੀਗਾ ਜਵਾਹਰ ਲਾਲ ਨਹਿਰੂ। ਹੁਣ ਇਸੇ ਕੁਐਸਚਨ ਨੂੰ ਦੁਬਾਰੇ ਦੇਖੋ, ਜੇ ਮੈਂ ਯੂਨੀਅਨ ਵਰਡ ਨੂੰ ਰਿਪਲੇਸ ਕਰਦਾ ਪ੍ਰੋਵਿੰਸ਼ੀਅਲ ਦੇ ਨਾਲ, ਹਨਾ, ਸੰਘ ਨੂੰ ਮੈਂ ਇੱਥੇ ਲਿਖਤਾ ਪ੍ਰਾਂਤ, ਇੱਥੇ ਮੈਂ ਲਿਖਤਾ ਪ੍ਰੋਵਿੰਸ। प्रोविंशियल या ए वाले पहलो प्रोविंशियल कॉन्स्टिट्यूशन कमेटी। तो इसका आंसर पता की हो जाएगा? इसका आंसर हो जाएगा सरदार वल्लभ भाई पटेल, ठीक है। जो यूनियन कॉन्स्टिट्यूशन कमेटी की गल हो रही है जवाहर लाल नेहरू, जो प्रोविंशियल कॉन्स्टिट्यूशन कमेटी की गल हो रही है तो सरदार वल्लभ भाई पटेल। दी आयरन मैन ऑफ इंडिया, स्टैचू ऑफ यूनिटी जिन्हों की हैगी है दुनिया की सब तो वड्डी मूर्ति, ठीक है, ओके। नैक्सट आ जाओ, संविधान सभा के मैंबर, चार ऑप्शन तुहाडे कोल हैगे आ बई। सूबाई असैंबली द्वारा चुने गए सन, या सीधे लोगों द्वारा चुने गए सी, या सरकार द्वारा नोमीनेट करे गए सी, या फिर सिर्फ रियासतां दे प्रतिनिधि सीगे। तां जिहड़े संविधान सभा के मैंबर सीगे बई, देखो संविधान सभा के मैंबर सीगे 399, ठीक है। इहदे चों
296 ਜਿਹੜੇ ਸੀਗੇ ਉਹ ਆਏ ਸੀ ਬ੍ਰਿਟਿਸ਼ ਇੰਡੀਆ ਤੋਂ। ਬ੍ਰਿਟਿਸ਼ ਇੰਡੀਆ ਮਤਲਬ ਉਹ ਵਾਲਾ ਇੰਡੀਆ ਜਿੱਥੇ ਅੰਗਰੇਜ਼ਾਂ ਦਾ ਰਾਜ ਸੀਗਾ। ਤੇ 93 ਬੰਦੇ ਆਏ ਸੀਗੇ ਦੇਸੀ ਰਿਆਸਤ ਤੋਂ, ਯਾਨੀ ਪ੍ਰਿੰਸਲੀ ਸਟੇਟਸ ਜਿੱਥੇ ਰਾਜੇ ਮਹਾਰਾਜੇ ਦਾ ਰਾਜ ਸੀਗਾ। ਇਹ ਜਿਹੜੇ ਬੰਦੇ ਸੀਗੇ ਨਾ 296, ਇਹ ਚੁਣੇ ਹੋਏ ਬੰਦੇ ਸੀਗੇ, ਇਲੈਕਟਡ ਬੰਦੇ ਸੀਗੇ। ਇਹ ਜਿਹੜੇ 93 ਬੰਦੇ ਸੀ ਇਹ ਨੋਮੀਨੇਟਡ ਸੀ। ਮਤਲਬ ਦੇਖੋ ਹੁਣ ਰਾਜੇ ਮਹਾਰਾਜੇ ਵਾਲੀ ਸਾਈਡ ਥੋੜੀ ਵੋਟਾਂ ਪੈਣਗੀਆਂ, ਉਹਦਾ ਪ੍ਰਿੰਸਲੀ ਸਟੇਟਸ ਰਾਜੇ ਮਹਾਰਾਜੇ ਨੂੰ 93 ਬੰਦੇ ਭੇਜਣੇ ਆ, ਆਪਣੇ ਆਪਣੇ ਬੰਦੇ ਉਹ ਪ੍ਰਤੀਨਿਧੀ ਕਿਸੇ ਨੂੰ ਵੀ ਭੇਜ ਸਕਦੇ ਆ ਬਿਨਾਂ ਵੋਟਾਂ ਤੋਂ, ਠੀਕ ਹੈ। ਯਾਨੀ ਇਹ ਤਾਂ ਬੰਦੇ ਨੋਮੀਨੇਟ ਸੀਗੇ। ਇਹ ਬੰਦੇ ਜਿਹੜੇ 296 ਸੀਗੇ ਇਹ ਇਲੈਕਸ਼ਨ ਦੇ ਥਰੂ ਆਏ ਆ, ਇਲੈਕਟ ਹੋ ਕੇ। ਬਟ ਸਮੱਸਿਆ ਕੀ ਹੈ, ਇਹ ਜਨਤਾ ਨੇ ਨਹੀਂ ਚੁਣੇ। ਉਹ ਜਿਹੜੇ ਇਲੈਕਸ਼ਨ ਸੀਗੇ ਉਹ ਇਦਾਂ ਹੋਈ ਸੀ ਜਿੱਦਾਂ ਆਪਣੀ ਹੁਣ ਰਾਜ ਸਭਾ ਦੇ ਇਲੈਕਸ਼ਨ ਹੁੰਦੇ ਆ, ਠੀਕ ਹੈ ਨਾ। ਰਾਜ ਸਭਾ ਦੇ ਇਲੈਕਸ਼ਨ ਤੁਹਾਨੂੰ ਪਤਾ ਜਨਤਾ ਵੋਟ ਨਹੀਂ ਪਾਉਂਦੀ। ਵੋਟ ਕੌਣ ਪਾਉਂਦਾ ਹੈ? ਸਾਡੇ ਐਮਐਲਏ ਵੋਟ ਪਾਉਂਦੇ ਆ। ਤਾਂ ਸਮਝੋ ਬਸ ਇਹ ਵੀ ਬੰਦੇ ਜਿਹੜੇ ਆਏ ਸੀਗੇ ਨਾ 296, ਇਹ ਵੀ ਇਦਾਂ ਹੀ ਆਏ ਸੀਗੇ। ਤਾਂ ਇਹ ਕਿਹਨੇ ਚੁਣੇ ਸੀਗੇ? ਇਹ ਜਿਹੜੀ ਸਟੇਟ ਦੀ ਅਸੈਂਬਲੀ, ਪ੍ਰੋਵਿੰਸ ਦੀ, ਉਸ ਟਾਈਮ ਪ੍ਰੋਵਿੰਸ ਵਰਡ ਯੂਜ਼ ਕਰਦੇ ਸੀਗੇ, ਸਟੇਟ ਵਰਡ ਨਹੀਂ ਯੂਜ਼ ਕਰਦੇ ਸੀਗੇ। ਪ੍ਰੋਵਿੰਸ ਦੀ ਜਿਹੜੀ ਅਸੈਂਬਲੀਆਂ ਸੀਗੀ ਉਹਨਾਂ ਨੇ ਚੁਣੇ ਸੀਗੇ, ਠੀਕ ਹੈ। ਉਹਨਾਂ ਨੇ ਚੁਣੇ ਸੀਗੇ ਬਈ ਬੰਦੇ। ਹੁਣ ਤੁਸੀਂ ਕਹੋਗੇ ਕਿ ਪ੍ਰਿੰਸਲੀ ਸਟੇਟ ਤਾਂ ਇੱਥੇ ਵੀ ਹੈਗਾ, ਇਹ 93 ਬੰਦੇ ਆਏ ਆ, ਬਟ ਇਹ ਗਲਤ ਹੋ ਜਾਂਦਾ। ਕਿਉਂ? ਕਿਉਂਕਿ ਇੱਥੇ ਆ ਗਿਆ ਸਿਰਫ ਓਨਲੀ, ਤਾਂ ਓਨਲੀ ਤਾਂ ਨਹੀਂ, ਬਾਕੀ ਵੀ ਤਾਂ ਹੈਗੇ ਆ ਫਿਰ, ਠੀਕ ਹੈ ਨਾ। ਇਹ ਯਾਦ ਰੱਖਣਾ, ਠੀਕ ਹੈ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਸ ਐਕਟ ਨੇ ਭਾਰਤੀ ਵਿਧਾਨ ਸਭਾ ਨੂੰ 2 ਸਦਨੀ ਬਣਾਇਆ? ਭਾਰਤੀ ਵਿਧਾਨ ਸਭਾ ਨੂੰ 2 ਸਦਨੀ ਬਣਾਇਆ। ਬਹੁਤ ਵਧੀਆ ਕੁਐਸਚਨ ਹੈ। ਬਾਈਕੈਮਰਲ ਦਾ ਮਤਲਬ ਹੈ 2 ਸਦਨ, ਠੀਕ ਹੈ ਜੀ। ਇੱਕ ਹੁੰਦਾ ਵਰਡ ਯੂਨੀਕੈਮਰਲ, ਉਹਦਾ ਮਤਲਬ ਹੈ 1 ਸਦਨ। ਜੇ ਆਪਣੀ ਪਾਰਲੀਮੈਂਟ ਹੈ, ਪਾਰਲੀਮੈਂਟ ਦੇ ਵਿੱਚ 2 ਸਦਨ ਹੈਗੇ ਆ, ਇੱਕ ਰਾਜ ਸਭਾ, ਇੱਕ ਲੋਕ ਸਭਾ, ਠੀਕ ਹੈ। ਤਾਂ ਉਹ ਪਾਰਲੀਮੈਂਟ ਕੀ ਹੋਗੀ? ਬਾਈਕੈਮਰਲ ਹੋਗੀ। ਜੇ ਆਪਾਂ ਯੂਨੀਕੈਮਰਲ ਦੀ ਗੱਲ ਕਰੀਏ, ਜਿਵੇਂ ਆਪਣਾ ਪੰਜਾਬ ਹੈ, ਪੰਜਾਬ ਦੇ ਵਿੱਚ ਸਿਰਫ ਇੱਕ ਸਭਾ ਹੈ, ਵਿਧਾਨ ਸਭਾ। ਪੰਜਾਬ ਆਪਣਾ ਕੀ ਹੋ ਗਿਆ? ਪੰਜਾਬ ਆਪਣਾ ਯੂਨੀਕੈਮਰਲ ਹੋ ਗਿਆ, ਠੀਕ ਹੈ। ਤਾਂ ਇਹ ਕਹਿ ਰਹੇ ਆ ਬਈ ਇੰਡੀਅਨ ਲੈਜਿਸਲੇਚਰ ਜਿਹੜਾ ਸੀਗਾ, ਇੰਡੀਅਨ ਲੈਜਿਸਲੇਚਰ ਹੈ ਜਿਹੜੀ ਭਾਰਤ ਦੀ ਮਤਲਬ ਜਿਹੜੀ ਅਸੈਂਬਲੀ ਹੈਗੀ ਹੈ, ਉਹਨੂੰ ਬਾਈਕੈਮਰਲ ਕਦੋਂ ਬਣਾਇਆ ਗਿਆ? ਤਾਂ ਉਹਨੂੰ ਬਾਈਕੈਮਰਲ ਬਣਾਇਆ ਗਿਆ ਸੀਗਾ ਬਈ 1919 ਦੇ ਐਕਟ ਦੇ ਵਿੱਚ, ਠੀਕ ਹੈ। ਉਸ ਨੂੰ 1919 ਦੇ ਐਕਟ ਦੀ ਯਾਨੀ ਮੌਂਟੇਗ ਚੇਮਸਫੋਰਡ ਦੇ ਐਕਟ ਦੇ ਵਿੱਚ ਉਹਨੂੰ ਬਾਈਕੈਮਰਲ ਬਣਾਇਆ ਗਿਆ ਸੀ। 2 ਸਦਨ ਜਿਹੜੇ ਬਣਾਏ ਗਏ ਸੀ ਬਾਈ। ਕਲੀਅਰ ਹੈ? ਯਾਦ ਰੱਖਣਾ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਆ ਜਾਓ, ਠੀਕ ਹੈ। ਭਾਰਤ ਦੇ ਸੰਵਿਧਾਨ ਨੇ ਕਿਸ ਦੇਸ਼ ਦੇ ਸੰਵਿਧਾਨ ਤੋਂ ਭਾਰਤੀ ਸੰਗਠਨ ਦੀ ਯੋਜਨਾ ਲਈ ਹੈ? ਯਾਨੀ ਇੰਡੀਅਨ ਫੈਡਰੇਸ਼ਨ ਦੀ ਗੱਲ ਹੋ ਰਹੀ ਹੈ ਬਈ, ਇੰਡੀਅਨ ਫੈਡਰੇਸ਼ਨ ਦੀ, ਠੀਕ ਹੈ। ਅਜਿਹੇ ਕੁਐਸਚਨ ਬਹੁਤ ਆਉਂਦੇ ਆ ਬਈ, ਆਪਾਂ ਨੇ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਕੀ ਲਿਆ, ਆਪਾਂ ਨੇ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਕੀ ਲਿਆ, ਠੀਕ ਹੈ। ਕਿਉਂਕਿ ਜਦੋਂ ਆਪਾਂ ਨੇ ਸੰਵਿਧਾਨ ਬਣਾਉਣ ਸ਼ੁਰੂ ਕਰਿਆ, ਆਪਾਂ ਸੰਵਿਧਾਨ ਬਣਾਉਣਾ ਬੈਠੇ, ਤਾਂ ਆਪਾਂ ਨੇ ਬਈ ਪੂਰੀ ਦੁਨੀਆ ਦੇ ਸੰਵਿਧਾਨ ਲੈ ਕੇ ਆਏ, ਪੜ੍ਹੇ, ਜੋ ਵੀ ਚੀਜ਼ਾਂ ਸਾਨੂੰ ਵਧੀਆ ਲੱਗੀ ਆਪਾਂ ਨੇ ਆਪਣੇ ਤੇ ਜੋੜ ਲਈ। ਸਿੰਪਲ ਜੀ ਗੱਲ ਹੈ, ਠੀਕ ਹੈ। ਤਾਂ ਉਹ ਜਿਹੜੇ ਸੋਰਸ ਹੈਗੇ ਆ ਵਿਦੇਸ਼ੀ ਸੋਰਸ, ਕਿ ਆਪਾਂ ਨੇ ਇਸ ਦੇਸ਼ ਤੋਂ ਇਹ ਲਿਆ, ਇਸ ਦੇਸ਼ ਤੋਂ ਇਹ ਲਿਆ, ਇਹ ਪੁੱਛੇ ਜਾਂਦੇ ਆ ਪੇਪਰਾਂ ਦੇ ਵਿੱਚ, ਠੀਕ ਹੈ। ਤਾਂ ਯਾਦ ਰੱਖਣਾ ਜਦੋਂ ਗੱਲ ਹੋ ਰਹੀ ਹੈ ਇੰਡੀਅਨ ਫੈਡਰੇਸ਼ਨ ਦੀ, ਭਾਰਤ ਦੇ ਫੈਡਰੇਸ਼ਨ ਦੀ ਯਾਨੀ ਭਾਰਤ ਦੇ ਸੰਘ ਦੀ, ਤਾਂ ਉਹ ਸਾਰਾ ਕੁਝ ਸਿਸਟਮ ਆਪਾਂ ਨੇ ਕੈਨੇਡਾ ਤੋਂ ਲਿਆ। ਇੱਥੋਂ ਲਿਆ ਬਈ? ਕੈਨੇਡਾ ਤੋਂ ਲਿਆ, ਓਕੇ, ਯਾਦ ਰੱਖਣਾ ਹੈ। ਉਸ ਤੋਂ ਬਾਅਦ ਬਈ ਆਜ਼ਾਦੀ, ਸਮਤਾ ਤੇ ਭਾਈਚਾਰੇ ਦੀ ਪ੍ਰੇਰਣਾ ਕਿਸ ਤੋਂ ਲਈ ਗਈ ਹੈ? ਯਾਨੀ ਆਪਣੇ ਸੰਵਿਧਾਨ ਦੇ ਵਿੱਚ ਇਹੋ ਜਿਹੀ ਗੱਲਾਂ ਹੈਗੀਆਂ ਕਿ ਆਜ਼ਾਦੀ, ਸਮਾਨਤਾ, ਭਾਈਚਾਰਾ, ਹਨਾ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ ਜਿਹੜੀ ਹੈਗੀ ਹੈ, ਇਹ ਆਪਣੇ ਪ੍ਰੇਮਬਲ ਦੇ ਵਿੱਚ ਹੈਗੀ ਹੈ, ਆਪਣੀ ਪ੍ਰਸਤਾਵਨਾ ਦੇ ਵਿੱਚ ਹੈਗੀ ਹੈ। ਇਹ ਕਿੱਥੋਂ ਲਈ ਆਪਾਂ ਨੇ? ਇਹ ਫਰਾਂਸ ਦੀ ਕ੍ਰਾਂਤੀ ਹੋਈ ਸੀ, ਉੱਥੋਂ ਇਹ ਵਰਡ ਆਏ ਆ, ਫ੍ਰੈਂਚ ਰੈਵੋਲੂਸ਼ਨ ਤੋਂ, ਠੀਕ ਹੈ, ਯਾਦ ਰੱਖਣਾ ਹੈ। ਉਸ ਤੋਂ ਬਾਅਦ ਬਈ The President of Indian Union has the same constitutional authority। ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਉਹਦੇ ਕੋਲ 19 ਪਾਵਰ ਹੈ ਜਿੰਨੀ, ਇਹ 4 ਆਪਸ਼ਨ ਹੈਗੇ ਆ, ਇਹਨਾਂ ਕੋਲ ਹੈਗੇ, ਇਹਨਾਂ ਵਿੱਚੋਂ ਕਿਸ ਕੋਲ ਹੈ? ਤਾਂ ਦੇਖੋ ਬਈ ਤੁਹਾਨੂੰ ਪਤਾ ਆਪਣੇ ਦੇਸ਼ ਦੇ ਵਿੱਚ ਪ੍ਰੈਜ਼ੀਡੈਂਟ ਕੋਲ ਕਾਗਜ਼ਾਂ ਦੇ ਵਿੱਚ ਪਾਵਰ ਬਹੁਤ ਹੈ, ਬਟ ਇੱਕ ਆਰਟੀਕਲ ਆਉਂਦਾ ਹੈ, ਆਰਟੀਕਲ 74, ਜਿਹੜਾ ਪ੍ਰੈਜ਼ੀਡੈਂਟ ਨੂੰ 0 ਕਰਕੇ ਚਲੇ ਜਾਂਦਾ ਹੈ, ਠੀਕ ਹੈ। ਉਹ ਸਾਰਾ ਕੁਝ ਰਾਸ਼ਟਰਪਤੀ ਤੋਂ ਖੋ ਕੇ ਇੱਕ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਦੇ ਹੱਥ 'ਚ ਪਕੜਾ ਜਾਂਦਾ ਹੈ, ਠੀਕ ਹੈ। ਫਿਰ ਕਦੇ ਪੜਾਂਗੇ ਆਰਟੀਕਲ 74 ਬਾਰੇ। ਕਹਿਣ ਦਾ ਮਤਲਬ ਹੈ ਆਪਣੇ ਰਾਸ਼ਟਰਪਤੀ ਕੋਲ ਪਾਵਰ ਕੁਛ ਹੈ ਹੀ ਨਹੀਂ, ਨਾ ਮਾਤਰ ਹੀ ਹੈ, ਠੀਕ ਹੈ। ਉਹ ਨੋਮੀਨਲ ਹੈਡ ਨੇ ਬਸ ਇੱਕ ਤਰ੍ਹਾਂ ਨਾਲ, ਠੀਕ ਹੈ, ਨਾਮ ਦੇ ਹੈਗੇ ਆ। ਬਾਕੀ ਜਿਹੜੀ ਰੀਅਲ ਪਾਵਰ ਹੈ ਉਹ ਪ੍ਰਧਾਨ ਮੰਤਰੀ ਦੇ ਹੱਥ ਦੇ ਵਿੱਚ ਹੈ। ਸੇਮ ਇਹੀ ਚੀਜ਼ ਬ੍ਰਿਟੇਨ ਦੇ ਵਿੱਚ ਲਾਗੂ ਹੈ, ਠੀਕ ਹੈ। ਤਾਂ ਬ੍ਰਿਟਿਸ਼ ਮੋਨਾਰਕ ਇਹਦਾ ਫਿਰ ਰਾਈਟ ਆਨਸਰ ਆਊਗਾ। ਬ੍ਰਿਟੇਨ ਦੀ ਜੋ ਵੀ ਰਾਣੀ ਤਾਂ ਹੁਣ ਰਹੀ ਨਹੀਂ, ਠੀਕ ਹੈ, ਹੁਣ ਤਾਂ ਉਹਨਾਂ ਦਾ ਰਾਜਾ ਹੋ ਗਿਆ, ਠੀਕ ਹੈ। ਤਾਂ ਜੋ ਰਾਜੇ ਕੋਲ ਉਨੀ ਕੀ ਪਾਵਰ ਹੈ ਜਿੰਨੀ ਕਿ ਆਪਣੀ ਰਾਸ਼ਟਰਪਤੀ ਕੋਲ ਹੈ, ਬਸ ਇਹ ਹੈ, ਠੀਕ ਹੈ। ਮੇਨ ਉੱਥੇ ਵੀ ਪਾਰਲੀਮੈਂਟ ਕੰਮ ਕਰਦੀ ਹੈ, ਇੱਥੇ ਵੀ ਪਾਰਲੀਮੈਂਟ ਹੈ, ਹਾਂਜੀ। ਉਸ ਤੋਂ ਬਾਅਦ ਮਤਲਬ ਉੱਥੇ ਵੀ ਪ੍ਰਧਾਨ ਮੰਤਰੀ ਹੈ, ਇੱਥੇ ਵੀ ਪ੍ਰਧਾਨ ਮੰਤਰੀ ਹੈ। ਨਿਮਨਲਿਖਿਤ ਵਿੱਚੋਂ ਕਿਹੜਾ ਭਾਰਤ ਨੂੰ ਧਰਮ ਨਿਰਪੇਖ ਰਾਜ ਵਜੋਂ ਦਰਸਾਉਂਦਾ ਹੈ? ਤਾਂ ਇਹ ਦੇਖੋ ਤੁਸੀਂ ਕੁਐਸਚਨ, ਇੱਕ ਮਿੰਟ, ਹਾਂਜੀ।
ਤਾਂ ਸੈਕੂਲਰ ਸਟੇਟ, ਸੈਕੂਲਰ ਮਤਲਬ ਧਰਮ ਨਿਰਪੱਖ, ਜਿਹਦੀ ਨਿਗਾਹ ਦੇ ਵਿੱਚ ਸਾਰੇ ਧਰਮ ਇੱਕ ਬਰਾਬਰ ਹੈਗੇ ਆ। ਤਾਂ ਇਹ ਗੱਲ ਹੋ ਰਹੀ ਹੈ ਬਈ ਆਪਣੇ ਪ੍ਰੀਐਮਬਲ ਦੀ, ਪ੍ਰੀਐਮਬਲ ਆਫ ਦਾ ਕਨਸਟੀਟਿਊਸ਼ਨ। ਪ੍ਰੀਐਮਬਲ ਜਿਹੜਾ ਆਪਾਂ ਨੇ ਅਮਰੀਕਾ ਤੋਂ ਲਿਆ, ਠੀਕ ਹੈ, ਕਿਉਂਕਿ ਅਮਰੀਕਾ ਹੀ ਦੁਨੀਆ ਦੀ ਪਹਿਲੀ ਕੰਟਰੀ ਸੀ ਜਿਹਨੇ ਆਪਣੇ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਯਾਨੀ ਪ੍ਰੀਐਮਬਲ ਹੈ ਜਿਹੜਾ, ਜਿਹਨੂੰ ਹਿੰਦੀ ਦੇ ਵਿੱਚ ਆਪਾਂ ਉਦੇਸ਼ਿਕਾ ਬੋਲਦੇ ਹਾਂ, ਉਦੇਸ਼ਿਕਾ, ਪ੍ਰਸਤਾਵਨਾ, ਪ੍ਰੀਐਮਬਲ, ਇਹ ਤਿੰਨੋਂ ਵਰਡ ਸੇਮ ਹੈ ਬਈ, ਇਹ ਅਮਰੀਕਾ ਤੋਂ ਲਿਆ। ਇਹਦੇ ਵਿੱਚ ਹੈਗਾ ਆ ਕਿ ਇੰਡੀਆ ਜਿਹੜਾ ਹੈਗਾ ਆ ਉਹ ਇੱਕ ਸੈਕੂਲਰ ਕੰਟਰੀ ਹੈ, ਸੈਕੂਲਰ ਮਤਲਬ ਧਰਮ ਨਿਰਪੇਖ ਦੇਸ਼ ਹੈ, ਠੀਕ ਹੈ, ਇਹ ਯਾਦ ਰੱਖਣਾ, ਇੱਥੋਂ ਪਤਾ ਲੱਗਦਾ ਹੈ ਪ੍ਰੀਐਮਬਲ ਤੋਂ, ਠੀਕ ਹੈ। ਪ੍ਰੀਐਮਬਲ ਕਿਹਦੇ ਕਹਿਣ ਤੇ ਜੋੜਿਆ ਗਿਆ? ਪ੍ਰੀਐਮਬਲ ਜੋੜਿਆ ਗਿਆ ਜਵਾਹਰ ਲਾਲ ਨਹਿਰੂ ਦੇ ਕਹਿਣ ਤੇ। ਪ੍ਰੀਐਮਬਲ ਨੂੰ ਹੀ ਕਿਹਾ ਜਾਂਦਾ ਹੈ ਆਈ ਕਾਰਡ ਆਫ ਕਨਸਟੀਟਿਊਸ਼ਨ, ਸੰਵਿਧਾਨ ਦਾ ਆਈ ਕਾਰਡ, ਠੀਕ ਹੈ ਨਾ, ਯਾਦ ਰੱਖਣਾ। ਕੀ ਆਫ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਪ੍ਰੀਐਮਬਲ ਨੂੰ ਸੰਵਿਧਾਨ ਦੀ ਕੁੰਜੀ, ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ ਹੈ, ਠੀਕ ਹੈ। ਆਈ ਕਾਰਡ ਕਿਹਾ ਜਾਂਦਾ ਹੈ, ਆਈਡੀ ਕਾਰਡ, ਠੀਕ ਹੈ, ਆਈਡੈਂਟੀਟੀ ਕਾਰਡ, ਠੀਕ ਹੈ, ਇਹ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹਨੂੰ ਪ੍ਰੀਐਮਬਲ ਨੂੰ ਸੋਲ ਆਫ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ, ਸੰਵਿਧਾਨ ਦੀ ਆਤਮਾ। ਪਰ ਯਾਦ ਰੱਖਣਾ ਹੈ ਇਹ ਕਿਹਨੇ ਕਿਹਾ, ਇਹ ਸੰਵਿਧਾਨ ਦੀ ਆਤਮਾ ਜਾਂ ਤਾਂ ਆਪਸ਼ਨ ਦੇ ਵਿੱਚ ਮਿਲੂਗਾ ਠਾਕੁਰ ਦਾਸ ਭਾਰਗਵ, ਠਾਕੁਰ ਦਾਸ ਭਾਰਗਵ। ਜੇ ਇਹ ਨਹੀਂ ਮਿਲਦਾ ਬੰਦਾ ਤਾਂ ਮਿਲੇਗਾ ਜਵਾਹਰ ਲਾਲ ਨਹਿਰੂ, ਠੀਕ ਹੈ। ਸੋਲ ਆਫ ਕਨਸਟੀਟਿਊਸ਼ਨ ਯਾਨੀ ਸੰਵਿਧਾਨ ਦੀ ਆਤਮਾ। ਪਰ ਇਹ ਵੀ ਗੱਲ ਯਾਦ ਰੱਖਣੀ ਹੈ ਬਈ, ਸੰਵਿਧਾਨ ਦੀ ਆਤਮਾ ਅਨੁਛੇਦ 32 ਨੂੰ ਵੀ ਕਿਹਾ ਜਾਂਦਾ ਹੈ, ਉਹ ਕਿਹਾ ਸੀ ਭੀਮ ਰਾਓ ਅੰਬੇਡਕਰ ਨੇ, ਠੀਕ ਹੈ। ਤਾਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਅਨੁਸਾਰ ਸੰਵਿਧਾਨ ਦੀ ਆਤਮਾ ਹੈਗਾ ਆ ਆਰਟੀਕਲ 32, ਤੇ ਇਹ ਠਾਕੁਰ ਦਾਸ ਭਾਰਗਵ ਜਾਂ ਜਵਾਹਰ ਲਾਲ ਨਹਿਰੂ ਨੇ ਪ੍ਰਸਤਾਵਨਾ ਨੂੰ ਵੀ ਸੰਵਿਧਾਨ ਦੀ ਆਤਮਾ ਕਿਹਾ, ਸੰਵਿਧਾਨ ਦੀ ਆਤਮਾ, ਠੀਕ ਹੈ। ਤੇ ਪ੍ਰਸਤਾਵਨਾ ਨੂੰ ਕੁੰਜੀ ਵੀ ਕਿਹਾ ਜਾਂਦਾ ਹੈ, ਆਈ ਕਾਰਡ ਵੀ ਕਿਹਾ ਜਾਂਦਾ ਹੈ, ਸੰਵਿਧਾਨ। ਬੇਸਿਕ, ਬਿਲਕੁਲ ਸਿੰਪਲ ਜਿਹੇ ਕੁਐਸਚਨ ਹੈ। ਉਸ ਤੋਂ ਬਾਅਦ ਬਈ, ਸਰਕਾਰ ਦੇ ਇੱਕ ਸੰਸਦ ਦੇ ਰੂਪ ਵਿੱਚ ਰਾਜਾਂ ਦੀ ਅਸਲ ਸ਼ਕਤੀਆਂ ਕਿਸ ਦੇ ਅਧੀਨ ਹੁੰਦੀਆਂ? ਯਾਨੀ ਇਨ ਏ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਰੀਅਲ ਪਾਵਰਸ ਆਫ ਸਟੇਟ ਆਰ ਵੈਸਟਡ ਇਨ। ਅਸਲੀ ਪਾਵਰ, ਦੇਖੋ ਅਸਲੀ ਪਾਵਰ ਹੁੰਦੀਆਂ ਜਿੱਥੇ ਪਾਰਲੀਮੈਂਟ ਹੁੰਦੀ ਹੈ ਨਾ, ਉੱਥੇ ਅਸਲੀ ਪਾਵਰ ਹੁੰਦੀ ਹੈ ਪ੍ਰਧਾਨ ਮੰਤਰੀ ਤੇ ਉਹਦੇ ਕੈਬਨਿਟ ਕੋਲ। ਸਿੰਪਲ ਜੀ ਗੱਲ ਹੈ, ਠੀਕ ਹੈ। ਰਾਸ਼ਟਰਪਤੀ ਸਿਰਫ ਨਾਮ ਦਾ ਹੁੰਦਾ ਹੈ। ਤਾਂ ਕਾਉਂਸਿਲ ਆਫ ਮਿਨਿਸਟਰਸ, ਮੰਤਰੀਆਂ ਦੀ ਪਰਿਸ਼ਦ ਯਾਨੀ ਮੰਤਰੀ ਮੰਡਲ, ਹੈਡਡ ਬਾਈ ਪ੍ਰਾਈਮ ਮਿਨਿਸਟਰ, ਠੀਕ ਹੈ। ਯਾਨੀ ਪ੍ਰਧਾਨ ਮੰਤਰੀ ਦੀ ਅਗਵਾਈ ਵਾਲਾ ਮੰਤਰੀ ਮੰਡਲ, ਉਹਦੇ ਹੱਥ ਦੇ ਵਿੱਚ ਮੇਨ ਪਾਵਰ ਹੁੰਦੀ ਹੈ। ਤੁਸੀਂ ਆਪਣਾ ਦੇਸ਼ ਦੇਖ ਸਕਦੇ ਹੋ, ਠੀਕ ਹੈ, ਮੇਨ ਪਾਵਰ ਰਾਸ਼ਟਰਪਤੀ ਕੋਲ ਹੈ। ਉਸ ਤੋਂ ਬਾਅਦ ਬਈ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾਵਾਂ ਜਰਮਨੀ ਦੇ ਵੇਈਮਰ ਸੰਵਿਧਾਨ ਤੋਂ ਲਈ ਗਈਆਂ? ਜਰਮਨੀ ਦਾ ਸੰਵਿਧਾਨ ਹੈ, ਉਹਨੂੰ ਵੇਈਮਰ ਕਨਸਟੀਟਿਊਸ਼ਨ, ਮਤਲਬ ਜਰਮਨੀ ਕਨਸਟੀਟਿਊਸ਼ਨ ਬੋਲ ਦੋ, ਜਰਮਨ ਕਨਸਟੀਟਿਊਸ਼ਨ ਜਾਂ ਵੇਈਮਰ ਕਨਸਟੀਟਿਊਸ਼ਨ ਬੋਲ ਦੋ, ਸੇਮ ਹੀ ਹੈ ਉਹ, ਠੀਕ ਹੈ। ਉੱਥੋਂ ਕੀ ਚੀਜ਼ ਲਈ ਆਪਾਂ ਨੇ? ਤਾਂ ਬਈ ਜਰਮਨੀ ਦਾ ਨਾਂ ਸੁਣਦੇ ਹਿਟਲਰ ਦੇ ਮਾਈਂਡ ਦੇ ਵਿੱਚ ਆਉਂਦਾ ਹੈ। ਤੇ ਹਿਟਲਰ ਤੋਂ ਤੁਸੀਂ ਇੱਕ ਗੱਲ ਯਾਦ ਰੱਖੋ ਕਿ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੇਗੀ ਸਾਰੇ ਮੌਲਿਕ ਅਧਿਕਾਰ ਖਤਮ। ਕਿਉਂਕਿ ਹਿਟਲਰ ਕੀ ਸੀਗਾ? ਇੱਕ ਤਾਨਾਸ਼ਾਹ ਸੀਗਾ ਨਾ, ਹਨਾ, ਉਹੀ ਬੋਲਦੇ ਆ ਨਾ ਕਿ ਹਿਟਲਰ ਇੱਕ ਤਾਨਾਸ਼ਾਹ ਸੀਗਾ। ਤਾਂ ਬਸ ਜਦੋਂ ਵੀ ਦੇਸ਼ 'ਚ ਐਮਰਜੈਂਸੀ ਲੱਗੂਗੀ ਸਾਰੇ ਮੌਲਿਕ ਅਧਿਕਾਰ ਖਤਮ ਹੋ ਜਾਣਗੇ। ਜਦੋਂ ਵੀ ਐਮਰਜੈਂਸੀ ਲੱਗੇਗੀ ਸਾਰੇ ਮੌਲਿਕ ਅਧਿਕਾਰ ਆ ਜਿਹੜੇ ਉਹ ਖਤਮ ਹੋ ਜਾਣਗੇ। ਇਹ ਹੈਗਾ ਆ, ਕਲੀਅਰ ਹੈ। ਉਸ ਤੋਂ ਬਾਅਦ ਬਈ, ਭਾਰਤੀ ਸੰਵਿਧਾਨ ਨੇ ਕਿਸ ਦੇਸ਼ ਤੋਂ ਪ੍ਰਸਤਾਵਨਾ ਦੇ ਵਿਚਾਰ ਲਏ ਹਨ? ਤਾਂ ਇਹ ਮੈਂ ਬਹੁਤ ਵਾਰ ਬੋਲ ਚੁੱਕਿਆ, ਅਮਰੀਕਾ, ਠੀਕ ਹੈ। ਇਸ ਕੁਐਸਚਨ ਨੂੰ ਥੋੜਾ ਜਿਹਾ ਘੁਮਾ ਦਿਓ। ਪ੍ਰਸਤਾਵਨਾ ਦੇ ਵਿਚਾਰ ਤੋਂ ਬਾਅਦ ਤੁਸੀਂ ਲਿਖੋ ਵਿਚਾਰ ਹਟਾ ਦਿਓ। ਪ੍ਰਸਤਾਵਨਾ ਦੀ ਭਾਸ਼ਾ, ਪ੍ਰਸਤਾਵਨਾ ਦੀ ਭਾਸ਼ਾ ਕੁਐਸਚਨ ਬਹੁਤ ਘੱਟ ਆਉਂਦਾ ਹੈ, ਬਟ ਕੁਐਸਚਨ ਆ ਜਾਂਦਾ ਹੈ। ਪ੍ਰਸਤਾਵਨਾ ਤਾਂ ਆਪਾਂ ਨੇ ਅਮਰੀਕਾ ਤੋਂ ਲਈ ਹੈ, ਪ੍ਰਸਤਾਵਨਾ ਦੇ ਵਿਚਾਰ ਅਮਰੀਕਾ ਤੋਂ ਲਏ ਆ, ਜਵਾਹਰ ਲਾਲ ਨਹਿਰੂ ਦੇ ਕਹਿਣ ਤੇ ਲਏ ਆ। ਬਟ ਮੇਨ ਗੱਲ ਕੀ ਹੈ? ਮੇਨ ਗੱਲ ਹੈ ਪ੍ਰਸਤਾਵਨਾ ਦੀ ਭਾਸ਼ਾ ਲਈ ਹੈ ਆਪਾਂ ਨੇ ਆਸਟ੍ਰੇਲੀਆ ਤੋਂ। ਲੈਂਗੁਏਜ ਆਫ ਪ੍ਰੀਐਮਬਲ, ਪ੍ਰਸਤਾਵਨਾ ਦੀ ਭਾਸ਼ਾ ਆਸਟ੍ਰੇਲੀਆ ਤੋਂ ਲਈ ਹੈ। ਇਹ ਇੰਨਾ ਜ਼ਿਆਦਾ ਆਂਦਾ ਤਾਂ ਨਹੀਂ ਕੁਐਸਚਨ, ਬਟ ਫਿਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਯਾਦ ਰੱਖਣਾ ਹੈ ਪ੍ਰਸਤਾਵਨਾ ਹੀ ਹੈ ਜਿਹਨੂੰ ਕੀ ਆਫ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ, ਆਈ ਕਾਰਡ ਆਫ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ, ਜਾਂ ਠਾਕੁਰ ਦਾਸ ਭਾਰਗਵ ਜਾਂ ਜਵਾਹਰ ਲਾਲ ਨਹਿਰੂ ਨੇ ਇਹਨੂੰ ਸੰਵਿਧਾਨ ਦੀ ਆਤਮਾ ਵੀ ਕਿਹਾ ਸੀ। ਨੈਕਸਟ ਆ ਜਾਓ ਬਾਈ। ਨੈਕਸਟ ਹੈਗਾ ਆ, ਕੁਝ ਸ਼ਬਦ ਹੈਗੇ ਆ ਬਈ ਸੋਸ਼ਲਿਸਟ, ਸੈਕੂਲਰ ਤੇ ਯੂਨਿਟੀ, ਇੰਟੀਗ੍ਰਿਟੀ ਵਗੈਰਾ, ਹਨਾ। ਇਹ ਸੰਵਿਧਾਨ ਦੇ ਵਿੱਚ ਕਦੋਂ ਜੋੜੇ ਗਏ ਆ? ਸਮਾਜਵਾਦੀ, ਧਰਮ ਨਿਰਪੇਖ ਜਾਂ ਰਾਸ਼ਟਰ ਦੀ ਏਕਤਾ, ਅਖੰਡਤਾ, ਇਹ ਸੰਵਿਧਾਨ ਦੇ ਵਿੱਚ ਕਦੋਂ ਜੋੜੇ ਗਏ ਆ? ਇਹ ਜੋੜੇ ਗਏ ਆ 42ਵਾਂ ਸੰਸ਼ੋਧਨ 1976 ਦੇ ਤਹਿਤ, ਠੀਕ ਹੈ। ਪ੍ਰਸਤਾਵਨਾ ਦੇ ਵਿੱਚ ਜੋੜੇ ਗਏ ਆ ਪ੍ਰੀਐਮਬਲ ਦੇ ਵਿੱਚ। ਪ੍ਰੀਐਮਬਲ ਜਿਹੜਾ ਹੈਗਾ ਵੀ ਆਪਣਾ ਪ੍ਰਸਤਾਵਨਾ, ਇਹਦੇ ਵਿੱਚ ਸਿਰਫ ਇੱਕ ਵਾਰ ਸੋਧ ਹੋਈ ਹੈ। ਇਹ ਕੁਐਸਚਨ ਵੀ ਪੁੱਛਿਆ ਜਾਂਦਾ ਹੈ ਕਿ ਆਪਣੇ ਸੰਵਿਧਾਨ ਦੇ ਪ੍ਰਸਤਾਵਨਾ ਦੇ ਵਿੱਚ ਕਿੰਨੀ ਵਾਰ ਸੋਧ ਹੋ ਚੁੱਕੀ ਹੈ? ਤਾਂ ਪ੍ਰਸਤਾਵਨਾ ਦੇ ਵਿੱਚ ਸਿਰਫ ਇੱਕ ਵਾਰ ਸੋਧ ਹੋਈ ਹੈ, ਉਹ ਹੋਈ ਹੈ 42ਵੀਂ ਸੋਧ 1976।
42ਵੀਂ ਵਾਰ ਜਦੋਂ ਸੰਵਿਧਾਨ ਦੇ ਵਿੱਚ ਚੇਂਜ ਕਰਿਆ ਸੀ ਤਾਂ ਉਸ ਟਾਈਮ ਪ੍ਰੈਂਬਲ ਦੇ ਵਿੱਚ ਵੀ ਚੇਂਜਸ ਆਏ ਸੀਗੇ। ਇਹ 3 ਵਰਡ ਯੂਜ਼ ਹੋਏ ਸੀਗੇ, ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ। ਯੂਨਿਟੀ मतलब इंटीग्रिटी वर्ड याद रखना है, ठीक है। यूनिटी भावें तुसीं स्किप भी कर सकते हो, ठीक है। सोशलिस्ट, सैकुलर ते इंटीग्रिटी ये जिहड़े वर्ड है ये यूज होए सीगे। उस तो बाद बई भारत विच एकल नागरिकता दा प्रावधान किस देश तो लिया गया है? एकल नागरिकता बई सिंगल सिटीजनशिप, सिंगल सिटीजनशिप, ठीक है। तो सिंगल सिटीजनशिप का मतलब है तुसीं तुहाडे कोल बस एक पासपोर्ट है, इदां याद रखो, तुहाडे कोल सिर्फ एक पासपोर्ट है, वो भी अपनी कंट्री का, ना कि अपनी स्टेट का, ठीक है। याद रखना है अपने इंडिया दे विच की है, बस आपां कंट्री नूं रिप्रजेंट करते हैं, ना कि स्टेट्स नूं, ठीक है। स्टेट्स का स्टेट्स की हैगी, स्टेट विनाशकारी हैगी है, तो देश जिहड़ा हैगा आ वो विनाशकारी नहीं हैगा। मतलब आपां देश नूं नहीं तोड़ सकते, आपां स्टेटां नूं बिल्कुल तोड़ सकते हैं, ठीक है। एक स्टेट नूं तोड़ के 2 स्टेटां बना सकते हैं, एक स्टेट नूं तोड़ के 4 स्टेटां बना सकते हैं, ठीक है। ये 50 अपनी मतलब 10-12 स्टेटां नूं इकट्ठी करके एक स्टेट भी बना सकते हैं आपां। मतलब देश का जिहड़ा बाहर का बॉर्डर है वो सेम रख सकते हैं, अंदर भावें आपां 50 स्टेटां बनाण, चाहे 20 स्टेटां बनाण, चाहे 100 स्टेटां बनाण, ठीक है। तो स्टेट नूं आपां रिप्रजेंट नहीं करते, आपां कंट्री नूं रिप्रजेंट करते हैं। ये एकल नागरिकता आपां ने ब्रिटेन तो लई है, ठीक है। एकल नागरिकता सिंगल सिटीजनशिप की इस तो इलावा भी कोई सिटीजनशिप होंदी है? ड्यूल होंदी है बई, ड्यूल सिटीजनशिप, दोहरी नागरिकता। अमेरिका ਇਹਦਾ एग्जाम्पल है, याद रख लियो, ठीक है। क्वेश्चन डायरैक्ट आंदा है किहड़े देश ਦੇ ਵਿੱਚ दोहरी नागरिकता हैगी है? अमेरिका, USA। नैक्सट आ जाओ बई, विच एक्ट इज नोन एज मोंटेग चेम्सफोर्ड एक्ट। मैं ਤੁਹਾਨੂੰ ਪਹਿਲਾਂ ਦੱਸਿਆ 1919 ਦਾ ਜਿਹੜਾ ਇੰਡੀਅਨ ਕਾਉਂਸਿਲ ਐਕਟ ਸੀਗਾ ਉਹਨੂੰ ਕਿਹਾ ਜਾਂਦਾ ਹੈ ਮੌਂਟੇਗ ਚੇਮਸਫੋਰਡ ਐਕਟ, ਤੇ 1909 ਵਾਲਾ ਜਿਹੜਾ ਸੀਗਾ ਬਈ ਇਹਨੂੰ ਆਪਾਂ ਮੋਰਲੇ ਮਿੰਟੋ ਰਿਫਾਰਮਸ ਬੋਲਦੇ ਹਾਂ, ਮੋਰਲੇ ਮਿੰਟੋ। याद रखना एक क्वेश्चन इदा पूछे जाते हैं कि किहड़े एक्ट नूं मोंटेग चेम्सफोर्ड एक्ट या मोंटेग चेम्सफोर्ड रिपोर्ट या मोंटेग चेम्सफोर्ड रिफॉर्म कहा जाता है? ये कहा जाता है 1919 वाले एक्ट नूं। ते मोरले मिंटो किहनूं कहा जाता है? मोरले मिंटो कहा जाता है 1909 वाले, ठीक है। याद रखने हैं भाई। नैक्सट है जी, कितनी सीटां रिजर्व सीगी संविधान सभा दे विच देसी रियासतां दे लई? ये क्वेश्चन ऑलरेडी आपां हुण कर चुके हैं जदों मैं तुहानूं कुछ एक्सप्लेन कर रहा सी। 93 सीटां, ठीक है। कितनी सीटां सीगी बई? 93 सीटां सीगी जिहड़ी रिजर्व करी हुई सीगी देसी रियासतां वास्ते। टोटल 399 सीटां सीगी, इन्हां दे विचों 93 देसी रियासतां नूं सीगी, बाकी 296 जिहड़ी ब्रिटिश इंडिया वास्ते सीगी। ऑप्शन देख लो, ऑप्शन दे विच 15 हैगा, 15 वूमेन सीगी संविधान सभा दे विच। जे तुहानूं पुछिया जावे संविधान सभा दे विच कितनी महिलावां सन? 15, ठीक है। याद रखना है ये 4 की है बई? ऑप्शन 4 भी हैगा। 4 पता की चक्कर है, देखो ये 296 ਜਿਹੜੇ ਸੀਗੇ ਵੀ ਬੰਦੇ ਇਹ ਬ੍ਰਿਟਿਸ਼ ਇੰਡੀਆ ਤੋਂ ਆਣੇ ਸੀਗੇ, ਯਾਨੀ ਉਹ ਵਾਲਾ ਇਲਾਕਾ ਜਿੱਥੇ ਅੰਗਰੇਜ਼ ਰਾਜ ਕਰਦੇ ਆ। ਹੁਣ ਅੰਗਰੇਜ਼ਾਂ ਨੇ ਜਿਹੜੇ ਇਲਾਕੇ ਤੇ ਉਹ ਰਾਜ ਕਰਦੇ ਸੀ ਉੱਥੇ ਜ਼ਿਆਦਾਤਰ ਕੀ ਬਣਾਏ ਹੋਏ ਸੀ? ਪ੍ਰੋਵਿੰਸ ਬਣਾਏ ਹੋਏ ਸੀ, ਤੇ ਕੁਝ ਸੀਗੀ ਵੀ ਚੀਫ ਕਮਿਸ਼ਨਰੀਜ਼। ਜਿਵੇਂ ਅੱਜ ਇੰਡੀਆ ਦੇ ਵਿੱਚ ਕੀ ਹੈ, ਜਾਂ ਤਾਂ ਤੁਹਾਨੂੰ ਸਟੇਟ ਮਿਲਣਗੇ ਜਾਂ ਤੁਹਾਨੂੰ ਮਿਲੂਗੀ यूटी, ਤਾਂ ਸੇਮ ਉਦਾਂ ਹੀ ਸੀਗਾ अंग्रेजों के टाइम के या तो प्रोविंस सीगे या चीफ कमिश्नरीज सीगी। प्रोविंस मतलब स्टेट हो गए, चीफ कमिश्नरीज मतलब यूटी समझ लो तुसी, ठीक है। तो 296 दे विचों 292 ये प्रोविंसिस कोल सीगे, यानी अजकल आप स्टेट बोल सकते हैं। ये 4 सीटां सीगी बई चीफ कमिश्नरीज नूं, यानी अजकल आप यूटी बोल सकते हैं, कोई इशू नहीं हैगा। ये 4 केड़ी सी? याद रखना है अजमेर, क्वेश्चन आ जाता है अजमेर, बलूचिस्तान, कुर्ग, दिल्ली, ठीक है। ये 4 सीगे बई, याद रखना है। चीफ कमिश्नरीज नूं कितनी सीटां सीगी संविधान सभा दे विच? 4। क्वेश्चन इदां भी आ जाता है कि इन्हां विचों किहड़ी चीफ कमिश्नरीज नूं, किहड़ी चीफ कमिश्नरी नूं संविधान सभा दे विच सीट नहीं सी? ਤਾਂ ਇਹ 4 ਆਪਸ਼ਨ ਦੇ ਵਿੱਚ ਮਿਲਣਗੇ। ਇਹਨੂੰ ਯਾਦ ਰੱਖਣ ਦੀ ਸਿੰਪਲ ਟ੍ਰਿਕ ਹੈ ABCD, ਬਸ ਤੁਸੀਂ ABCD ਮੈਚ ਕਰਨਾ ਹੈ। ਜੇ ABCD ਸੈੱਟ ਬੈਠਦਾ ਤਾਂ ਸਹੀ ਹੈ, ਜੇ ਕੁਝ ਹੋਰ ਆ ਗਿਆ ਹਨਾ ਤਾਂ ਸਮਝੋ ਗੜਬੜ ਹੈ, ਠੀਕ ਹੈ। ABC, ਬਾਕੀ ਜੇ ਸ਼ਹਿਰ ਨਾ ਯਾਦ ਰੱਖ ਸਕਦੇ ਹੋ ਤਾਂ ਵਧੀਆ, ਅਜਮੇਰ, ਦਿੱਲੀ, ਕੁਰਗ, ਬਲੂਚਿਸਤਾਨ, ਠੀਕ ਹੈ। ਤਾਂ ਇਹ ਬਈ 50 ਕੁਐਸਚਨ ਆਪਣੇ ਹੋ ਗਏ, ਇਹ ਬੇਸਿਕ ਸੀਗੇ ਬਿਲਕੁਲ। ਨੈਕਸਟ ਵੀਡੀਓ ਦੇ ਵਿੱਚ इस तो थोड़े ਜਿਹੇ एडवांस क्वेश्चन मिलणगे। इन्ना तुहाडा पेपर आऊगा, इन्ना मैं 300 क्वेश्चन तुहानूं पॉलिटी दे कराऊंगा, ਉਹ रट लेना है तुसीं। हुण देखो इन्ना टाइम नहीं हैगा, जे तुसीं बिल्कुल कंसैप्ट वाइज जे तुहाडा कंसैप्ट होया होया पॉलिटी तुसीं पढ़ी हुई है ਤਾਂ ਤੁਸੀਂ ਇਹਨੂੰ फास्ट करके वीडियो ਨੂੰ फास्ट करके सिर्फ MCQ ਦੀ प्रैक्टिस करो। जे तुसीं सिर्फ पहली बार पढ़ रहे हो है ना, पॉलिटी तुसीं नहीं पढ़ी, बस तुसीं इदां ही आ गए हो कि इंपोर्टेंट मैं क्वेश्चन कर ਲਾਂ है ना, ਤਾਂ बस तुसीं की करना है, ये क्वेश्चन रट लेने 300,
ਬਸ ਇਹਨਾਂ 300 ਦੇ ਵਿੱਚੋਂ ਤੁਹਾਨੂੰ ਕੁਐਸਚਨ ਪੱਕਾ ਫਸੇਗਾ, ਮਤਲਬ ਸਾਰੇ ਕੁਐਸਚਨ ਫਸ ਜਾਣਗੇ, ਬਸ ਟੈਨਸ਼ਨ ਫਰੀ ਰਹੋ। ਇਹ 300 ਕੁਐਸਚਨ ਤੁਹਾਨੂੰ ਰੱਟੇ ਹੋਣੇ ਚਾਹੀਦੇ ਆ ਪਾਣੀ ਵਾਂਗ, ਫਿਰ ਤੁਸੀਂ ਟੈਨਸ਼ਨ ਫਰੀ ਰਹੋ, ਠੀਕ ਹੈ। ਤਾਂ ਬਸ ਅੱਜ ਦੀ ਵੀਡੀਓ ਇੰਨੀ ਹੈ, ਬਾਕੀ ਫਿਰ ਤੁਹਾਨੂੰ ਨੈਕਸਟ ਵੀਡੀਓ ਕੱਲ ਮਿਲੇਗੀ, ਸੇਮ ਟਾਈਮ ਸੇਮ ਜਗ੍ਹਾ, ठीक है। ओके जी, थैंक यू।